ਅੱਜ ਆਪਾਂ ਇਸ ਪ੍ਰੋਗਰਾਮ ਵਿੱਚ ਪੰਜਾਬੀ ਭਾਸ਼ਾ ਨੂੰ ਯੂਕੇ ਵਿੱਚ ਅਗਲੀ ਜਨਗਣਨਾ ਜਿਹੜੀ ਸੈਂਸਸ 2021 ਵਿੱਚ ਹੋਣੀ ਆ, ਉਹਦੇ ਵਿੱਚ ਦੂਜੇ ਨੰਬਰ ਤੇ ਲਿਆਉਣ ਲਈ ਜਿਹੜੀ ਮੁਹਿੰਮ ਚੱਲ ਰਹੀ ਹੈ ਉਹਦੇ ਸੰਬੰਧ ਵਿੱਚ ਗੱਲਾਂ ਬਾਤਾਂ ਕਰਾਂਗੇ। ਸਭ ਤੋਂ ਪਹਿਲਾਂ ਸਾਡੇ ਕੋਲ ਹਰਮੀਤ ਸਿੰਘ ਭਕਨਾ ਜੀ ਲਾਈਨ ਤੇ ਨੇ। ਹਰਮੀਤ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ ਬਿੱਟੂ ਵੀਰ ਜੀ। ਸੋ ਹਰਮੀਤ ਜੀ, ਇਹ ਜਿਹੜਾ ਕੈਂਪੇਨ ਚੱਲ ਰਿਹਾ ਪੰਜਾਬੀ ਭਾਸ਼ਾ ਦੇ ਬਾਰੇ ਵਿੱਚ, ਇਹ ਕੀ ਆ ਕੈਂਪੇਨ? ਜੀ ਬਿੱਟੂ ਖੰਗੂੜਾ ਜੀ, ਤੁਹਾਡਾ ਤੇ ਦੇਸੀ ਰੇਡੀਓ ਦੀ ਪੂਰੀ ਟੀਮ ਦਾ ਬਹੁਤ ਬਹੁਤ ਮਿਹਰਬਾਨੀ, ਜਿਹੜੇ ਸਮੇਂ-ਸਮੇਂ ਤੇ ਮੌਕਾ ਦਿੰਦੇ ਰਹਿੰਦੇ ਹੋ ਜੀ। ਤੇ ਯੂਕੇ ਦੇ ਵਿੱਚ ਪੰਜਾਬੀ ਭਾਸ਼ਾ ਮੁਹਿੰਮ ਲਹਿਰ ਕੈਂਪੇਨ ਉਦੋਂ ਸ਼ੁਰੂ ਹੋਈ ਸੀ ਜਦੋਂ ਅਪ੍ਰੈਲ 2015 ਦੇ ਵਿੱਚ ਯੂਕੇ ਗਵਰਨਮੈਂਟ ਨੇ ਕਿਹਾ ਸੀ ਕਿ ਅਸੀਂ ਪੰਜਾਬੀ ਏ ਲੈਵਲ ਬੰਦ ਕਰ ਦੇਣੇ ਆ, ਕਿਉਂਕਿ ਪੰਜਾਬੀ ਏ ਲੈਵਲ ਦੇ ਇਮਤਿਹਾਨ ਦੇਣ ਵਾਲਾ ਕੋਈ ਨਹੀਂ ਹੈਗਾ ਤੇ ਗੁੱਡ ਟੀਚਰ ਨਹੀਂ ਹੈਗੇ। ਤੇ ਉਦੋਂ ਫਿਰ ਯੂਕੇ ਦੇ ਸਾਰੇ ਪੰਜਾਬੀਆਂ ਨੂੰ ਇੱਕ ਬੜਾ ਝਟਕਾ ਲੱਗਾ ਤੇ ਸਾਰਿਆਂ ਨੇ ਰਲ ਕੇ ਕੈਂਪੇਨ ਕੀਤੀ। ਦੇਸੀ ਰੇਡੀਓ ਤੇ ਵੀ ਅਸੀਂ ਆਏ ਸੀਗੇ, ਡਾਕਟਰ ਰਾਜ ਸਿੰਘ ਹੋਣੀ ਤੇ ਆਪਾਂ ਸਾਰਿਆਂ ਨੇ ਇਕੱਠੇ ਪ੍ਰੋਗਰਾਮ ਵੀ ਕੀਤੇ ਸੀਗੇ ਦੇਸੀ ਰੇਡੀਓ ਤੋਂ। ਫਿਰ ਸਾਰੀ ਮੁਹਿੰਮ ਜਿਹੜੀ ਸੀਗੀ ਉਹ ਆਪਾਂ ਮੋਰਚਾ ਜਿੱਤ ਲਿਆ ਸੀਗਾ। ਹੁਣ ਆਪਣੇ ਸਾਹਮਣੇ ਜਿਹੜਾ ਵਾ ਇੱਕ ਹੋਰ ਚੈਲੰਜ ਹੈ, ਜਿਹੜਾ ਨੈਕਸਟ ਮਾਰਚ 21/3/21 ਨੂੰ ਸੈਂਸਸ ਡੇ ਜਿਹੜਾ ਵਾ ਬ੍ਰਿਟਿਸ਼ ਪਾਰਲੀਮੈਂਟ ਨੇ ਨਿਯਤ ਕੀਤਾ ਵਾ। ਉਦੋਂ ਆਪਣਾ ਇੱਥੇ ਸੈਂਸਸ ਹੋ ਰਿਹਾ ਵਾ, ਔਰ ਸੈਂਸਸ ਦੇ ਵਿੱਚ ਪੰਜਾਬੀ ਭਾਸ਼ਾ ਜਿਹੜੀ ਆ ਉਹਦਾ ਇੱਕ ਸੈਂਸਸ ਫਾਰਮ ਦੇ ਵਿੱਚ ਖਾਨਾ ਹੋਣਾ ਵਾ, ਜਿਹਦੇ ਵਿੱਚ ਇਹ ਪੁੱਛਿਆ ਜਾਣਾ ਵਾ ਕਿ ਦੱਸੋ ਤੁਹਾਡੇ ਘਰਾਂ 'ਚ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ। ਔਰ ਉਹਦੇ ਵਿੱਚ ਆਪਾਂ ਭਾਸ਼ਾ ਆਪਣੀ ਮਰਜ਼ੀ ਨਾਲ ਲਿਖਣੀ ਹੈ ਜਿਹੜੀ ਆਪਾਂ ਬੋਲਦੇ ਹਾਂ ਘਰਾਂ ਦੇ ਵਿੱਚ। ਤੇ ਹੋਇਆ ਕੀ ਸੀਗਾ ਕਿ 2001 ਦੇ ਵਿੱਚ ਪੰਜਾਬੀ ਭਾਸ਼ਾ ਜਿਹੜੀ ਦੂਸਰੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਸੀ ਯੂਕੇ ਦੇ ਵਿੱਚ। ਫਿਰ 2011 ਦੇ ਵਿੱਚ ਇਹ ਹੋਇਆ ਕਿ ਪੋਲਿਸ਼ ਕਮਿਊਨਿਟੀ ਇੱਥੇ ਕਾਫੀ ਜ਼ਿਆਦਾ ਆ ਗਈ ਤੇ ਜਿਹੜੇ ਆਪਣੇ ਪੰਜਾਬੀ ਭੈਣ ਭਰਾ ਸੀਗੇ ਉਹ ਇੰਨੇ ਅਵੇਅਰ ਨਹੀਂ ਸੀਗੇ ਪੰਜਾਬੀ ਭਾਸ਼ਾ ਦੀ ਕੀ ਅਹਿਮੀਅਤ ਹੈ ਇੱਥੇ, ਤੇ ਉਹਨਾਂ ਨੇ ਆਪਣੀ ਪੰਜਾਬੀ ਭਾਸ਼ਾ ਲਿਖਾਈ ਨਹੀਂ। ਤੇ ਜਿਹੜੇ ਪੋਲਿਸ਼ ਸੀਗੇ ਉਹ 5,46,000 ਲੋਕਾਂ ਨੇ ਕਿਹਾ ਸੀਗਾ ਕਿ ਸਾਡੇ ਘਰਾਂ ਦੇ ਵਿੱਚ ਪੋਲਿਸ਼ ਬੋਲੀ ਜਾਂਦੀ ਆ, ਤੇ ਜਿਹੜੇ ਪੰਜਾਬੀ ਸੀਗੇ ਉਹ 2,73,000 ਲੋਕਾਂ ਨੇ ਲਿਖ ਕੇ ਦਿੱਤਾ ਸੀ ਕਿ ਅਸੀਂ ਘਰਾਂ ਦੇ ਵਿੱਚ ਪੰਜਾਬੀ ਬੋਲਦੇ ਹਾਂ। ਹਾਲਾਂਕਿ ਜਿਹੜੀ ਪੰਜਾਬੀਆਂ ਦੀ 2011 ਵੇਲੇ ਜਿਹੜੀ ਆਬਾਦੀ ਸੀਗੀ ਇੱਥੇ ਯੂਕੇ ਦੇ ਵਿੱਚ ਉਹ ਇਸ ਤੋਂ ਦੁੱਗਣੀ ਤਿੱਗਣੀ ਸੀਗੀ। ਜੇ ਆਪਾਂ ਪਾਕਿਸਤਾਨ ਵਾਲੇ ਪੰਜਾਬੀ ਭਰਾਵਾਂ ਨੂੰ ਨਾਲ ਮਿਲਾ ਲਈਏ ਫਿਰ ਤਾਂ ਚੌਕੜੀ ਕਹਿ ਸਕਦੇ ਹਾਂ। ਹਰਮੀਤ ਸਿੰਘ ਜੀ, ਮੈਂ ਥੋੜੀ ਗੱਲ ਨੂੰ ਕੱਟ ਰਿਹਾ। ਸੋ ਅਗਰ ਪੰਜਾਬੀ ਇੰਨੀ ਗਿਣਤੀ ਵਿੱਚ ਇੱਥੇ ਹਨ ਤਾਂ ਕੀ ਉਹਨਾਂ ਦੇ ਘਰਾਂ ਵਿੱਚ ਪੰਜਾਬੀ ਬੋਲੀ ਜਾਂਦੀ ਹੈ ਜਾਂ ਨਹੀਂ ਬੋਲੀ ਜਾਂਦੀ, ਜਾਂ ਕੀ ਉਹ ਇਸ ਪ੍ਰਤੀ ਅਵੇਅਰ ਨਹੀਂ ਹੈਗੇ ਕਿ ਜੇ ਅਸੀਂ ਬੋਲਦੇ ਪੰਜਾਬੀ ਹੈ ਤਾਂ ਲਿਖਾਈਏ ਪੰਜਾਬੀ, ਜਾਂ ਉਹਨਾਂ ਦੇ ਘਰਾਂ 'ਚ ਪੰਜਾਬੀ ਬੋਲੀ ਹੀ ਨਹੀਂ ਜਾਂਦੀ? ਤੁਸੀਂ ਬਹੁਤ ਵਧੀਆ ਸਵਾਲ ਕੀਤਾ, ਮੈਂ ਉਧਰ ਹੀ ਆ ਰਿਹਾ ਸੀਗਾ। ਮਤਲਬ ਕਹਿਣ ਦਾ ਹੈ ਕਿ 75% ਪੰਜਾਬੀਆਂ ਨੇ ਇਹ ਨਹੀਂ ਲਿਖਾਇਆ ਕਿ ਸਾਡੀ ਭਾਸ਼ਾ ਜਿਹੜੀ ਆ ਘਰਾਂ 'ਚ ਬੋਲੀ ਜਾਣ ਵਾਲੀ ਪੰਜਾਬੀ ਆ। ਉਹਦੇ ਦੋ ਮੁੱਖ ਕਾਰਨ ਆ ਜੀ। ਇੱਕ ਤੇ ਪਹਿਲਾ ਕਾਰਨ ਇਹ ਆ ਕਿ ਉਹ ਅਵੇਅਰ ਨਹੀਂ ਸੀ, ਜਿਹੜਾ ਤੁਸੀਂ ਖੁਦ ਹੀ ਕਹਿ ਦਿੱਤਾ ਵਾ, ਹਨਾ। ਤੇ ਦੂਸਰਾ ਇਹ ਆ ਕਿ ਇੱਕ ਇਨਫੀਰੀਟੀ ਕੰਪਲੈਕਸ ਜਿਹੜਾ ਵਾ ਬੜੇ ਚਿਰ ਜਦੋਂ ਤੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਗਿਆ ਵਾ ਉਦੋਂ ਤੋਂ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਸੀਗੀ ਕਿ ਜਿਹੜੀ ਪੰਜਾਬੀ ਭਾਸ਼ਾ ਵਾ ਇਹ ਬੂਝੜਾਂ ਦੀ ਭਾਸ਼ਾ ਵਾ, ਇਹ ਅਨਪੜ੍ਹਾਂ ਦੀ ਭਾਸ਼ਾ ਵਾ, ਇਹਦੇ ਵਿੱਚ ਗਾਲੀ ਗਲੋਚ ਹੀ ਹੋ ਸਕਦਾ ਵਾ। ਤੇ ਹਾਲਾਂਕਿ ਪੰਜਾਬੀ ਭਾਸ਼ਾ ਆਪਾਂ ਸਾਰੇ ਜਾਣਦੇ ਹਾਂ ਗੁਰੂਆਂ ਪੀਰਾਂ ਪੈਗੰਬਰਾਂ ਦੀ ਭਾਸ਼ਾ ਆ, ਹੈਨਾ ਜੀ। ਤੇ ਉਹ ਜਿਹੜਾ ਇਨਫੀਰੀਟੀ ਕੰਪਲੈਕਸ ਆ ਉਹ ਹੌਲੀ ਹੌਲੀ ਹੁਣ ਦੂਰ ਹੋ ਰਿਹਾ ਵਾ। ਹੁਣ ਜਿਸ ਤਰ੍ਹਾਂ ਜੇ ਕੋਈ ਗਵਰਨਮੈਂਟ ਚੰਗਾ ਕੰਮ ਕਰਦੀ ਆਪਾਂ ਨੂੰ ਚੰਗਾ ਕਹਿਣਾ ਚਾਹੀਦਾ, ਕਿਉਂਕਿ ਪੰਜਾਬ ਗਵਰਨਮੈਂਟ ਦੀ ਕੈਪਟਨ ਸਰਕਾਰ ਨੇ ਇੱਕ ਬਹੁਤ ਬੜਾ ਵਧੀਆ ਪ੍ਰੋਗਰਾਮ ਚਲਾਇਆ, ਉਹਨੂੰ ਕਹਿੰਦੇ ਕਨੈਕਟ ਟੂ ਰੂਟਸ ਪ੍ਰੋਗਰਾਮ। ਤੇ ਉਹ ਹਿੰਦੁਸਤਾਨ ਦੀ ਸਰਕਾਰ ਦੇ ਨਾਲ ਮਿਲ ਕੇ ਇੱਥੋਂ ਬੱਚੇ ਲੈ ਕੇ ਜਾਂਦੇ ਆ, ਉਹਨਾਂ ਨੂੰ ਇੰਡੀਅਨ ਪੰਜਾਬ ਦੇ ਵਿੱਚ ਲਿਜਾ ਕੇ ਪਿੰਡਾਂ 'ਚ ਘੁਮਾਉਂਦੇ ਆ, ਸਾਰਾ ਦਿਖਾਉਂਦੇ ਆ ਕਲਚਰ, ਔਰ ਫਿਰ ਵਾਪਸ ਲੈ ਆਉਂਦੇ। ਬਹੁਤ ਵਧੀਆ ਪ੍ਰੋਗਰਾਮ ਆ। ਤੇ ਇਸੇ ਤਰ੍ਹਾਂ ਪਾਕਿਸਤਾਨੀ ਪੰਜਾਬ ਦੇ ਅਜੇ ਤੱਕ ਨਹੀਂ ਇਹੋ ਜਿਹਾ ਪ੍ਰੋਗਰਾਮ ਕੋਈ ਸ਼ੁਰੂ ਕੀਤਾ, ਉਹ ਆਪਣੇ ਤੋਂ ਵੀ ਪਿੱਛੇ ਆ। ਤੇ ਆਪਾਂ ਅੱਜ ਗੱਲ ਕਰ ਰਹੇ ਹਾਂ ਸੈਂਸਸ ਦੀ, ਤੇ ਸੈਂਸਸ ਦਾ ਇਹੀ ਆਪਣੇ ਦੋ ਮੁੱਖ ਕਾਰਨ ਹੈ, ਇੱਕ ਤਾਂ ਅਵੇਅਰ ਨਹੀਂ, ਇੱਕ ਇਨਫੀਰੀਟੀ ਕੰਪਲੈਕਸ। ਔਰ ਦੋਨੋਂ ਹੀ ਜਿਹੜੇ ਆ ਆਪਾਂ ਹੌਲੀ ਹੌਲੀ ਜਿਹੜੇ ਆ ਸਮੇਂ ਦੇ ਨਾਲ ਇਨਫੀਰੀਟੀ ਕੰਪਲੈਕਸ ਦੂਰ ਹੋ ਰਿਹਾ ਵਾ, ਔਰ ਅਵੇਅਰਨੈਸ ਜਿਹੜੀ ਆ ਉਹ ਤੁਹਾਡੇ ਵਰਗੇ ਭੈਣ ਭਰਾ ਜਿਹੜੇ ਮੀਡੀਆ ਰਾਹੀਂ ਜਿਹੜੇ ਉਹ ਕਰ ਰਹੇ ਆ। ਸੋ ਹਰਮੀਤ ਜੀ, ਮਸਲਾ ਜਿਹੜਾ ਆਪਾਂ ਵਿਚਾਰ ਰਹੇ ਆ ਕੀ ਉਹ ਇਹ ਹੈ ਕਿ ਸਾਨੂੰ ਆਪਣੇ ਘਰਾਂ ਵਿੱਚ ਪੰਜਾਬੀ ਬੋਲਣੀ ਚਾਹੀਦੀ ਆ ਔਰ ਪੰਜਾਬੀ ਭਾਸ਼ਾ ਲਿਖਵਾਉਣੀ ਚਾਹੀਦੀ ਹੈ, ਜਾਂ ਅਸੀਂ ਪੰਜਾਬੀ ਆ ਰਿਗਾਰਡਲੈਸ ਅਸੀਂ ਅੰਗਰੇਜ਼ੀ ਬੋਲਦੇ ਆ ਫਿਰ ਵੀ ਸਾਨੂੰ ਪੰਜਾਬੀ ਲਿਖਾਉਣੀ ਚਾਹੀਦੀ ਹੈ? ਜੀ ਬਿਲਕੁਲ, ਤੁਸੀਂ ਠੀਕ ਆ। ਆਪਾਂ ਜੇ ਘਰਾਂ ਦੇ ਵਿੱਚ ਅੰਗਰੇਜ਼ੀ ਬੋਲਦੇ ਹਾਂ ਤਾਂ ਸਾਨੂੰ ਅੰਗਰੇਜ਼ੀ ਲਿਖਾਉਣੀ ਚਾਹੀਦੀ, ਜੇ ਆਪਾਂ ਘਰਾਂ 'ਚ ਪੰਜਾਬੀ ਬੋਲਦੇ ਹਾਂ ਸਾਨੂੰ ਪੰਜਾਬੀ ਲਿਖਾਉਣੀ ਚਾਹੀਦੀ। ਜਿਹੜੀ ਭਾਸ਼ਾ ਆਪਾਂ ਘਰਾਂ 'ਚ ਬੋਲਦੇ ਹਾਂ ਆਪਾਂ ਨੂੰ ਲਿਖਾਉਣੀ ਉਹੋ ਹੀ ਚਾਹੀਦੀ, ਇਹ ਗੱਲ ਸਹੀ ਆ।
ਲੇਕਿਨ ਆਪਾਂ ਨੂੰ 1 ਸਾਲ ਪਹਿਲਾਂ ਹੀ ਆਪਾਂ ਰੌਲਾ ਰੱਪਾ ਪਾਉਣ ਦਾ ਮਕਸਦ ਹੀ ਇਹੋ ਸੀਗਾ ਕਿ ਆਪਾਂ ਸਾਰੇ ਪੰਜਾਬੀਆਂ ਨੂੰ ਅਵੇਅਰ ਕਰੀਏ ਵੀ ਤੁਸੀਂ ਘਰਾਂ ਦੇ ਵਿੱਚ ਪੰਜਾਬੀ ਬੋਲੋ, ਤਾਂ ਕਿ ਜਦੋਂ ਤੁਸੀਂ ਉਹਦੇ ਵਿੱਚ ਫਾਰਮ ਦੇ ਵਿੱਚ ਲਿਖੋ ਵੀ ਸਾਡੇ ਘਰਾਂ 'ਚ ਪੰਜਾਬੀ ਬੋਲੀ ਜਾਂਦੀ ਆ, ਫਿਰ ਤੁਹਾਨੂੰ ਗਿਲਟੀ ਫੀਲ ਨਾ ਹੋਵੇ, ਫਿਰ ਤੁਸੀਂ ਕੋਈ ਗਲਤ ਇਹ ਨਾ ਸੋਚੋ ਕਿ ਅਸੀਂ ਗਲਤ ਕਰ ਰਹੇ ਹਾਂ। ਔਰ ਇਹਦਾ ਅਸਰ ਕਾਫੀ ਹੋ ਰਿਹਾ ਵਾ। ਹੁਣ ਦੇਖੋ ਕਿ ਤੁਹਾਡਾ ਨਾਂ ਆ ਬਿੱਟੂ ਖੰਗੂੜਾ। ਹਾਂਜੀ। ਹੁਣ ਖੰਗੂੜਾ ਜੇ ਆਪਾਂ ਅੰਗਰੇਜ਼ੀ 'ਚ ਲਿਖਣਾ ਹੋਵੇ ਤੇ ਕਿੱਦਾਂ ਲਿਖਾਂਗੇ? ਨਹੀਂ ਲਿਖਿਆ ਜਾ ਸਕਦਾ। ਜਾਣੀ ਕਿ ਸਿੱਧਾ ਲਿਖਣਾ ਤੇ ਔਖਾ, ਬਸ ਅੰਦਾਜ਼ਾ ਹੀ ਲਾਇਆ ਜਾਂਦਾ। ਅੰਦਾਜ਼ਾ ਲਾਇਆ ਜਾਂਦਾ। ਹਾਂਜੀ। ਹੁਣ ਦੇਖੋ ਜੇ ਕਿ ਇੱਥੇ ਯੂਕੇ ਬਾਹਰ ਜਿਹੜੇ ਬੱਚੇ ਆ ਉਹ ਖੰਗੂੜਾ ਬੋਲ ਵੀ ਨਹੀਂ ਸਕਦੇ, ਰਾੜਾ ਨਹੀਂ ਬੋਲ ਸਕਦੇ। ਹਾਂਜੀ, ਕਾਫੀ ਹੱਦ ਤੱਕ ਤੁਹਾਡੀ ਗੱਲ ਸਹੀ ਹੈ। ਹਾਂਜੀ ਹਾਂ ਬਿਲਕੁਲ, ਕਿਉਂਕਿ ਉਹ ਇੰਗਲਿਸ਼ ਅਲਫਾਬੈਟ ਦੇ 26 ਅੱਖਰ ਆ ਤੇ ਜਿਹੜੇ ਪੰਜਾਬੀ ਦੇ ਉਹ 35 ਅੱਖਰ ਆ। ਇੰਗਲਿਸ਼ ਅਲਫਾਬੈਟ ਜਿਹੜਾ ਇੰਗਲਿਸ਼ ਬੋਲਣ ਵਾਲੇ ਬੱਚੇ ਆ, ਇੱਥੋਂ ਦੇ ਬ੍ਰਿਟਿਸ਼ ਬੋਰਨ ਬੱਚੇ ਆ, ਉਹਨਾਂ ਦਾ ਵੋਕਲ ਸੈੱਟ ਹੋ ਜਾਂਦਾ ਇੰਗਲਿਸ਼ ਅਲਫਾਬੈਟ ਦੇ ਹਿਸਾਬ ਦੇ ਨਾਲ। ਤੇ ਉਹ ਮਤਲਬ ਅੰਗਰੇਜ਼ ਜੇ ਆਪਾਂ ਪੰਜਾਬੀ ਵੀ ਨਾਲ ਉਹਨਾਂ ਨੂੰ ਸਿਖਾਵਾਂਗੇ ਤੇ ਫਿਰ ਉਹਨਾਂ ਦਾ ਵੋਕਲ ਜਿਹੜਾ ਵਾ ਉਹ 100% ਡਿਵੈਲਪ ਹੋਊਗਾ। ਇਹਦਾ ਮਤਲਬ ਹਰਮੀਤ ਜੀ ਆਪਣੇ ਕੋਲ ਲਾਈਨ ਤੇ ਰੂਪ ਢਿੱਲੋਂ ਜੀ ਨੇ, ਕਿਉਂਕਿ ਉਹ ਇੱਥੋਂ ਦੇ ਬੋਰਨ ਨੇ ਔਰ ਪੰਜਾਬੀ ਵਿੱਚ ਲਿਖਦੇ ਨੇ। ਇਸ ਵਿਸ਼ੇ ਤੇ ਮੈਨੂੰ ਲੱਗਦਾ ਜੇ ਆਪਾਂ ਉਹਨਾਂ ਦੇ ਵਿਚਾਰ ਲਈਏ ਉਹ ਕਾਫੀ ਆਪਾਂ ਨੂੰ ਜਾਣਕਾਰੀ ਦੇ ਸਕਦੇ। ਰੂਪ ਜੀ ਤੁਹਾਡਾ ਸਵਾਗਤ ਹੈ ਦੇਸੀ ਰੇਡੀਓ ਤੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਰੂਪ ਜੀ, ਜਿੱਦਾਂ ਕਿ ਇਹ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ ਕਿ ਪੰਜਾਬੀ ਭਾਸ਼ਾ ਚੇਤਨਾ ਜਿਹੜੀ ਹੈ, ਪੰਜਾਬੀ ਭਾਸ਼ਾ ਪ੍ਰਤੀ ਅਵੇਅਰਨੈਸ ਆ ਜਿਹੜੀ ਉਹ ਜ਼ਰੂਰੀ ਹੈ ਤਾਂ ਕਿ ਅਸੀਂ ਆਪਣੇ ਘਰਾਂ 'ਚ ਪੰਜਾਬੀ ਬੋਲੀਏ ਔਰ 2021 ਦੀ ਜਨਗਣਨਾ ਦੇ ਵਿੱਚ ਜਾਂ ਜਿਹੜੀ ਸੈਂਸਸ ਦੇ ਵਿੱਚ ਪੰਜਾਬੀ ਲਿਖਵਾ ਸਕੀਏ ਤਾਂ ਕਿ ਸਾਡੀ ਜਿਹੜੀ ਪੰਜਾਬੀ ਬੋਲੀ ਹੈ ਯੂਕੇ 'ਚ 2001 ਵਾਂਗੂ ਦੂਜੇ ਨੰਬਰ ਤੇ ਆ ਜਾਵੇ। ਸੋ ਕਿਉਂਕਿ ਤੁਸੀਂ ਇੱਥੋਂ ਦੇ ਬੋਰਨ ਹੋ ਔਰ ਤੁਸੀਂ ਬੜੀ ਮਿਹਨਤ ਕਰਕੇ ਪੰਜਾਬੀ ਸਿੱਖੀ ਹੈ, ਤੁਹਾਨੂੰ ਕੀ ਲੱਗਦਾ ਇਹਦੇ ਬਾਰੇ, ਕੀ ਵਿਚਾਰ ਆ ਤੁਹਾਡੇ? ਮੈਂ ਆਸ਼ੀਸ਼ ਸਮੇਤ ਜੋ ਹੁਣ ਤੱਕ ਤੁਸੀਂ ਸਾਰਿਆਂ ਨੇ ਕਿਹਾ ਆ, ਸਾਡੇ ਘਰ ਅਸੀਂ ਕੋਸ਼ਿਸ਼ ਕਰਦੇ ਹਾਂ ਦੋਨੋਂ ਚੀਜ਼ਾਂ ਕਰਨ। ਨੈਚੁਰਲੀ ਕਿਉਂਕਿ ਅਸੀਂ ਇੱਥੇ ਪਾਰੇ ਹੋਏ ਆ, ਸਾਨੂੰ ਅੰਗਰੇਜ਼ੀ ਬੋਲਣੀ ਥੋੜੀ ਜਿਹੀ ਸੌਖੀ ਲੱਗਦੀ ਆ ਕਿਉਂਕਿ ਆਦਤ ਆ, ਪਰ ਥੋੜਾ ਜਿਹਾ ਆਪਣੇ ਆਪ ਨੂੰ ਹਿੰਮਤ ਕਰਨੀ ਪੈਂਦੀ ਆ। ਹੁਣ ਅਸੀਂ ਨੈਚੁਰਲੀ ਬਿਨਾਂ ਸੋਚਣ ਤੋਂ ਬਗੈਰ ਆਪਣੇ ਮਾਂ-ਬਾਪ ਨਾਲ ਜੋ ਪੰਜਾਬ ਤੋਂ ਆਏ ਅਸੀਂ ਪੰਜਾਬੀ 'ਚ ਬੋਲਣ ਲੱਗ ਜਾਂਦੇ, ਜਿੱਦਾਂ ਉਹ ਹੁਣ ਬੋਲਦਾ ਆ, ਭਾਵੇਂ ਖੇਡ ਪੰਜਾਬੀ ਨਹੀਂ ਹੈਗੀ ਪਰ ਬੋਲ ਲੈਂਦੇ ਆ। ਆਦਤ ਬਣਾਉਣੀ ਹੈਗੀ ਆ ਬੱਚਿਆਂ ਨਾਲ ਬੋਲਣ। ਇਹ ਚੈਲੰਜ ਹੈ ਇਹ, ਕਿਉਂਕਿ ਨੈਚੁਰਲੀ ਉਹ ਉਹਨਾਂ ਨੇ ਵੀ ਜਵਾਬ ਅੰਗਰੇਜ਼ੀ 'ਚ ਹੀ ਦੇਣਾ। ਠੀਕ। ਸੋ ਹੁਣ ਅਸੀਂ ਤਾਂ ਸਾਡੇ ਘਰ 'ਚ ਸਿਸਟਮ ਏਦਾਂ ਦੀ ਬਣਾਈ ਹੋਈ ਹੈ, ਜਦ ਵੀ ਮੌਕਾ ਮਿਲੇ ਅਸੀਂ ਪੰਜਾਬੀ ਬੋਲਦੇ ਹਾਂ। ਹੁਣ ਇਹਦਾ ਅਸਰ ਪਿਆ ਹੈਗਾ ਆ। ਪਹਿਲਾਂ ਜਦੋਂ ਮੇਰੇ 2 ਮੁੰਡੇ ਨਿੱਕੇ ਸਨ, ਉਹ ਦਿਨਾਂ 'ਚ ਉਹਨਾਂ ਨੂੰ ਨਾਲ ਆਪਣੇ ਆਪ ਨੂੰ ਵੀ ਬੁਲਾਣਾ ਸਿਖਾਉਂਦਾ ਸੀਗਾ, ਉਹਨਾਂ ਨੂੰ ਵੀ। ਉਹਦੇ ਕਰਕੇ ਫਿਰ ਸ਼ੁਰੂ ਦੇ ਥੋੜੀ ਜਿਹੀ ਅਸਰ ਪਈ। ਫਿਰ ਜਾਣ ਕੇ ਪੰਜਾਬੀ ਹਿੰਦੀ ਫਿਲਮਾਂ ਵੀ ਲਾਉਂਦਾ ਹੁੰਦਾ ਸੀ ਜਦੋਂ ਬੱਚੇ ਸਭ, ਉਹਦਾ ਵੀ ਥੋੜਾ ਜਿਹਾ ਅਸਰ ਪਿਆ। ਪਰ ਉਹ ਫੇਰ ਵੀ ਜੱਕਦੇ ਆ ਪੰਜਾਬੀ ਬੋਲਣ, ਪਰ ਹੁਣ ਹਿੰਮਤ ਕਰਦੇ ਆ ਕਿਉਂਕਿ ਮੈਂ ਆਪ ਐਫਰਟ ਬਣਾ ਰਿਹਾ ਆਪਣੇ ਆਪ ਨੂੰ ਸਿਖਾਉਣ, ਆਪ ਲਿਖਣ ਤੇ ਸਾਰਾ ਕੁਝ ਜੋ ਤੁਹਾਨੂੰ ਮੇਰੇ ਬਾਰੇ ਪਤਾ ਹੈਗਾ ਕੱਲ ਉਹਦੇ ਦੇ ਅਸਰ ਥੋੜੀ ਜਿਹੀ ਪੈ ਜਾਂਦੀ ਹੈ ਕਿਉਂਕਿ ਉਹ ਦੇਖ ਰਿਹਾ ਤੇ ਇਹ ਕਰਦਾ ਅਸੀਂ ਵੀ ਕਰੀਏ। ਮੇਰਾ ਜਿਹੜਾ ਵੱਡਾ ਮੁੰਡਾ ਆ, ਭਾਵੇਂ ਉਹ ਗ੍ਰਾਮੈਟਿਕਲੀ ਨਹੀਂ ਸਹੀ ਪੰਜਾਬੀ ਬੋਲਦਾ ਤੇ ਉਹ ਤੋਂ ਨਿਰਾਰੇ ਕਹਿ ਹੁੰਦੇ ਆ ਕਿ ਉਹ ਬਹੁਤ ਕੋਸ਼ਿਸ਼ ਕਰਦਾ, ਜਦ ਵੀ ਉਹਨਾਂ ਦੇ ਨਾਲ ਕੋਈ ਪੰਜਾਬੀ ਬੋਲਣ ਵਾਲਾ ਹੁੰਦਾ ਹੈ ਉਹ ਜਵਾਬ ਪੰਜਾਬੀ ਦੇਣ ਦੀ ਕੋਸ਼ਿਸ਼ ਕਰਦਾ ਹੀ ਕਰਦਾ ਹੈ। ਸੋ ਰੂਪ ਜੀ, ਅਗਰ ਤੁਸੀਂ ਇੱਥੋਂ ਦੇ ਬੋਰਨ ਹੋ ਕੇ ਇੰਨਾ ਐਫਰਟ ਕਰ ਸਕਦੇ ਹੋ ਕਿ ਆਪਣੇ ਬੱਚਿਆਂ ਨਾਲ ਪੰਜਾਬੀ ਬੋਲਣ ਦਾ, ਸੋ ਜਿਹੜੇ ਸਾਡੇ ਵਰਗੇ ਪੰਜਾਬ ਤੋਂ ਆਏ ਹੋਏ ਨੇ, ਸੋ ਉਹਨਾਂ ਲਈ ਤਾਂ ਬੜਾ ਸੌਖਾ ਹੀ ਐਫਰਟ ਕਰਨਾ ਕਿ ਨਹੀਂ? ਹਾਂਜੀ ਹਾਂਜੀ, ਕਿਉਂਕਿ ਸਿੱਧੀ ਗੱਲ ਹੈਗੀ ਹੈ, ਜਿਹੜੇ ਕਰਦੇ ਨਹੀਂ ਨਾ ਹੈਗੇ ਗੋਰੇ ਨੂੰ ਲੇਜ਼ੀ ਸਕਦੇ, ਆਪਾਂ ਸਕਦੇ ਸੁਸਤ ਬਣ ਰਹੇ ਆ। ਉਹ ਆਪਣੇ ਆਪ ਦੇ ਪੈਰ ਦੇ ਖਵਾੜੀ ਮਾਰ ਰਹੇ ਆ, ਬਾਅਦ ਨਾ ਉਹ ਕਿਉਂ ਫਿਰ ਬੱਚੇ ਥੋੜੇ ਸੱਭਿਆਚਾਰ ਤੋਂ ਪਰੇ ਹੋ ਗਏ, ਵਾਂਝਾ ਹੋਣਾ ਹੀ ਹੋਣਾ ਆ। ਇਹ ਨੈਚੁਰਲੀ ਆ, ਜਦੋਂ ਆਪਾਂ ਗੋਰਿਆਂ ਦੇ ਦੇਸ਼ 'ਚ ਰਹਿ ਰਹੇ ਹਾਂ ਅਸੀਂ ਗੋਰਿਆਂ ਨੂੰ ਬਣਨਾ ਹੀ ਬਣਨਾ ਆ। ਤੇ ਫਿਰ ਜੇ ਤੁਸੀਂ ਥੋੜਾ ਜਿਹਾ ਵੀ ਕੁਝ ਆਪਣੇ ਇਤਿਹਾਸ ਦਾ ਨਾਂ ਲੈ ਕੇ ਹੋਣੇ ਚਾਹੁੰਦੇ ਆ, ਵਿਰਸਾ ਦਾ ਲੈ ਕੇ ਹੋਣੇ, ਤੁਹਾਨੂੰ ਆਪ ਹਿੰਮਤ ਬਣਾਉਣੀ ਪੈਣੀ ਆ। ਜਿਹੜੇ ਮਾਝੀ ਅੱਕੇ ਥੱਕੇ ਹੈਗੇ ਕੰਮ ਤੋਂ, ਤੁਹਾਨੂੰ ਆਪ ਹਿੰਮਤ ਬਣਾਉਣੀ ਪੈਣੀ ਆ ਬੱਚਿਆਂ ਨਾਲ ਪੰਜਾਬੀ ਬੋਲਣ। ਹੁਣ ਜਦੋਂ ਮੈਂ ਪਾਲਿਆ ਸੀਗਾ, ਮੇਰੇ ਮਾਂ ਪਿਓ ਨੇ ਸ਼ੌਪ ਤੇ ਦੁਕਾਨ ਚਲਾਈ ਹੈ ਇੱਥੇ। ਹਾਂਜੀ। ਹੁਣ ਦੁਕਾਨ 'ਚ ਗਾਹਕ ਗੋਰੇ ਆ, ਅੰਗਰੇਜ਼ੀ ਬੋਲਦੇ ਆ, ਪਰ ਬਿਨਾਂ ਪੁੱਛਣ ਤੋਂ ਉਹਨਾਂ ਨੇ ਤਾਂ ਮੈਨੂੰ ਕਿਹਾ ਵੀ ਨੀਗਾ ਘਰ ਪੰਜਾਬੀ ਬੋਲ। ਬਿਨਾਂ ਪੁੱਛਣ ਤੋਂ ਆਟੋਮੈਟਿਕਲੀ ਜਦ ਪੈਰ ਨਾ ਘਰ 'ਚ ਰੱਖਿਆ, ਘਰ 'ਚ ਡੈਡ ਤੇ ਮਾਮ ਜਿਸ ਪੰਜਾਬੀ ਬੋਲਦੇ ਸੀਗੇ। ਬਿਲਕੁਲ। ਫਿਰ ਅਸੀਂ ਸੋਚਣ ਤੋਂ ਬਿਨਾਂ ਆਪ ਬੋਲਦੇ ਹਾਂ, ਭਾਵੇਂ ਤੇ ਆਪਸ ਵਿੱਚ ਇੰਟੀਮੇਟ ਕਰਦੇ ਹੋਣਗੇ ਅੰਗਰੇਜ਼ੀ ਜਿੱਥੇ ਕੀਤਾ ਵੀ ਸੀਗਾ, ਉਹਨਾਂ ਨਾਲ ਆਟੋਮੈਟਿਕਲੀ ਘੁੰਮ ਕੇ ਪੰਜਾਬੀ 'ਚ ਬੋਲੀ ਦਾ। ਸੋ ਤੁਹਾਨੂੰ ਆਦਤ ਬਣਾਉਣੀ ਪੈਣੀ ਆਪਣੇ ਘਰ 'ਚ ਖੁਦ ਬੋਲਣ।
ਜੇ ਤੁਸੀਂ ਨਹੀਂ ਬੋਲਦੇ ਅਸਰ ਹੁੰਦਾ ਨਹੀਂ। ਤੇ ਹੋਰ ਵੀ ਤਰੀਕੇ ਹੈਗੇ ਹੁਣ ਜਿਨ੍ਹਾਂ ਦੇ ਫਰਜ਼ ਕਰੋ ਇਹ ਨਹੀਂ ਮੌਕਾ ਮਿਲਿਆ, ਹਲੇ ਵੀ ਚਾਂਸ ਹੈਗਾ ਜੋ ਹਰਮੀਤ ਕਹਿ ਰਹੇ ਆ ਕਰਨ। ਮੇਰੇ ਬੱਚੇ ਦਾ ਏਦਾਂ ਹੋਇਆ, ਜਿਹੜਾ ਮੇਰਾ ਛੋਟਾ ਮੁੰਡਾ ਆ ਉਹ ਜਾਪਦਾ ਵਾਪਸ ਪੰਜਾਬੀ ਬੋਲਣ, ਪਰ ਕਿਉਂਕਿ ਉਹਦੇ ਸਾਹਮਣੇ ਮੈਂ ਬੋਲਦਾ ਰਹਿੰਦਾ ਆ ਤੇ ਪੰਜਾਬੀ ਚ ਕਰਦਾ ਰਹਿੰਦਾ ਆ, ਜਿਹੜੀ ਸਵਾਲ ਵੀ ਹੈ ਪੰਜਾਬੀ ਦੀ ਉਹਦੇ ਖਾਨੇ ਪਾ ਹਟੀ ਆ। ਸੋ ਜੇ ਮੈਂ ਕੁਛ ਪੰਜਾਬੀ ਚ ਕਿਹਾ, ਜੇ ਤੁਸੀਂ ਵੀ ਆ ਕੇ ਕੁਛ ਪੰਜਾਬੀ ਕਿਹਾ, ਉਹਨੇ ਸਮਝ ਲੈਣਾ ਤੇ ਉਹਨੇ ਕਰ ਲੈਣਾ ਜੋ ਤੁਸੀਂ ਕਹਿੰਦੇ ਆ। ਹੁਣ ਉਹਨੇ ਖੁਦ ਆਪ ਪੰਜਾਬੀ ਵੱਲ ਕਦਮ ਚੱਕੇ ਆ, ਕਿਉਂਕਿ ਉਹ ਹੁਣ ਕੀ ਕਰ ਰਿਹਾ ਇਹ ਦੇਖੋ। ਇਹ ਬਹੁਤ ਜ਼ਰੂਰੀ ਚੀਜ਼ ਹੈ। ਤੁਹਾਡਾ ਹੁਣ ਕੰਮ ਹੈ ਕਿ ਤੁਸੀਂ ਰੇਡੀਓ ਸਟੇਸ਼ਨ ਤੇ ਡੀਜੇ ਆ ਨਾ, ਉਹਨੂੰ ਮੈਂ ਦੇਖਿਆ ਅੱਜ ਦੀ ਪੀੜ੍ਹੀ ਦਾ ਮੁੰਡਾ ਆ, ਉਹਨੂੰ ਅਸਰ ਜ਼ਿਆਦਾ ਪੈ ਰਹੀ ਹੈਗੀ ਆ ਸੰਗੀਤ ਤੇ ਗੀਤ ਤੇ। ਮੈਂ ਜਿੰਨਾ ਮਰਜ਼ੀ ਉਹ ਗੁਰਦੁਆਰੇ ਕੋਸ਼ਿਸ਼ ਕਰਨਾ ਜਾਣਾ ਨਹੀਂ ਹੈਗਾ ਪੰਜਾਬੀ ਤੇ ਸਿੱਖਣ, ਪਰ ਜਿੰਨਾ ਸੰਧੂ ਮੂਸੇਵਾਲਾ ਏਪੀ ਢਿੱਲੋਂ ਤੇ ਏਦਾਂ ਦੇ ਲੋਕਾਂ ਨੇ ਅਸਰ ਪਾਇਆ, ਕਿਸੇ ਨੇ ਨਹੀਂ ਪਾਇਆ। ਉਹ 24 ਘੰਟੇ ਉਹਨਾਂ ਦੇ ਹੀ ਗਾਣੇ ਸੁਣਾਇਆ। ਹੌਲੀ ਹੌਲੀ ਆਦਤ ਉਹਦੀ ਪੈ ਗਈ। ਮੈਨੂੰ ਪੁੱਛਣ ਦਾ ਡੈਡ ਇਹਨੇ ਇੱਥੇ ਕੀ ਕਿਹਾ ਆ, ਆਹ ਲਫ਼ਜ਼ ਦਾ ਕੀ ਮਤਲਬ ਆ, ਏਦਾਂ ਸਿੱਖਣ ਲੱਗ ਗਿਆ। ਹੁਣ ਤਿਆਰ ਵੀ ਹੋ ਗਿਆ ਖੁਦ ਉਰਾਣਾ ਆਪ ਸਿੱਖਣ। ਸੋ ਇੰਟਰਸਟ ਪੈਦਾ ਕਰਨ ਦੀ ਗੱਲ ਆ। ਤੇ ਆਪਾਂ ਨੂੰ ਜਿੰਨੇ ਤਰੀਕੇ ਆ ਨਾ ਇੱਥੇ ਦੇ ਬੱਚੇ ਨੂੰ ਨਾਲ ਲੱਗ ਕੇ ਹੁਣ ਵਰਤਣੇ ਪੈਣੇ। ਇੱਕ ਤਾਂ ਹੈਗਾ 35 ਸਿਖਾਉਣ, ਸਭ ਤੋਂ ਵੱਡਾ ਹੈਗਾ ਘਰ ਆਦਤ ਤੋਂ ਪੰਜਾਬੀ ਬੋਲਣ ਦੀ। ਫਿਰ ਤੀਜਾ ਹੈਗਾ ਪੰਜਾਬੀ ਫਿਲਮਾਂ, ਪੰਜਾਬੀ ਸੰਗੀਤ। ਇਹ ਚੀਜ਼ਾਂ ਬਹੁਤ ਜ਼ਰੂਰੀ ਹੈਗੀ ਹੈ ਇਹਨਾਂ ਨੂੰ ਫਲ, ਇਹਨਾਂ ਦੀ ਦਿਲਚਸਪੀ ਫਲ ਮੇਰੇ ਖਿਆਲ ਚ। ਰੂਪ ਜੀ ਇੱਕ ਹਰਮੀਤ ਜੀ ਇੱਕ ਇਹਨਾਂ ਨੇ ਰੂਪ ਜੀ ਨੇ ਗੱਲ ਕਹੀ ਆ ਕਿ ਆਪਣੇ ਪੈਰੀ ਆਪ ਕੁਹਾੜੀ ਮਾਰਨੀ। ਸੋ ਇਹ ਗੱਲ ਕਿਸੇ ਹੱਦ ਤੱਕ ਸਹੀ ਆ, ਪੰਜਾਬੀ ਆਪਣੀ ਬੋਲੀ ਪ੍ਰਤੀ ਅਵੇਅਰ ਨਹੀਂ ਹੈਗੇ। ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹਰਮੀਤ ਜੀ ਇਹਦੇ ਬਾਰੇ? ਜੀ ਬਿਲਕੁਲ ਠੀਕ ਹੈ। ਮੈਂ ਰੂਪ ਜੀ ਨੂੰ ਇਹ ਪੁੱਛਣਾ ਚਾਹੁੰਦਾ ਕਿ ਇਹਨਾਂ ਨੇ ਬ੍ਰਿਟਿਸ਼ ਬੋਰਨ ਹੋ ਕੇ ਪੰਜਾਬੀ ਸਿੱਖ ਕੇ ਕਿੰਨੀਆਂ ਕਿਤਾਬਾਂ ਲਿਖੀਆਂ, ਕਿੰਨੇ ਨਾਵਲ ਲਿਖੇ ਆ, ਤੇ ਇਹ ਕਵਿਤਾਵਾਂ ਵੀ ਲਿਖਦੇ ਆ। ਇਹ ਬੜੀ ਵੱਡੀ ਗੱਲ ਆ ਜੀ। ਇਹ ਇੱਕ ਰੋਲ ਮਾਡਲ ਹੈ। ਇਹਨਾਂ ਨੂੰ ਬੇਨਤੀ ਹੈ ਕਿ ਦੱਸਣ ਤਾਂ ਕਿ ਸਾਰਿਆਂ ਨੂੰ ਪਤਾ ਲੱਗੇ। ਜੀ ਮੈਂ ਅੱਜ ਤੱਕ ਜਿਹੜੀਆਂ ਛਾਪੀਆਂ ਦੀ ਮੈਂ ਗੱਲ ਕਰੂੰਗਾ, ਮੇਰੇ ਅੱਜ ਤੱਕ ਇੱਕ ਕਵਿਤਾ ਦੀ ਕਿਤਾਬ ਤੇ ਨੀਲੀ ਕਹਾਣੀਆਂ ਦੀ ਕਿਤਾਬ ਛਾਪੀ ਗਈ ਆ, ਤੇ ਉਸ ਤੋਂ ਇਲਾਵਾ 5 ਨਾਵਲਾਂ ਹੁਣ ਤੱਕ ਛਾਪੀਆਂ ਗਈਆਂ ਆ। 2-3 ਹਲੇ ਸਿਸਟਮ ਛਾਪੀਆਂ ਆ, ਪਰ ਕਰੋਨਾ ਵਾਇਰਸ ਕਰਕੇ ਹਲੇ ਤੱਕ ਇਹਨਾਂ ਦਾ ਕੋਈ ਕੰਮ ਨਹੀਂ ਬਣਿਆ ਹੈਗਾ। ਸੋ ਹਰਮੀਤ ਜੀ, ਜਿਹੜੇ ਆਪਣਾ ਰੂਪ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ। ਹੁਣ ਅਸੀਂ ਹੋਰ ਲੋਕਾਂ ਨੂੰ ਵੀ ਲਾਈਨ ਤੇ ਲੈ ਕੇ ਆਵਾਂਗੇ। ਥੈਂਕ ਯੂ ਤੁਹਾਡਾ। ਸੋ ਹਰਮੀਤ ਜੀ, ਜਿਹੜੀ ਇਹ ਆਪਣਾ ਰੂਪ ਜੀ ਨੇ ਗੱਲ ਕਹੀ ਹੈ ਕਿ ਆਪਣੇ ਪੈਰੀ ਆਪ ਕੁਹਾੜੀ ਮਾਰਨਾ, ਸੋ ਪੰਜਾਬੀਆਂ ਦੇ ਸੰਬੰਧ ਵਿੱਚ ਇਹ ਕਿੰਨੀ ਕੁ ਸਹੀ ਆ? ਇਹ ਬਿਲਕੁਲ ਠੀਕ ਇਹਨਾਂ ਨੇ ਗੱਲ ਕਹੀ ਹੈ ਜੀ। ਇਹ ਆਪਾਂ ਜੀ ਯੂਕੇ ਦੀ ਗੱਲ ਨਹੀਂ, ਆਪਾਂ ਇੰਟਰਨੈਸ਼ਨਲ ਲੈਵਲ ਤੇ ਦੇਖੀਏ ਨਾ, ਭਾਵੇਂ ਇੰਡੀਆ 'ਚ, ਭਾਵੇਂ ਪਾਕਿਸਤਾਨ 'ਚ, ਭਾਵੇਂ ਹੋਰ ਬਾਹਰਲੇ ਕੰਟਰੀਆਂ ਦੇ ਵਿੱਚ ਆ ਪੰਜਾਬੀ ਭਾਸ਼ਾ ਪ੍ਰਤੀ ਜਾਗਰੂਕਤਾ ਆਉਣੀ ਸ਼ੁਰੂ ਹੋਈ ਆ। ਲੇਕਿਨ ਪੰਜਾਬੀ ਮੀਡੀਆ ਵੱਲੋਂ, ਪੰਜਾਬੀ ਲਿਖਾਰੀਆਂ ਵੱਲੋਂ ਬੜੇ ਚਿਰ ਤੋਂ ਰੌਲਾ ਪਾਇਆ ਜਾ ਰਿਹਾ। ਲੇਕਿਨ ਹੁਣ ਉੱਭਰ ਕੇ ਸਾਹਮਣੇ ਆਈ ਆ, ਇੰਡੀਆ ਦੇ ਵਿੱਚ ਵੀ, ਪਾਕਿਸਤਾਨ ਵੀ, ਇੱਥੇ ਵੀ ਪੰਜਾਬੀ ਅਵੇਅਰ ਹੋਏ। ਹੁਣ ਤਾਂ ਜੇ ਕੋਈ ਵੀ ਬੰਦਾ ਮਾੜੀ ਮੋਟੀ ਗੱਲ ਵੀ ਪੰਜਾਬੀ ਦੇ ਪ੍ਰਤੀ ਗਲਤ ਕਰਦਾ ਵਾ ਤਾਂ ਇੱਕਦਮ ਰੌਲਾ ਪੈ ਜਾਂਦਾ। ਹੁਣ ਕੱਲ ਦੀ ਗੱਲ ਜਿਹੜੀ ਆ ਉਹ ਮੈਂ ਤੁਹਾਨੂੰ ਦੱਸਣੀ ਚਾਹੂੰਗਾ ਕਿ ਸੈਂਸਸ ਵਾਲਿਆਂ ਨੇ ਜੌਬਾਂ ਕੱਢੀਆਂ ਵਾ, ਹਾਂਜੀ, ਔਰ ਉਹ ਜੌਬਾਂ ਦੇ ਵਿੱਚ ਉਹਨਾਂ ਨੇ ਜਿਹੜੀ ਜੌਬ ਡਿਸਕ੍ਰਿਪਸ਼ਨ ਲਿਖੀ ਆ ਨਾ ਜੀ, ਉਹਦੇ ਵਿੱਚ ਉਹਨਾਂ ਨੇ ਪੰਜਾਬੀਆਂ ਨੂੰ, ਇੰਡੀਆ ਸਾਈਡ ਵਾਲੇ ਪੰਜਾਬੀਆਂ ਨੂੰ ਬਿਲਕੁਲ ਇਗਨੋਰ ਹੀ ਕਰ ਦਿੱਤਾ ਜੀ। ਮੈਂ ਉਹ ਪੜ੍ਹ ਕੇ ਤੁਹਾਨੂੰ ਦੱਸਦਾ, ਉਹਦੇ ਵਿੱਚ ਕਮਿਊਨਿਟੀ ਐਡਵਾਈਜ਼ਰ ਵਰਕਿੰਗ ਵਿਦ ਦੀ ਪਾਕਿਸਤਾਨ ਕਮਿਊਨਿਟੀ, ਉਹਦੇ ਵਿੱਚ ਉਹਨਾਂ ਨੇ ਲਿਖਿਆ ਵਾ ਕਿ ਅੰਗਰੇਜ਼ੀ ਦੇ ਨਾਲ ਪੰਜਾਬੀ ਜਾਂ ਉਰਦੂ ਬੋਲਣਾ, ਇਹ ਵੀ ਗਲਤ ਲਿਖਿਆ ਉਹਨਾਂ ਨੇ। ਤੇ ਦੂਸਰੇ ਪਾਸੇ ਉਹਨਾਂ ਨੇ ਲਿਖਿਆ ਕਮਿਊਨਿਟੀ ਐਡਵਾਈਜ਼ਰ ਵਰਕਿੰਗ ਵਿਦ ਦੀ ਇੰਡੀਅਨ ਕਮਿਊਨਿਟੀ, ਉਹਦੇ ਵਿੱਚ ਉਹਨਾਂ ਨੇ ਲਿਖਿਆ ਇੰਗਲਿਸ਼ ਤੇ ਗੁਜਰਾਤੀ। ਸੋ ਇਹਦਾ ਮਤਲਬ ਗੁਜਰਾਤੀ ਕਮਿਊਨਿਟੀ ਇੰਡੀਆ ਤੋਂ ਬਿਲੋਂਗ ਕਰਦੀ ਹੈ। ਦੇਖੋ ਇਹ ਸਾਰਾ ਕੁਝ ਗਲਤ ਹੈ ਵੈਸੇ ਤੇ ਨਾ, ਲੇਕਿਨ ਹੋਣਾ ਚਾਹੀਦਾ ਵਾ। ਜਿਸ ਤਰ੍ਹਾਂ ਆਪਾਂ ਇੰਡੀਆ ਦੇ ਵਿੱਚ ਜਿਹੜੀ ਆਪਣੀ ਪੰਜਾਬੀ ਕਮਿਊਨਿਟੀ ਆ, ਉਹਨੂੰ ਆਪਾਂ ਇਸ ਤਰ੍ਹਾਂ ਕਵਾਂਗੇ ਕਿ ਇੰਡੀਅਨ ਪੰਜਾਬੀ ਕਮਿਊਨਿਟੀ। ਜਿਹੜੀ ਪਾਕਿਸਤਾਨ 'ਚ ਪੰਜਾਬੀ ਕਮਿਊਨਿਟੀ ਰਹਿ ਰਹੀ ਹੈ ਇਸ ਵੇਲੇ, ਆਪਾਂ ਪੰਜਾਬੀ ਬੋਲਣ ਵਾਲੇ ਲੋਕ ਰਹਿ ਰਹੇ ਆ, ਉਹਨਾਂ ਨੂੰ ਆਪਾਂ ਕਵਾਂਗੇ ਪਾਕਿਸਤਾਨੀ ਪੰਜਾਬੀ ਕਮਿਊਨਿਟੀ। ਜਿਹੜੇ ਇੱਥੇ ਰਹਿ ਰਹੇ ਉਹਨਾਂ ਨੂੰ ਆਪਾਂ ਕਵਾਂਗੇ ਬ੍ਰਿਟਿਸ਼ ਪੰਜਾਬੀ ਕਮਿਊਨਿਟੀ। ਬਿਲਕੁਲ ਜੀ। ਉਹ ਜਾਂ ਬ੍ਰਿਟਿਸ਼ ਗੁਜਰਾਤੀ ਕਮਿਊਨਿਟੀ। ਇਹ ਉਹਨਾਂ ਨੇ ਲਿਖਿਆ ਹੀ ਗਲਤ ਆ ਕਿ ਜਿਹੜੇ ਆ ਕਮਿਊਨਿਟੀ ਐਡਵਾਈਜ਼ਰ ਵਰਕਿੰਗ ਵਿਦ ਦੀ ਇੰਡੀਅਨ ਕਮਿਊਨਿਟੀ ਸਪੀਕਿੰਗ ਇੰਗਲਿਸ਼ ਔਰ ਗੁਜਰਾਤੀ। ਹੁਣ ਮੰਨ ਲਓ ਜਿਹੜੇ ਸਟੂਡੈਂਟ ਇੰਡੀਆ ਤੋਂ ਆਏ ਆ, ਜਾਂ ਮੈਂ ਆ, ਜਾਂ ਹੋਰ ਕੋਈ ਤੁਸੀਂ ਹੋ,
ਆਪਾਂ ਜੇ ਜੌਬ ਅਪਲਾਈ ਕਰਨੀ ਹੋਵੇ ਆਪਾਂ ਕਰ ਹੀ ਨਹੀਂ ਸਕਦੇ, ਕਿਉਂਕਿ ਆਪਣੇ ਵਾਸਤੇ ਉਹਨਾਂ ਨੇ ਕੋਈ ਥਾਂ ਹੀ ਨਹੀਂ ਬਣਾਈ, ਹਨਾ। ਤੇ ਇਹ ਮੈਂ ਹੁਣੇ ਗੱਲ ਕਰ ਰਿਹਾ ਸੀ ਪ੍ਰਧਾਨ ਸਾਹਿਬ ਦੇ ਨਾਲ, ਜਿਹੜੇ ਸਾਊਥ ਹਾਲ ਦੇ ਮੱਲੀ ਸਾਹਿਬ ਆ, ਉਹਨਾਂ ਨਾਲ ਗੱਲ ਹੋ ਰਹੀ ਸੀ। ਉਹ ਕਹਿੰਦੇ ਆ ਕਿ ਇੰਜ ਲੱਗਦਾ ਵਾ, ਮਹਿਸੂਸ ਹੋ ਰਿਹਾ ਵਾ ਕਿ ਜਿਹੜੇ ਹੋਮ ਸੈਕਟਰੀ ਸਾਹਿਬ ਨੇ ਉਹ ਗੁਜਰਾਤੀ ਨੇ, ਤੇ ਉਹਨਾਂ ਦੇ ਪ੍ਰੈਸ਼ਰ ਦੀ ਵਜ੍ਹਾ ਨਾਲ ਗੁਜਰਾਤੀ ਨੂੰ ਅੱਗੇ ਲਿਆਂਦਾ ਜਾ ਰਿਹਾ, ਪੰਜਾਬੀ ਨੂੰ ਪਿੱਛੇ ਸੁੱਟਿਆ ਜਾ ਰਿਹਾ। ਸ਼ਾਇਦ ਮਤਲਬ ਇਹ ਗੱਲ ਨਾ ਹੋਵੇ, ਪਰ ਜਿਹੜਾ ਮੈਂ ਵੀ ਚਿੱਠੀਆਂ ਕੱਢੀਆਂ ਵਾ, ਸ਼ਰਮਾ ਜੀ ਆ ਉਹ ਵੀ ਐਮਪੀ ਸਾਹਿਬ, ਉਹ ਵੀ ਕਾਫੀ ਐਫਰਟ ਕਰ ਰਿਹਾ, ਹੋਰ ਵੀ ਲਾਰਡ ਆਪਣੇ ਸਾਹਿਬ ਆ ਉਹ ਵੀ ਕਰ ਰਿਹਾ, ਹਾਊਸ ਆਫ ਲਾਰਡਸ ਵੀ ਗੱਲ ਉੱਠ ਰਹੀ ਆ। ਮਤਲਬ ਪੰਜਾਬੀ ਜਿਹੜੇ ਆ ਇਸ ਵੇਲੇ ਪੰਜਾਬੀ ਭਾਸ਼ਾ ਪ੍ਰਤੀ ਜਿਹੜੇ ਆ ਉਹ ਅਵੇਅਰ ਹੋ ਚੁੱਕੇ ਆ, ਆਪਾਂ ਨੂੰ ਇਹ ਕਹਿਣਾ ਪਊਗਾ ਜੀ। ਸੋ ਹਰਬੀਰ ਜੀ ਆਪਣੇ ਕੋਲ ਹੁਣ ਨੁਸਰਤ ਜੀ ਨੇ। ਨੁਸਰਤ ਆਵਾਜ਼ ਜੀ, ਧੰਨਵਾਦ ਤੁਹਾਡਾ ਰੇਡੀਓ ਤੇ ਆਉਣ ਲਈ, ਵੈਲਕਮ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਸੋ ਨੁਸਰਤ ਜੀ, ਜਿੱਦਾਂ ਕਿ ਤੁਸੀਂ ਸੁਣ ਰਹੇ ਹੋ ਜਾਂ ਆਪਾਂ ਡਿਸਕਸ ਕਰ ਰਹੇ ਹਾਂ ਕਿ ਜਿਹੜੀ ਪੰਜਾਬੀ ਭਾਸ਼ਾ ਪ੍ਰਤੀ ਅਵੇਅਰਨੈਸ ਆ ਇਨ ਦਾ ਕੰਟੈਕਸਟ ਆਫ ਜਿਹੜੀ ਕਿ ਸੈਂਸਸ ਹੋਣੀ ਆ 2021 ਦੇ ਵਿੱਚ, ਤੁਹਾਡਾ ਇਹਦੇ ਬਾਰੇ ਕੀ ਵਿਚਾਰ? ਮੇਰਾ ਤਾਂ ਖਿਆਲ ਹੈ ਕਿ ਇਹਦੇ ਵਾਸਤੇ ਸਾਨੂੰ ਸਾਰੇ ਪੰਜਾਬੀਆਂ ਨੂੰ ਬੜੀ ਮਿਹਨਤ ਦੇ ਨਾਲ ਇਸ ਅਵੇਅਰਨੈਸ ਨੂੰ ਵਧਾਉਣਾ ਚਾਹੀਦਾ, ਲੋਕਾਂ ਤੱਕ ਇਹ ਗੱਲ ਪਹੁੰਚਾਉਣੀ ਚਾਹੀਦੀ ਹੈ। ਔਰ ਮੈਂ ਤੇ ਆਪਣੇ ਤਾਈਂ ਬਹੁਤ ਕੋਸ਼ਿਸ਼ ਕਰ ਰਹੀ ਹਾਂ ਕਿ ਇਹਦੀ ਬੇਸਿਕਲੀ ਲੋਕਾਂ ਨੂੰ ਪਤਾ ਨਹੀਂ ਸੀ ਪਿਛਲੀ ਦਫਾ, ਜਿਸ ਤਰ੍ਹਾਂ ਹਰਮੀਤ ਹੋਣਾ ਨੇ ਵੀ ਕਿਹਾ, ਤੇ ਪਹਿਲੇ ਨੰਬਰ ਤੇ ਉਹੀ ਹੈ ਕਿ ਲੋਕਾਂ ਤੱਕ ਇਹ ਗੱਲ ਪਹੁੰਚੇ ਤੇ ਸਹੀ ਕਿ ਇਸ ਤਰ੍ਹਾਂ ਹੋਣ ਵਾਲਾ ਹੈ ਮਾਰਚ ਵਿੱਚ, ਔਰ ਉਸ ਸੈਂਸਸ ਦੇ ਵਿੱਚ ਉਹ ਮਾਂ ਬੋਲੀ ਆਪਣੀ ਜਿਹੜੀ ਹੈ ਉਹ ਪੰਜਾਬੀ ਲਿਖਣ, ਅਗਰ ਉਹ ਪੰਜਾਬੀ ਨੇ, ਜਿਵੇਂ ਸਾਡੇ ਪਾਕਿਸਤਾਨ ਨਾਲ ਹੀ ਪੰਜਾਬ ਸਾਈਡ ਤੋਂ ਲੋਕਾਂ ਨੇ ਜ਼ਿਆਦਾਤਰ ਆਪਣੀ ਮਾਂ ਬੋਲੀ ਦੇ ਖਾਨੇ ਵਿੱਚ ਉਰਦੂ ਲਿਖਿਆ, ਜਿਹਦੀ ਵਜ੍ਹਾ ਤੋਂ ਰਿਜ਼ਲਟ ਤੁਹਾਡੇ ਸਾਹਮਣੇ ਨੇ। ਬਿਲਕੁਲ। ਲੇਕਿਨ ਸਾਨੂੰ ਨਾ ਉਰਦੂ ਨਾਲ ਕੋਈ ਮਸਲਾ ਤੇ ਨਾ ਸਾਨੂੰ ਕਿਸੇ ਹੋਰ ਜ਼ੁਬਾਨ ਨਾਲ, ਪਰ ਅਸੀਂ ਆਪਣੀ ਮਾਂ ਬੋਲੀ ਯਾਨੀ ਮਾਂ ਦੀ ਜ਼ੁਬਾਨ ਦੀ ਤੇ ਇੱਜ਼ਤ ਕਰਨੀ ਸਿੱਖੀਏ ਨਾ, ਅਸੀਂ ਉਹ ਲਿਖੀਏ, ਔਰ ਨਾਲ ਦੂਸਰੀਆਂ ਜ਼ੁਬਾਨਾਂ ਅਸੀਂ ਬੋਲਦੇ ਵੀ ਹਾਂ, ਜਾਣਦੇ ਵੀ ਹਾਂ, ਔਰ ਸਿੱਖਣਾ ਵੀ ਚਾਹੁੰਦੇ ਹਾਂ। ਪਰ ਸਭ ਤੋਂ ਬੁਨਿਆਦੀ ਗੱਲ ਹੈ ਕਿ ਜੇ ਅਸੀਂ ਆਪਣਾ ਪੰਜਾਬੀ ਜ਼ੁਬਾਨ ਨੂੰ ਮਾਣ ਦਿਆਂਗੇ ਤੇ ਫਿਰ ਅਸੀਂ ਇਸ ਮੁਲਕ ਦੇ ਵਿੱਚ ਸਾਡੇ ਬੱਚਿਆਂ ਲਈ, ਸਾਡੀਆਂ ਖਵਾਤੀਨ ਲਈ ਜਿਹੜੀਆਂ ਵਿਚਾਰੀਆਂ ਵਿਆਹ ਕੇ ਆਉਂਦੀਆਂ ਨੇ, ਉਹ ਇੱਥੇ ਆਪਣੀ ਉਹਨਾਂ ਦਾ ਗਲਾ ਹੀ ਘੁੱਟ ਦੇਣ ਵਾਲੀ ਗੱਲ ਹੈ ਕਿ ਉਹਨਾਂ ਕੋਲ ਇੰਨਾ ਸਰਮਾਇਆ ਹੁੰਦਾ ਹੈ ਜ਼ੁਬਾਨ ਦੇ ਹਿਸਾਬ ਨਾਲ, ਖਾਣ ਦੇ ਹਿਸਾਬ ਨਾਲ, ਉਹਨਾਂ ਕੋਲ ਵਿਰਸੇ ਦੀਆਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਉਹ ਬੱਚਿਆਂ ਨੂੰ ਲੋਰੀ ਰਾਹੀਂ ਜਾਂ ਵੈਸੇ ਵੰਡ ਸਕਦੀਆਂ ਨੇ। ਲੇਕਿਨ ਚੂੰਕਿ ਅਸੀਂ ਐਸੇ ਸਮਾਜ 'ਚ ਰਹਿੰਦੇ ਹਾਂ ਕਿ ਸਾਨੂੰ ਇਸ ਤਰ੍ਹਾਂ ਅਹਿਸਾਸ ਦਿਲਾਇਆ ਜਾਂਦਾ ਹੈ ਕਿ ਇਹ ਕੋਈ ਬੋਲੀ ਮਾੜੀ ਹੈ, ਹਾਲਾਂਕਿ ਮੈਂ ਬਿਲਕੁਲ ਨਹੀਂ ਸਮਝਦੀ, ਕਿਉਂਕਿ ਪੰਜਾਬੀ ਬੜੀ ਪੁਰਾਣੀ, ਬੜੀ ਕੀਮਤੀ ਤੇ ਵੱਡੀਆਂ ਬੋਲੀਆਂ ਵਿੱਚੋਂ ਇੱਕ ਅਹਿਮ ਬੋਲੀ ਹੈ, ਜਿਹਦੀ ਸੈਂਕੜਾ ਵਰਿਆਂ ਦੀ ਅਨਮੋਲ ਅਦਬੀ ਤਾਰੀਖ ਹੈ, ਤੇ ਸਾਨੂੰ ਇਹ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ। ਸੋ ਨੁਸਰਤ ਜੀ, ਐਸਾ ਕੀ ਰੀਜ਼ਨ ਆ ਕਿ ਅਸੀਂ ਜਿੱਦਾਂ ਹੁਣ ਕੋਈ ਮੈਨੂੰ ਪੁੱਛਦਾ ਜਾਂ ਤੁਹਾਨੂੰ ਪੁੱਛਦਾ ਕਿ ਤੁਹਾਡੀ ਮਾਂ ਕਿਹੜੀ ਆ, ਅਸੀਂ ਕਦੇ ਨਹੀਂ ਕਹਿੰਦੇ ਕਿ ਸਾਡੀ ਮਾਂ ਕੋਈ ਹੋਰ ਹੈ, ਅਸੀਂ ਹਮੇਸ਼ਾ ਆਪਣੀ ਹੀ ਮਾਂ ਦਾ ਨਾਂ ਲੈਂਦੇ ਹਾਂ, ਉਹਦੀ ਬੁੱਕਲ 'ਚ ਹੀ ਜਾਂਦੇ ਹਾਂ। ਸੋ ਐਸਾ ਕੀ ਰੀਜ਼ਨ ਆ ਕਿ ਅਸੀਂ ਆਪਣੀ ਮਾਂ ਬੋਲੀ ਤੋਂ ਮੁਨਕਰ ਹੋ ਕੇ ਕਿਸੇ ਹੋਰ ਬੋਲੀ ਨੂੰ ਆਪਣੀ ਮਾਂ ਬੋਲੀ ਲਿਖਾ ਦਿੰਦੇ ਹਾਂ, ਹਾਲਾਂਕਿ ਸਾਨੂੰ ਪਤਾ ਕਿ ਅਸੀਂ ਘਰ ਕਿਹੜੀ ਬੋਲੀ ਬੋਲਦੇ ਹਾਂ, ਕਿਹੜੀ ਸਾਡੀ ਮਾਂ ਬੋਲੀ ਹੈ। ਸੋ ਇਹਦਾ ਕੀ ਰੀਜ਼ਨ ਹੈ? ਮੇਰਾ ਖਿਆਲ ਹੈ ਕਿ ਇਹਦੀ ਰੀਜ਼ਨ ਪੈ ਗਿਆ, ਇਹ ਤੇ ਪੱਕੀ ਗੱਲ ਤੇ ਮੈਂ ਸਮਝਦੀ ਹਾਂ ਬਦਕਿਸਮਤੀ ਨਾਲ ਪੰਜਾਬੀ ਸਿਆਸੀ ਚਾਲਾਂ ਤੇ ਮਫਾਦਾਤ ਦੀ ਭੇਂਟ ਚੜ੍ਹ ਗਈ, ਔਰ ਉਹਦੀ ਵਜ੍ਹਾ ਤੋਂ ਸਾਨੂੰ ਦੇਖੋ ਸਾਡੇ ਵਾਲੀ ਸਾਈਡ ਤੇ ਸਾਨੂੰ ਇਹਦੀ ਲਿਖਣ ਪੜ੍ਹਨ ਦੀ ਇਜਾਜ਼ਤ ਹੀ ਨਹੀਂ ਹੈ, ਸਕੂਲਾਂ ਵਿੱਚ ਨਹੀਂ ਪੜ੍ਹਾਈ ਜਾਂਦੀ। ਔਰ ਜਦੋਂ ਪਹਿਲੇ ਤੇ ਚਲੋ ਮੇਰੀ ਏਜ ਵਿੱਚ ਤੇ ਮਾਵਾਂ ਘਰ 'ਚ ਬੋਲਦੀਆਂ ਸੀ, ਹੁਣ ਜਿਹੜੀ ਅਗਲੀ ਪੀੜ੍ਹੀ ਆ ਉਹ ਤੇ ਪੰਜਾਬੀ ਘਰ ਵਿੱਚ ਵੀ ਬੋਲਣਾ ਪਸੰਦ ਨਹੀਂ ਕਰਦੀ। ਠੀਕ ਹੈ ਨਾ, ਮਤਲਬ ਪੰਜਾਬੀ ਤੋਂ ਸਾਡੀ ਤਰ੍ਹਾਂ ਮੈਨੂੰ ਤਾਂ ਇੰਝ ਲੱਗਦਾ ਹੈ ਕਿ ਸਾਡੀ ਇਹ ਨਾ ਜ਼ੁਬਾਨ ਵੱਢ ਦਿੱਤੀ ਗਈ ਹੈ, ਔਰ ਇਹ ਬਹੁਤ ਡੇਂਜਰਸ ਗੱਲ ਹੈ, ਬਹੁਤ ਤਕਲੀਫ ਦੀ ਗੱਲ ਹੈ, ਕਿਉਂਕਿ ਜਿਸ ਕੌਮ ਨੂੰ ਤੁਸੀਂ ਮਾਰਨਾ ਹੋਵੇ ਤੇ ਉਹਦੀ ਜ਼ੁਬਾਨ ਨਹੀਂ ਇੱਕ ਵੱਡਾ ਜ਼ਰੀਆ ਹੁੰਦਾ ਹੈ, ਔਰ ਸਾਡੇ ਪੰਜਾਬੀਆਂ ਨਾਲ ਇਹ ਹੱਥ ਹੋਇਆ। ਲੇਕਿਨ ਮੈਂ ਕਹਿੰਦੀ ਹਾਂ ਕਿ ਸਟਰਗਲ ਜਾਰੀ ਹੈ। ਪੰਜਾਬ, ਉਧਰ ਲਾਹੌਰ, ਪੂਰੇ ਪੰਜਾਬ ਵਿੱਚ ਬਹੁਤ ਸਾਰੇ ਲੋਕ ਬਹੁਤ ਅੱਛਾ ਕੰਮ ਕਰ ਰਹੇ ਨੇ, ਅਵੇਅਰਨੈਸ ਵੀ ਵੱਧ ਰਹੀ ਹੈ, ਯੰਗ ਲੋਕਾਂ ਨਾਲ ਵੀ ਅਸੀਂ ਮਿਲ ਕੇ ਕੰਮ ਅੱਗੇ ਵਧਾ ਰਹੇ ਹਾਂ। ਯੰਗ ਲੋਕੀ ਔਰ ਲੜਕੀਆਂ ਲੜਕੇ ਵੀ ਲਿਖ ਵੀ ਰਹੇ ਨੇ ਪੰਜਾਬੀ ਦੇ ਵਿੱਚ। ਸੁਲੇਖ ਮੇਲਾ ਹਰ ਸਾਲ ਹੋ ਰਿਹਾ ਹੈ,
12 माह जय अच्छे रसाले छप रहे ने, पंचम है, पखेरू है, कुछ मतलब कुछ नमक ते की कहते आटे च नमक के बराबर कम हो रहा, लेकिन हो रहा इंदे ते ये इंपोर्टेंट गल है। इत्थे जिथे मैं यूके च रह रही हूँ, इत्थे मेरा काम लोकां दे विच काफी है, क्योंकि मैं बच्चों दी अर्ली डिवेलपमेंट ते काम है, ते ओदे विच रिसर्च दे मुताबिक मां दी जुबान सब तो इंपोर्टेंट है। घर दा माहौल, मां बोली ते मां बाप दा बच्चे दे नाल जिहड़ा रवैया हैगा, यानी कि ਅਸੀਂ ਜਿਸ ਤਰ੍ਹਾਂ ਸੋਚਦੇ ਹਾਂ ਤੇ ਉਹਨਾਂ ਦਾ ਨਾਲ ਖੇਡਦੇ ਹਾਂ, ਉਹਨਾਂ ਨਾਲ ਟਾਈਮ ਸਪੈਂਡ ਕਰਦੇ ਹਾਂ। ਤੇ ਮੇਰੀਆਂ ਇਹਦੇ ਤੇ ਕਾਫੀ ਛੋਟੇ ਛੋਟੇ ਮੈਂ ਦਿੰਦੀ ਰਹਿੰਦੀ ਹਾਂ ਔਰ ਕੰਮ ਵੀ ਕੀਤਾ ਹੈ। 2 ਐਕਸ਼ਨ ਰਿਸਰਚ ਵਿੱਚ ਹਿੱਸਾ ਲਿਆ, ਉਹਦੇ ਵਿੱਚ ਮੈਂ ਪੰਜਾਬੀ ਲੋਰੀਆਂ ਤੇ ਕੰਮ ਕੀਤਾ, ਕਹਾਣੀਆਂ ਤੇ ਕੰਮ ਕੀਤਾ। ਉਹ ਬੁਨਿਆਦੀ ਉਹਦੀ ਵਜ੍ਹਾ ਤੁਹਾਡੇ ਸਵਾਲ ਦਾ ਹੀ ਜਵਾਬ ਹੈ ਕਿ ਜਿਸ ਗੱਲ ਤੋਂ ਅਸੀਂ ਦੂਰ ਹੋਏ, यानी पंजाबी पढ़ होना या पंजाबी ढगे होना, जो इहदे नाल नेगेटिविटी जुड़ी हुई है उसनू उतारना बहुत जरूरी है। उसनू उस तो दूर करना, यानी वो नेगेटिविटी नू दूर करना पंजाबी मां बाप दे रवैया विचों बहुत जरूरी है। क्योंकि जदों तक तुसीं मान नहीं करते अपनी बोली दा, उदों तक तुसीं अपने बच्चों नाल नहीं बोलते, ते जदों बच्चे नाल नहीं बोलोगे ते तुसीं फिर मतलब कह लो ना कि वो बच्चे दे कोलों ओदा बुनियादी हक ही खो लिया। नुसरत जी, जिदा कि आप पंजाबी चाहे बोलिए ना बोलिए, पर असी सारे पंजाबी बड़े माण नाल कहने कि मैं पंजाबी आ। इस चीज प्रति असी बड़े प्राउड आ सारे पंजाबी, चाहे वो लहंदे पंजाब तो आ, चढ़दे पंजाब तो, चाहे इवन इत्थों दे बच्चे भी बोर्न ने, वो भी अपनी आइडेंटिटी जिहड़ी कि मैं पंजाबी आ, बड़ा इस चीज ते माण आ सानू कि असी पंजाबी ये आ। पर अगर असी अपनी बोली घर च नहीं बोलांगे, अगर असीं अपनी बोली नालों भी अपने आप नूं तोड़ लांगे तो साडी आइडेंटिटी फिर हौली हौली खत्म नहीं हो जाऊगी? हो जाऊगी जी, बिल्कुल हो जाऊगी। लेकिन ਤੁਹਾਡੇ मेरे वर्गे लोग जिहड़े ने ना, उन्हां दी जिहड़ी मेहनत है और ਅਸੀਂ ਜਿਹੜੀ ਸਾਂਝ ਬਣਾ ਰਹੇ ਹਾਂ ਉਹਦੇ ਨਾਲ ਅਸੀਂ ਮਰਨ ਨਹੀਂ ਦੇਾਂਗੇ ਇਸ ਬੋਲੀ ਨੂੰ। ਇਹ ਬੋਲੀ ਨਹੀਂ ਮਰਨ ਵਾਲੀ, ਮੈਂ ਤੁਹਾਨੂੰ ਦੱਸਾਂ, ਇਹ ਬੜੀ ਜਾਨਦਾਰ ਬੋਲੀ ਹੈ। ਸਾਡੀ ਮਾਂ ਬੋਲੀ ਬਹੁਤ ਜਾਨਦਾਰ ਬੋਲੀ ਹੈ। ਕੀ ਕੁਛ ਹੋਇਆ ਇਹਦੇ ਨਾਲ ਤੁਹਾਡੇ ਸਾਹਮਣੇ ਹੈ ਤਾਰੀਖ ਦੇ ਵਿੱਚ, ਹੈ ਨਾ। ਅੱਜ ਵੀ ਦੇਖੋ ਤੂੰ ਜੋ ਮਰਜ਼ੀ ਕਰ ਲੋ, ਜਦੋਂ ਤੁਸੀਂ ਮੈਂ ਪੰਜਾਬੀ ਕਿਸੇ ਨੂੰ ਵੀ ਪੰਜਾਬੀ ਬੰਦੇ ਨੂੰ ਦੇਖਦੀ ਹਾਂ ਤੇ ਮੇਰੇ ਕੋਲ ਤੇ ਅੰਗਰੇਜ਼ੀ ਨਹੀਂ ਬੋਲੀ ਜਾਂਦੀ ਹੈ। ਹਾਲਾਂਕਿ ਮੈਂ ਅੰਗਰੇਜ਼ ਅਦਾਰੇ ਨਾਲ ਕੰਮ ਕਰ ਰਹੀ, ਅੰਗਰੇਜ਼ੀ ਸਵੇਰ ਤੋਂ ਸ਼ਾਮ ਤੱਕ ਕੰਮ ਕਰਦੀ। ਇਹ ਜ਼ਬਾਨ ਬੜੀ ਤਾਕਤਵਰ ਹੈ, ਲੇਕਿਨ ਇਹ ਗੱਲ ਕਰਨ ਤੇ ਕਰਨਾ ਹੀ। ਹੁਣ ਜਿਸ ਤਰ੍ਹਾਂ ਮੈਂ ਆਕਸਫੋਰਡ ਚ ਰਹਿੰਦੀ ਹਾਂ, ਮੈਂ ਇੱਥੇ ਮੇਰੀ ਬੇਟੀ ਪੈਦਾ ਹੋਈ ਤੇ ਅਸੀਂ ਦੋਨਾਂ ਨੇ ਇੱਕ ਟੀਮ ਵਰਕ ਕੀਤਾ। ਅਸੀਂ ਆਪਣਾ ਹੀ ਫੈਸਲਾ ਕੀਤਾ ਕਿ ਜੀ ਅਸੀਂ ਆਪਣੇ ਬੱਚੇ ਨੂੰ ਆਪਣੀ ਜ਼ਬਾਨ ਦੇਣੀ ਹੈ। ਉਹ ਹੁਣ ਮਾਸ਼ਾਅੱਲਾ 21 ਸਾਲਾਂ ਦੀ ਹੈ ਤੇ ਉਹ ਬਹੁਤ ਸੋਹਣੀ ਪੰਜਾਬੀ ਬੋਲਦੀ ਹੈ। ਔਰ ਨਾ ਸਿਰਫ ਪੰਜਾਬੀ ਬੋਲਦੀ ਹੈ ਬਲਕਿ ਉਹ ਪੰਜਾਬੀ ਜ਼ਬਾਨ ਸਿੱਖਣ ਦੀ ਵਜ੍ਹਾ ਤੋਂ ਇੱਕ ਤੇ ਉਹਦਾ ਤਾਲੁਕ ਆਪਣੇ ਪਿੱਛੇ ਦਾਦਕੇ ਨਾਨਕਿਆਂ ਨਾਲ ਬੜਾ ਗਹਿਰਾ ਹੈ। ਦੂਸਰਾ, ਉਹਨੂੰ ਆਪਣਾ ਜੋ ਮੈਂ ਕੰਮ ਕਰਦੀ ਹਾਂ ਪੰਜਾਬੀ ਤੇ ਉਹ ਚੰਗੀ ਤਰ੍ਹਾਂ ਸਮਝਦੀ ਹੈ। ਉਹਦੇ ਥਰੂ ਉਹਨੇ ਆਪਣਾ ਬਹੁਤ ਸਾਰੇ ਸੂਫੀਆਏ ਯਾਨੀ ਜਿਹੜੇ ਸਾਡੇ ਬਾਬੇ ਨੇ ਉਹਨਾਂ ਬਾਰੇ ਉਹਨੂੰ ਜਾਣਕਾਰੀ ਹੋਈ, ਯਾਨੀ ਸ਼ੇਖ ਲਫ਼ਜ਼ ਬੁੱਲੇ ਸ਼ਾਹ, ਤੇ ਬਾਕੀ ਮਤਲਬ ਉਹ ਖੁੱਲ ਕੇ ਗੱਲ ਕਰਦੀ ਹੈ। ਇਹ ਸਾਨੂੰ ਪੰਜਾਬੀਆਂ ਨੂੰ ਬੜੀ ਜ਼ਿੰਮੇਦਾਰੀ ਦੇ ਨਾਲ ਆਪਣੇ ਘਰਾਂ ਵਿੱਚੋਂ ਤੇ ਕੰਮ ਸ਼ੁਰੂ ਕਰਨਾ ਹੀ ਪਏਗਾ, ਠੀਕ ਹੈ ਨਾ। ਔਰ ਇਹ ਮੈਂ ਮੌਕਾ ਮੈਨੂੰ ਬੜਾ ਚੰਗਾ ਦਿੱਤਾ ਤੁਸੀਂ। ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਜ਼ਬਾਨ ਨੂੰ, ਇਸ ਜ਼ਬਾਨ ਨੂੰ ਤਰੱਕੀ ਦੇਣ ਲਈ ਔਰਤਾਂ ਨੂੰ ਨਾਲ ਮਿਲਾਣਾ ਬਹੁਤ ਜ਼ਰੂਰੀ ਹੈ। ਕਿਉਂਕਿ ਇਸ ਵੇਲੇ ਸ਼ਾਇਦ ਬੰਦੇ ਤੁਸੀਂ ਦੇਖੋਗੇ ਕਿ ਮਿਲ ਕੇ ਜਿੱਥੇ ਵੀ ਹੈ ਪੰਜਾਬੀ ਬੋਲਦੇ, ਘਰਾਂ 'ਚ ਵੀ ਬੋਲਦੇ ਨੇ। ਤੇ ਜਿਹੜਾ ਬੱਚੇ ਦੇ ਨਾਲ ਜਿਹੜਾ ਟਾਈਮ ਗੁਜ਼ਰਦਾ ਉਹ ਕੌਣ ਹੈ? ਉਹਦੀ ਮਾਂ। ਉਹ ਹੈਗੀਆਂ ਮਾਵਾਂ। ਤੇ ਮਾਵਾਂ ਖੁਦ ਜਿਹੜੀਆਂ ਨੇ ਉਹਨਾਂ ਨੂੰ ਸਾਡਾ ਉਹਦੇ ਤੇ ਗੱਲ ਜੈਂਡਰ ਤੇ ਚਲੀ ਜਾਏਗੀ, ਲੇਕਿਨ ਮੈਂ ਕਹਿਣਾ ਇਹ ਚਾਹੁੰਦੀ ਹਾਂ ਕਿ ਤੁਸੀਂ ਸਾਰੇ ਜਿਹੜੇ ਮੇਰੇ ਭਰਾ ਹੋ, ਮੇਰੇ ਵੀਰ ਹੋ ਪੰਜਾਬੀ, ਤੁਸੀਂ ਆਪਣੀਆਂ ਭੈਣਾਂ ਨੂੰ, ਆਪਣੀਆਂ ਬੀਵੀਆਂ ਨੂੰ, ਆਪਣੀਆਂ ਘਰ ਦੇ ਵਿੱਚ ਜਿਹੜੀਆਂ ਪੜ੍ਹੀਆਂ ਲਿਖੀਆਂ ਸੋ ਕੋਲਡ ਬੀਬੀਆਂ ਆਪਣੇ ਆਪ ਨੂੰ ਸਮਝਦੀਆਂ ਨੇ ਕਿ ਅਗਰ ਉਹ ਉਰਦੂ ਬੋਲਣਗੀਆਂ ਤੇ ਅੰਗਰੇਜ਼ੀ ਬੋਲਣਗੀਆਂ ਤਾਂ ਪੜ੍ਹੀਆਂ ਲਿਖੀਆਂ ਨਜ਼ਰ ਆਉਣਗੀਆਂ, ਜਾਂ ਉਹਨਾਂ ਦੇ ਬੱਚਿਆਂ ਦੇ ਬਾਰੇ ਉਹਨਾਂ ਦਾ ਖਿਆਲ ਹੈ ਕਿ ਅਗਰ ਅਸੀਂ ਉਹਨਾਂ ਨੂੰ ਪੰਜਾਬੀ ਦੀ ਬਜਾਏ ਅੰਗਰੇਜ਼ੀ ਸਿਖਾਵਾਂਗੇ ਤੇ ਉਰਦੂ ਸਿਖਾਵਾਂਗੇ ਤੇ ਉਹ ਸਾਡੇ ਬੱਚੇ ਤਹਿਜ਼ੀਬ ਹੋਣਗੇ। ਇਹ ਦੇਖੋ ਨਾ, ਇਹ ਕਨਸੈਪਟ ਤੁਸੀਂ ਪੁੱਛੋ ਨਾ ਕਿ ਕਿਉਂ ਨਹੀਂ ਪੰਜਾਬੀ ਬੋਲਦੇ, ਤੂੰ ਕਹਿੰਦੇ ਬੱਚਾ ਨਾ ਪੰਜਾਬੀ ਬੋਲਦਾ ਬਦਤਮੀਜ਼ ਲੱਗਦਾ। ਤੁਸੀਂ ਸੋਚੋ, ਜਦੋਂ ਮੈਂ ਸੁਣਦੀ ਹਾਂ ਨਾ ਤਾਂ ਮੇਰਾ ਦਿਲ ਕਰਦਾ ਹੈ ਕਿ ਜ਼ਮੀਨ ਖੁੱਲ ਜਾਏ ਤੇ ਮੈਂ ਵਿੱਚ ਗਰਕ ਹੋ ਜਾ। ਇਸ ਤੋਂ ਵੱਡੀ ਬਦਕਿਸਮਤੀ ਕੀ ਹੋ ਸਕਦੀ ਹੈ? ਇਹ ਇੰਨੀ ਸੋਹਣੀ ਜ਼ੁਬਾਨ ਹੈ
ਇਹਦੇ ਵਿੱਚ ਇੰਨੀ ਚਾਸ਼ਨੀ ਆ, ਇਹਦੇ ਵਿੱਚ ਹਰ ਟੌਪਿਕ ਤੇ ਤੁਸੀਂ ਗੱਲ ਕਰ ਸਕਦੇ ਹੋ। ਇਹਦੇ 'ਚ ਮਤਲਬ ਮੈਨੂੰ ਅਫਸੋਸ ਹੁੰਦਾ ਹੈ ਸੋਚ ਕੇ ਕਿ ਇਹ ਜਿਹੜੀ ਇਗਨੋਰੈਂਸ ਹੈਗੀ ਆ, ਜਹਾਲਤ ਹੈਗੀ ਆ, ਇਸ ਨੇ ਸਾਡੀ ਬੋਲੀ ਦੇ ਨਾਲ ਕਿੰਨੀ ਨਾਇਨਸਾਫੀ ਕੀਤੀ। ਲੇਕਿਨ ਹੁਣ ਉਸ ਨਾਇਨਸਾਫੀ ਦੇ ਉੱਤੇ ਤੁਸੀਂ ਰੋ ਸਕਦੇ ਹੋ ਜਾਂ ਫਿਰ ਕੰਮ ਕਰ ਸਕਦੇ ਹੋ। ਰੋਣਾ ਤੇ ਹੈ ਹੀ ਆ, ਲੇਕਿਨ ਕੰਮ ਇਹ ਹੈ ਕਿ ਇਹ ਖਵਾਤੀਨ ਨੂੰ ਨਾਲ ਮਿਲਾਓ। ਹੁਣ ਤੁਸੀਂ ਦੇਖੋ ਨਾ, ਜਦੋਂ ਤੁਸੀਂ ਔਰਤਾਂ ਨੂੰ ਕਹਿੰਦੇ ਹੋ ਕਿ ਤੁਸੀਂ ਫਲਾਂ ਜਗ੍ਹਾ ਤੇ ਨਹੀਂ ਜਾਣਾ, ਜਾਂ ਰੋਕ ਠੋਕ ਜਿਹੜੀ ਹੈ ਵੇ, ਜਿਹੜਾ ਜੈਂਡਰ ਇੰਨਾ ਪਾਵਰਫੁਲ ਆ, ਮਰਦਾਨਾ ਸੁਸਾਇਟੀ ਹੈ, ਅਗਰ ਤੁਸੀਂ ਮਰਦ ਸਮਝ ਜਾਓ ਕਿ ਵੀ ਪੰਜਾਬੀ ਜ਼ਬਾਨ ਨੂੰ ਬਿਹਤਰ ਬਣਾਉਣ ਲਈ ਘਰ ਦੇ ਵਿੱਚ ਬੱਚਿਆਂ ਨਾਲ ਪਹਿਲੇ ਪੰਜਾਬੀ ਹੀ ਸਿੱਖੇਗਾ ਬੱਚਾ। ਤੁਸੀਂ ਇਹ ਘਰ 'ਚ ਬਣਾਓ ਤਾਂ ਮਾਹੌਲ ਬਣਾਓ ਔਰ ਕਹਿ ਦਿਓ ਹਾਂ ਆਪਣੀਆਂ ਬੀਬੀਆਂ ਨੂੰ, ਜੇ ਉਹ ਹੋਰ ਸਾਰਾ ਕੁਝ ਮੰਨਦੀਆਂ ਤੇ ਕਿਆ ਉਹ ਇਹ ਨਹੀਂ ਮੰਨਣਗੀਆਂ। ਨੁਸਰਤ ਜੀ, ਹਰਮੀਤ ਜੀ, ਤੁਹਾਡਾ ਇਸ ਬਾਰੇ ਕੀ ਕਹਿਣਾ ਕਿ ਔਰਤਾਂ ਦਾ ਇਹਦੇ ਵਿੱਚ ਕੀ ਰੋਲ ਹੈ, ਜਾਂ ਤੁਹਾਡੀ ਜਿਹੜੀ ਜਥੇਬੰਦੀ ਆ, ਜਿਹੜਾ ਤੁਸੀਂ ਕੈਂਪੇਨ ਚਲਾ ਰਿਹਾ, ਉਹਦੇ 'ਚ ਔਰਤਾਂ ਕਿੰਨੀਆਂ ਸ਼ਾਮਲ ਨੇ? ਜੀ, ਔਰਤਾਂ ਦਾ ਤਾਂ ਬਹੁਤ ਮਹੱਤਵਪੂਰਨ ਰੋਲ ਹੈ, ਇਸ ਕਰਕੇ ਕਿਉਂਕਿ ਇਹਨੂੰ ਕਹਿੰਦੇ ਮਾਂ ਬੋਲੀ ਆ, ਪਿਓ ਬੋਲੀ ਤੇ ਕੋਈ ਕਹਿੰਦਾ ਹੀ ਨਹੀਂ ਹੈ। ਹਾਂਜੀ, ਉਹ ਤੇ ਹੈ। ਹਾਂਜੀ, ਤੇ ਔਰਤਾਂ ਦੇਖ ਲਓ, ਹੁਣ ਆਪਾਂ ਜਿਹੜੀ ਗੱਲ ਕਰ ਰਹੇ ਇਹਦੇ ਵਿੱਚ ਅੱਜ ਦੇ ਪ੍ਰੋਗਰਾਮ 'ਚ ਦੇਖ ਲਿਓ ਆਪਾਂ ਕਿੰਨੀਆਂ ਔਰਤਾਂ ਸ਼ਾਮਲ ਹੁੰਦੀਆਂ ਵਾ। ਜਦੋਂ ਆਪਾਂ ਕੈਂਪੇਨ ਸ਼ੁਰੂ ਕੀਤੀ ਸੀਗੀ, ਉਹਦੇ ਵਿੱਚ ਵੀ ਜਿਹੜੀਆਂ ਬੀਬੀਆਂ ਦਾ ਰੋਲ ਕਾਫੀ ਜ਼ਿਆਦਾ ਰਿਹਾ ਸੀਗਾ, ਕਿਉਂਕਿ ਜਿਹੜੇ ਸਿਗਨੇਚਰ ਕਰਾਉਣੇ ਸੀ ਸਕੂਲਾਂ ਦੇ ਵਿੱਚ ਟੀਚਰ ਬੀਬੀਆਂ ਸੀਗੀਆਂ, ਉਹਨਾਂ ਨੇ ਸਿਗਨੇਚਰ ਬਹੁਤੇ ਕਰਾ ਕੇ ਦਿੱਤੇ ਸੀਗੇ। ਤੇ ਹੁਣ ਵੀ ਜਿਹੜਾ ਵਾ ਘਰਾਂ ਦੇ ਵਿੱਚ ਜਿਹੜਾ ਵਾ ਉਹ ਬੀਬੀਆਂ ਹੀ ਬਹੁਤ ਵੱਡਾ ਰੋਲ ਅਦਾ ਕਰ ਰਹੀਆਂ ਪੰਜਾਬੀ ਬੋਲਣ, ਜਿੱਦਾਂ ਭੈਣ ਜੀ ਹੋਣਾ ਦੱਸਿਆ। ਨੁਸਰਤ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਹੁਣ ਆਪਾਂ ਥੋੜੇ ਜਿਹੇ ਕਮਰਸ਼ੀਅਲ ਸੁਨੇਹੇ ਸੁਣ ਲਈਏ ਤੇ ਫਿਰ ਆਪਾਂ ਹੋਰ ਅਗਲੇ ਜਿਹੜੇ ਸਾਡੇ ਪਾਰਟਿਸਪੈਂਟ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ। ਤੁਸੀਂ ਰੇਡੀਓ ਸੁਣਦੇ ਹੋ? ਇਹ ਜੀ, ਮੁੰਡੇ ਦਾ ਵਿਆਹ ਸਿਰ ਉੱਤੇ ਹੈ ਤੇ ਤੁਸੀਂ ਇੱਥੇ ਬੈਠੇ ਪੀ ਰਹੇ ਹੋ। ਵਿਆਹ ਦੀ ਗੱਡੀ ਨਹੀਂ ਬੁੱਕ ਕਰਨੀ? ਉਹ ਜੇਡੀ ਵਾਲੇ ਹੈ ਨਾ। ਜੇਡੀ ਵਾਲੇ? ਮੈਂ ਤੁਹਾਡੇ ਪੀਣ ਦੀ ਗੱਲ ਨਹੀਂ ਕਰ ਰਹੀ, ਮੁੰਡੇ ਨੇ ਵਿਆਹ ਤੇ ਕਿਵੇਂ ਪਹੁੰਚਣਾ ਹੈ। ਉਹ ਮੈਂ ਵੀ ਪੀਣ ਦੀ ਗੱਲ ਨਹੀਂ ਕਰ ਰਿਹਾ, ਜੇਡੀ ਪ੍ਰੈਸਟੀਜ ਕਾਰਜ਼ ਵਾਲਿਆਂ ਦੀ ਗੱਲ ਕਰ ਰਿਹਾ। ਉਹਨਾਂ ਕੋਲ ਨਵੀਆਂ ਰੋਲਸ ਰਾਇਸ, ਫੈਂਟਮ, ਗੋਸਟ, ਬੈਂਟਲੀ ਮੌਲਸਨ, ਮਰਸੀਡੀਜ਼ ਤੇ ਲਿਮੋ ਗੱਡੀਆਂ ਨੇ, ਤੇ ਨਾਲੇ ਉਹਨਾਂ ਕੋਲ ਵਿਆਹ ਵਾਲੀ ਨੰਬਰ ਪਲੇਟ ਵੀ ਹੈ ਤੇ ਰੇਟ ਵੀ ਬਹੁਤ ਸਸਤੇ। ਵਿਆਹ ਵਾਲੀ ਬੈਂਟਲੀ, ਉਹ ਵੀ ਇੰਨੀ ਸਸਤੀ? ਉਹਨਾਂ ਦਾ ਨੰਬਰ ਕੀ ਹੈ? 0208384075 or visit www.jdprestigecars.com। ਨਿਊਪੋਰਟ ਸੋਲਿਸਿਟਰਸ। ਕੀ ਤੁਹਾਨੂੰ ਇਮੀਗ੍ਰੇਸ਼ਨ ਜਾਂ ਅਸਾਈਲਮ ਬਾਰੇ ਕੋਈ ਪ੍ਰੋਬਲਮ ਹੈ, ਜਾਂ ਆਪਣੀ ਵਾਈਫ ਜਾਂ ਹਸਬੈਂਡ ਨੂੰ ਇੰਡੀਆ ਤੋਂ ਸਪਾਂਸਰ ਕਰਵਾਉਣਾ ਹੈ? ਡਿਵੋਰਸ, ਫਾਈਨੈਂਸ਼ੀਅਲ ਸੈਟਲਮੈਂਟ ਜਾਂ ਬੱਚਿਆਂ ਬਾਰੇ ਕਿਸੇ ਮੈਟਰ ਤੇ ਹੈਲਪ ਚਾਹੀਦੀ ਹੈ ਤਾਂ ਸਾਨੂੰ ਕੰਟੈਕਟ ਕਰੋ। ਅਸੀਂ ਵਿਲਸ ਐਂਡ ਪ੍ਰੋਬੇਟ, ਲਿਟੀਗੇਸ਼ਨ ਤੇ ਪਾਵਰ ਆਫ ਅਟਾਰਨੀ ਬਣਾਉਣ ਵਿੱਚ ਵੀ ਮਦਦ ਕਰ ਸਕਦੇ ਹਾਂ। ਤੁਸੀਂ ਸਾਡੇ ਨਾਲ ਪੰਜਾਬੀ 'ਚ ਗੱਲ ਕਰ ਸਕਦੇ ਹੋ। ਫੋਨ ਤੇ 15 ਮਿੰਟ ਕੰਸਲਟੇਸ਼ਨ ਬਿਲਕੁਲ ਫ੍ਰੀ। ਨਿਊਪੋਰਟ ਸੋਲਿਸਿਟਰਸ, based in Norwood Green. Telephone 0208-581-4469 or go to www.newportsolicitors.co.uk. Universal Heating and Plumbing Limited. Exclusive ਤੇ latest designs ਦੇ bathroom and sanitaries ਦੇ top suppliers. ਸਾਡੇ ਕੋਲ ਹਰ ਬ੍ਰਾਂਡ ਦੇ ਬੋਇਲਰਸ ਦੀ ਬਹੁਤ ਵੱਡੀ ਵੈਰਾਈਟੀ। ਅਸੀਂ curved ਜਾਂ angled radiators ਬਣਾਉਣ ਦੇ ਵੀ specialist ਹਾਂ। ਯਾਨੀ ਜਿੱਦਾਂ ਦੀ ਵਿੰਡੋ ਉਦਾਂ ਦਾ ਰੇਡੀਏਟਰ ਫਿੱਟ। Heating ਜਾਂ plumbing ਦਾ ਕੋਈ ਵੀ ਸਮਾਨ ਜਾਂ ਕੋਈ ਵੀ ਪ੍ਰੋਬਲਮ ਹੋਵੇ ਤਾਂ ਯਾਦ ਰੱਖੋ Universal Heating and Plumbing। ਅਸੀਂ ਗੈਸ ਤੇ ਇਲੈਕਟ੍ਰਿਕ ਸਰਟੀਫਿਕੇਟਸ ਵੀ ਦਿੰਦੇ ਹਾਂ। 16 to 17 Cold Harbor Lane, Hayes. Telephone 0208-561-0404. That is 0208-561-0404. साउथ हॉल की लंदन पर विच मशहूर Halls Bakery. with 25 years experience. We specialize in egg or eggless cakes. साडे बने केक्स दे स्वाद नु कोई बीट नहीं कर सकता, क्योंकि असी फाइनेस्ट क्वालिटी इंग्रेडिएंट्स ही यूज करते हां। Fresh cream cakes which ਅਸੀਂ 100% fresh dairy cream ही use ਕਰਦੇ ਹਾਂ। Branches in South Hall, Slough and Ilford. Order online In store or on the phone. केक उसे दिन ही तैयार। ਸਾਡੀ website hallsbakery.co.uk. For best cakes, remember the best. Halls Bakery. देसी रेडियो 1602 AM। ਹਾਂਜੀ, ਤੁਸੀਂ ਸੁਣ ਰਹੇ ਹੋ ਦੇਸੀ ਰੇਡੀਓ 1602 AM ਸੈਟਲਾਈਟ ਚੈਨਲ 069 ਤੇ ਗਾਉਂਦਾ ਪੰਜਾਬ ਬਿੱਟੂ ਦੇ ਨਾਲ। ਅੱਜ ਆਪਾਂ ਪੰਜਾਬੀ ਭਾਸ਼ਾ ਪ੍ਰਤੀ ਚੇਤਨਤਾ ਜਾਂ ਅਵੇਅਰਨੈਸ ਕ੍ਰੀਏਟ ਕਰਨ ਲਈ ਖਾਸ ਤੌਰ ਤੇ ਜਿਹੜੀ 2021 ਦੇ ਵਿੱਚ ਜਨਗਣਨਾ ਜਾਂ ਸੈਂਸਸ ਹੋਣੀ ਆ, ਉਹਦੇ ਵਿੱਚ ਪੰਜਾਬੀ ਭਾਸ਼ਾ ਨੂੰ ਦੂਜੇ ਨੰਬਰ ਤੇ ਲਿਆਉਣ ਲਈ, ਔਰ ਦੂਸਰਾ ਜਿਹੜਾ ਹੁਣੇ ਹੀ ਉਹਨਾਂ ਨੇ ਇਸ ਸਬੰਧ ਵਿੱਚ ਜਿਹੜੀ ਕਮਿਊਨਿਟੀ ਦੀਆਂ ਜੌਬਾਂ ਕੱਢੀਆਂ ਨੇ, ਉਹਦੇ ਵਿੱਚ ਉਹਨਾਂ ਨੇ ਜਿਹੜੀ ਇੰਡੀਅਨ ਸਾਈਡ ਤੋਂ ਉਹਨਾਂ ਨੇ ਕਿਹਾ ਕਿ ਜਿਹੜੀ ਇੰਡੀਅਨ ਤੇ ਗੁਜਰਾਤੀ, ਉਹਨਾਂ ਨੂੰ ਗੁਜਰਾਤੀ ਤੇ ਇੰਗਲਿਸ਼ ਆਉਣੀ ਚਾਹੀਦੀ ਹੈ, ਤੇ ਦੂਜੇ ਪਾਸੇ ਪਾਕਿਸਤਾਨ ਵਾਲਿਆਂ ਨੂੰ ਪੰਜਾਬੀ
ਉਰਦੂ ਤੇ ਇੰਗਲਿਸ਼ ਆਉਣੀ ਚਾਹੀਦੀ ਹੈ। ਸੋ ਉਹਦੇ ਸੰਬੰਧ ਵਿੱਚ ਜਿਹੜੀ ਪੱਖਪਾਤ ਹੋ ਰਿਹਾ, ਇਹਨਾਂ ਸੰਬੰਧ ਵਿੱਚ ਗੱਲਾਂ ਬਾਤਾਂ ਕਰਨ ਲਈ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ। ਸੋ ਹੁਣ ਆਪਣੇ ਕੋਲ ਸਾਡੇ ਮਾਨਯੋਗ MP ਵਰਿੰਦਰ ਸ਼ਰਮਾ ਜੀ ਲਾਈਨ ਤੇ ਨੇ। ਸ਼ਰਮਾ ਜੀ, ਤੁਹਾਡਾ ਸਵਾਗਤ ਹੈ, ਜੀ ਆਇਆਂ ਨੂੰ। ਬਹੁਤ ਬਹੁਤ ਧੰਨਵਾਦ ਬਿੱਟੂ ਜੀ, ਬਹੁਤ ਬਹੁਤ ਧੰਨਵਾਦ। ਹੋਰ ਸ਼ਰਮਾ ਜੀ, ਤੁਸੀਂ ਇਸ ਵਿਸ਼ੇ ਦੇ ਬਾਰੇ ਚ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇਹ ਇੱਕ ਬਹੁਤ ਹੀ ਇੰਪੋਰਟੈਂਟ ਇਸ਼ੂ ਸਾਡੀ ਕਮਿਊਨਿਟੀ ਲਈ ਹੈ। ਅਗਰ ਤਾਂ ਅਸੀਂ ਆਪਣੀ ਜ਼ੁਬਾਨ, ਆਪਣੀ ਬੋਲੀ ਦੇ ਨਾਲ ਪਿਆਰ ਕਰਦੇ ਹਾਂ ਜਾਂ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਆਉਣ ਵਾਲੀਆਂ ਜਨਰੇਸ਼ਨ ਜ਼ੁਬਾਨ ਦੇ ਨਾਲ, ਸਾਡੀ ਬੋਲੀ ਦੇ ਨਾਲ ਜੁੜੇ ਰਹਿਣ, ਤਾਂ ਇੱਕ ਮੌਕਾ ਆ ਉਹ ਐਸਟੈਬਲਿਸ਼ ਕਰਨੇ ਦਾ, ਤਾਂ ਕਿ ਇੱਥੇ ਦੇ ਸਿਸਟਮ ਨੂੰ ਪਤਾ ਲੱਗੇ ਕਿ ਬਈ ਇੱਥੇ ਦੂਸਰੀਆਂ ਕਮਿਊਨਿਟੀ ਜਿਨ੍ਹਾਂ ਦੀ ਬੋਲੀ ਕੋਈ ਹੋਰ ਹੈ, ਘਰਾਂ ਦੇ ਵਿੱਚ ਉਹ ਬੋਲੀ ਜਾਂਦੀ ਹੈ, ਅਸੀਂ ਉਹਨੂੰ ਇੰਪੋਰਟੈਂਸ ਦਿੰਦੇ ਹਾਂ। ਇਸ ਕਰਕੇ ਮੈਂ ਇਸ ਗੱਲ ਤੇ ਪੂਰਾ ਜ਼ੋਰ ਲਾਉਣਾ, ਔਰ ਮੈਂ ਜਿੱਥੇ ਜਿੱਥੇ ਵੀ ਕੋਈ ਵੀ ਇੰਸਟੀਟਿਊਸ਼ਨ ਦੇ ਵਿੱਚ ਗੱਲ ਕਰਨੇ ਦਾ ਮੌਕਾ ਮਿਲਦਾ ਤਾਂ ਮੈਂ ਉੱਥੇ ਉਹਨਾਂ ਨੂੰ ਯਕੀਨ ਦਿਵਾਉਣਾ ਕਿ ਅਸੀਂ ਜਿੰਨਾ ਚਿਰ ਆਪਣੇ ਬੱਚਿਆਂ ਨੂੰ ਪ੍ਰੇਰਿਤ ਨਹੀਂ ਕਰਦੇ, ਉਹਨਾਂ ਨੂੰ ਇਨਕਰੇਜ ਨਹੀਂ ਕਰਦੇ, ਅਸੀਂ ਨਹੀਂ ਆਪਣੇ ਬੱਚਿਆਂ ਦੇ ਨਾਲ ਪੰਜਾਬੀ 'ਚ ਗੱਲ ਕਰਦੇ, ਤਾਂ ਉਹਨਾਂ ਚਿਰ ਬੱਚਿਆਂ ਦਾ ਉਸ ਪਾਸੇ ਨੂੰ ਧਿਆਨ ਨਹੀਂ ਜਾਊਗਾ। ਦੂਜੀ ਗੱਲ ਬਿੱਟੂ ਜੀ, ਮੈਂ ਹਮੇਸ਼ਾ ਕਹਿੰਦਾ, ਭਾਵੇਂ ਤੁਸੀਂ 10 ਜਨਰੇਸ਼ਨ ਲਓ, ਪੰਜਾਬੀ ਬੋਲੀ ਤੁਹਾਡੀ ਜੀਨ ਚੋਂ ਨਹੀਂ ਨਿਕਲ ਸਕਦੀ, ਜੋ ਮਰਜ਼ੀ ਕਰ ਲਓ, ਲੇਕਿਨ ਉਹਨੂੰ ਜੀਨ ਨੂੰ ਕਾਇਮ ਰੱਖਣਾ ਅੱਜ ਦੀ ਪੀੜ੍ਹੀ ਦਾ ਫਰਜ਼ ਹੈ, ਜਿਹਦੇ ਵਿੱਚ ਮੈਂ, ਤੁਸੀਂ ਤੇ ਹੋਰ ਬਹੁਤ ਸਾਰੇ ਸਾਥੀ ਉਹਦੇ ਵਿੱਚ ਆਉਂਦੇ ਆ। ਇਸ ਕਰਕੇ ਮੈਂ ਅਪੀਲ ਕਰਦਾ ਕਿ ਜਿਹੜੀ ਅਗਲੇ ਸਾਲ ਦੀ 2021 ਦੇ ਵਿੱਚ ਜਨਗਣਨਾ ਆਉਣੀ ਆ, ਉਹਦੇ ਵਿੱਚ ਆਪਣੀ ਜਦੋਂ ਖਾਨਾ ਆ ਕਿ ਤੁਸੀਂ ਘਰ ਦੇ ਵਿੱਚ ਕੀ ਬੋਲਦੇ ਆ ਤਾਂ ਉੱਥੇ ਪੰਜਾਬੀ ਜ਼ਰੂਰ ਲਿਖੋ। ਉਹਦੇ ਵਿੱਚ ਤੁਹਾਡਾ ਜਾਣਾ ਕੱਖ ਨਹੀਂ, ਜੇ ਨਹੀਂ ਕਰੋਗੇ ਤਾਂ ਆਉਣ ਵਾਲੀ ਜਨਰੇਸ਼ਨ ਦਾ ਰਹਿਣਾ ਕੱਖ ਨਹੀਂ। ਜੀ, ਇਹ ਮੇਰਾ ਆਪਣਾ ਬੇਸਿਕ ਵਿਊ ਆ ਕਿ ਮੈਂ ਚਾਹੁੰਦਾ ਕਿ ਜਦੋਂ ਵੀ ਅਸੀਂ ਆਪਣੇ ਇੰਸਟੀਟਿਊਸ਼ਨ ਦੇ ਵਿੱਚ, ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਵੀ ਕੋਈ ਮੌਕਾ ਮਿਲਦਾ ਤਾਂ ਜ਼ਰੂਰ ਸਟੇਜ ਤੋਂ ਲੋਕਾਂ ਨੂੰ ਅਪੀਲ ਕਰੋ, ਤਾਂ ਕਿ ਅਗਰ 500 ਬੰਦੇ ਨੂੰ ਅਸੀਂ ਇੱਕ ਗੱਲ ਤੇ ਅਪੀਲ ਕਰਦੇ ਆ ਤਾਂ ਗਾਹਾਂ ਜਾ ਕੇ 9 ਬੰਦਿਆਂ ਨੂੰ ਅਗਰ ਕਹੂਗਾ ਤਾਂ 2000 ਬੰਦੇ ਦੇ ਮੈਸੇਜ ਚਲੇ ਜਾਂਦਾ ਅਗਰ ਇੱਕ ਸੰਗਤ ਦੇ ਵਿੱਚ ਦੱਸੇਗਾ। ਸ਼ਰਮਾ ਜੀ, ਕਿਉਂਕਿ ਤੁਸੀਂ ਸਾਡੇ ਚੁਣੇ ਹੋਏ ਨੁਮਾਇੰਦੇ ਹੋ ਔਰ ਬੜਾ ਮਾਣ ਆ ਸਾਨੂੰ ਤੁਹਾਡੇ ਤੇ ਕਿ ਤੁਸੀਂ ਇੱਕ ਪੰਜਾਬੀ ਹੋ, ਔਰ ਜਦੋਂ ਵੀ ਤੁਸੀਂ ਮਿਲਦੇ ਹੋ ਤੁਸੀਂ ਪ੍ਰੋਪਰ ਜਿੱਦਾਂ ਠੇਠ ਪੰਜਾਬੀ ਵਿੱਚ ਗੱਲਾਂ ਬਾਤਾਂ ਕਰਦੇ ਹੋ, ਔਰ ਬੜਾ ਸਵਾਦ ਆਉਂਦਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ। ਕਿ ਕਿਉਂਕਿ ਆਮ ਤੌਰ ਤੇ ਜਿਹੜੇ ਇੱਥੋਂ ਦੇ ਓਬਵੀਅਸਲੀ ਬੋਰਨ ਨੇ, ਉਹ ਜਿੰਨੀ ਮਰਜ਼ੀ ਪੰਜਾਬੀ ਬੋਲਦੇ ਨੇ, ਪਰ ਉਹ ਫਿਰ ਵੀ ਵਿੱਚ ਉਹਨਾਂ ਦੀ ਅੰਗਰੇਜ਼ੀ ਮਿਕਸ ਹੋ ਜਾਂਦੀ ਹੈ। ਉਹਨਾਂ ਦੀ ਕੋਈ ਮਤਲਬ ਇਹਦੇ 'ਚ ਕੋਈ ਗਲਤ ਨਹੀਂ ਹੈ ਕਿਉਂਕਿ ਉਹ ਇੱਥੋਂ ਦੇ ਬੋਰਨ ਨੇ, ਪਰ ਤੁਸੀਂ ਕਿਉਂਕਿ ਸਾਡੇ ਉੱਥੋਂ ਆਏ ਹੋਏ ਹੋ, ਸਾਡੇ ਵਰਗੇ ਹੋ, ਸਾਡੇ ਵਧੀਆ। ਸੋ ਕੀ ਜਿਹੜੇ ਹੋਰ ਵੀ ਸਾਡੇ MPs ਨੇ, ਟੇਸੀਸ ਜਾਂ ਹੋਰ ਵੀ ਪੰਜਾਬੀ MP ਨੇ, ਕਿ ਤੁਸੀਂ ਆਪਣੇ ਤੌਰ ਤੇ ਵੀ ਕੋਈ ਕੈਂਪੇਨ ਚਲਾ ਰਹੇ ਹੋ ਇਸ ਗੱਲ ਪ੍ਰਤੀ? ਦੇਖੋ, ਮੇਰਾ ਆਪਣਾ ਇੱਕ ਯਕੀਨ ਹੈ ਕਿ ਹਰ ਗੱਲ ਕਿਸੇ ਪੋਲੀਟੀਕਲ ਬੰਦੇ ਦੇ ਹੱਥ 'ਚ ਨਹੀਂ ਦੇਣੀ ਚਾਹੀਦੀ। ਜਿਹੜੀ ਵੀ ਮੂਵਮੈਂਟ, ਜਿਹੜੀ ਵੀ ਕੈਂਪੇਨ ਚਲਾਉਣੀ ਹੋਵੇ, ਉਹ ਕਮਿਊਨਿਟੀ ਵਿੱਚੋਂ ਉੱਠਣੀ ਚਾਹੀਦੀ ਹੈ। ਚੀਜ਼ਾਂ ਹੋ ਜਾਂਦੀਆਂ ਬਿੱਟੂ ਜੀ, ਜੇ ਫਰਜ਼ ਕਰ ਲਓ ਮੈਂ ਕੱਲ ਸ਼ੁਰੂ ਕਰਦਾ ਤਾਂ ਜਿਹੜਾ ਲੇਬਰ ਪਾਰਟੀ ਨੂੰ ਨਹੀਂ ਪਸੰਦ ਕਰਦੇ ਉਹ ਆਟੋਮੈਟਿਕਲੀ ਇਸ ਕਰਕੇ ਵੀ ਨਹੀਂ ਮੁਖਾਲਫਤ ਕਰਨੀ ਹੈ ਕਿ ਕੋਈ ਵਰਿੰਦਰ ਮੋਰੇ ਨਹੀਂ। ਵਰਿੰਦਰ ਜੀ, ਇਸ ਏਰੀਏ ਦੇ ਵਿੱਚ ਮੈਨੂੰ ਨਹੀਂ ਲੱਗਦਾ ਲੇਬਰ ਪਾਰਟੀ ਦੀ ਮੁਖਾਲਫਤ ਬਹੁਤੀ ਹੈਗੀ ਜਿੰਨੀਆਂ ਵੋਟਾਂ ਤੁਹਾਨੂੰ ਮਿਲਦੀਆਂ। ਨਹੀਂ, ਮੈਂ ਐਗਜ਼ਾਮਪਲ ਦਿੰਦਾ। ਨਹੀਂ, ਹਾਂਜੀ ਮੈਂ ਸਮਝ ਗਿਆ। ਅਸੀਂ ਉਹ ਜਿਹੜੀ ਮੇਰੀ ਹੁੰਦੀ ਆ ਕਿ ਜਿੱਦਾਂ ਹੁਣ ਇੱਥੇ ਉਹ ਆਪਣੇ ਗਰੁੱਪ ਬਣਿਆ ਹੋਇਆ ਜਿਹੜੇ ਕੰਪੇਨ ਕਰਦੇ ਆ, ਮੈਂ ਉਹਨਾਂ ਦੀ ਪੂਰੀ ਬੈਕ ਕਰਦਾ। ਬਿਲਕੁਲ ਜੀ, ਮੇਰਾ ਉਹਦੇ ਵਿੱਚ ਕੋਈ ਇਤਰਾਜ਼ ਨਹੀਂ ਮੈਨੂੰ ਕਿ ਉਹ ਸਿੱਖ ਆ, ਕਿ ਉਹ ਹਿੰਦੂ ਆ, ਕਿ ਉਹ ਮੁਸਲਮਾਨ ਆ। ਮੇਰਾ ਮਤਲਬ ਇਹ ਆ ਕਿ ਉਹ ਪੰਜਾਬੀ ਲਈ ਜੱਦੋ ਜਹਿਦ ਆ, ਪੰਜਾਬੀ ਬੋਲੀ ਨੂੰ ਪ੍ਰਮੋਟ ਕਰਨਾ ਚਾਹੁੰਦੇ ਆ। ਉਹ ਚਾਹੁੰਦੇ ਆ ਕਿ ਸਾਡੀ ਬੋਲੀ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਵੀ ਚੱਲਦੀ ਰਹੇ, ਇੱਥੇ ਦੇ ਸਿਸਟਮ ਉਹਨੂੰ ਐਕਸੈਪਟ ਕਰ ਲੈਣ। ਮੈਂ ਇਸ ਕਰਕੇ ਉਹਨਾਂ ਦੀ ਮਦਦ ਕਰਦਾ, ਉਹਨਾਂ ਦੇ ਪਿੱਛੇ ਆ। ਉਹ ਮੈਨੂੰ ਦਿਨੇ ਸੱਦ ਲੈਣ, ਮੈਨੂੰ ਰਾਤੇ ਸੱਦ ਲੈਣ, ਕਿਤੇ ਬੁਲਾ ਲੈਣ, ਤਾਂ ਮੈਨੂੰ ਉਹਦੇ 'ਚ ਕੋਈ ਤਕਲੀਫ ਨਹੀਂ। ਜੇ ਪੋਲੀਟੀਕਲ ਐਂਗਲ ਤੋਂ ਸ਼ੁਰੂ ਹੋ ਜਾਣੀ ਆ, ਠੀਕ ਹੈ, ਤਾਂ ਉਹਦੇ ਵਿੱਚ ਡਿਵੀਜ਼ਨ ਆ ਜਾਣੀ ਹੈ। ਫਿਰ ਉਹਦੇ ਵਿੱਚ ਡਿਵੀਜ਼ਨ ਮੈਂ ਬੜਾ
ਖੁੱਲ ਕੇ ਗੱਲ ਕਰਦਾ। ਕਈ ਵਾਰੀ ਫਿਰ ਆ ਜਾਂਦਾ ਕਿ ਦੁਆਬਾ ਆ ਕਿ ਮਾਝੇ ਦਾ ਆ, ਇਹ ਹਿੰਦੂ ਆ ਕਿ ਸਿੱਖ ਆ। ਉਸ ਗੱਲ ਦੇ ਵਿੱਚ ਜਦੋਂ ਅਸੀਂ ਪੈ ਜਾਂਦੇ ਆ ਤਾਂ ਅਸੀਂ ਆਪਣੀ ਜਿਹੜੀ ਵੀ ਕੰਪੇਨ ਆ ਉਹਦੇ ਨਾਲ ਧਰੋ ਕਰਦੇ ਆ, ਉਹਦੇ ਨਾਲ ਧੱਕਾ ਕਰਦੇ ਆ, ਉਹਦੀ ਮਦਦ ਨਹੀਂ ਕਰਦੇ। ਸਾਰਿਆਂ ਨਾਲੋਂ ਵੱਡੀ ਗੱਲ ਤਾਂ ਸ਼ਰਮਾ ਜੀ ਤੁਸੀਂ ਇੱਕ ਬਹੁਤ ਵੱਡੀ ਐਗਜ਼ਾਮਪਲ ਹੋ ਕਿ ਤੁਸੀਂ ਆਪ ਇੰਨੀ ਵਧੀਆ ਔਰ ਹਮੇਸ਼ਾ ਪੰਜਾਬੀ ਬੋਲਦੇ ਹੋ ਅਨਲੈਸ ਕਿ ਜ਼ਰੂਰਤ ਹੋਵੇ। ਜਦੋਂ ਕਿਤੇ ਕੋਈ ਜ਼ਰੂਰਤ ਹੋਵੇ ਤੁਸੀਂ ਜ਼ਰੂਰ ਅੰਗਰੇਜ਼ੀ ਬੋਲਦੇ ਹੋ ਕਿ ਇੱਥੇ ਹੁਣ ਪੰਜਾਬੀ ਨਹੀਂ ਸੁਣਨ ਵਾਲੇ ਲੋਕ, ਅਦਰਵਾਈਜ਼ ਮੈਂ ਤੁਹਾਨੂੰ ਕਦੇ ਕੋਈ ਹੋਰ ਭਾਸ਼ਾ ਬੋਲਦੇ ਸੁਣਿਆ ਨਹੀਂ ਕਦੇ। ਇਹ ਇੱਕ ਬੜੀ ਵੱਡੀ ਉਦਾਹਰਨ ਹੈ। ਪ੍ਰਾਊਡਲੀ ਕਹਿਣਾ ਮੈਂ ਇਹਦੇ ਵਿੱਚ ਮੈਨੂੰ ਕੋਈ ਹੋਰ ਲਾਭ ਨਹੀਂ, ਇਸ ਕਰਕੇ ਨਹੀਂ ਕਿ ਹੁਣ ਮੈਂ MP ਬਣ ਗਿਆ। ਅਗਰ ਤੁਸੀਂ 50 ਸਾਲ ਪੁਰਾਣੀ ਵੀ ਮੇਰੀ ਹਿਸਟਰੀ ਕੱਢ ਲਓ ਤਾਂ ਵੀ ਤੁਹਾਨੂੰ ਪਤਾ ਲੱਗੂ ਮੈਂ ਹਮੇਸ਼ਾ ਹੀ ਕਿਹਾ ਕਿ ਸਾਡੀ ਜ਼ੁਬਾਨ ਪੰਜਾਬੀ ਆ, ਸਾਡੀ ਬੋਲੀ ਪੰਜਾਬੀ ਆ। ਅਸੀਂ ਇਹ ਤੋਂ ਦੂਰ ਨਹੀਂ ਹੋ ਸਕਦੇ ਜੋ ਕੋਈ ਮਰਜ਼ੀ ਕਹੀ ਜਾਵੇ। ਅਗਰ ਮੈਂ ਕਹਿ ਦਿਆਂ ਕਿ ਮੇਰੀ ਪੰਜਾਬੀ ਬੋਲੀ ਨਹੀਂ ਤਾਂ ਮੈਂ ਇਹਦਾ ਮਤਲਬ ਕਿ ਸਭ ਤੋਂ ਵੱਡਾ ਝੂਠ ਬੋਲ ਰਿਹਾ। ਬਿਲਕੁਲ ਜੀ। ਪਬਲਿਕ ਦੇ ਵਿੱਚ ਮੈਂ ਇੱਕ ਗੱਲ ਇੱਥੇ ਐਡ ਕਰਨੀ ਚਾਹੁੰਦਾ, ਜਦੋਂ ਪੰਜਾਬੀ ਸੂਬੇ ਦੀ ਲਹਿਰ ਸੀ ਹਾਂਜੀ ਪੰਜਾਬ ਦੇ ਵਿੱਚ ਇੱਕ ਪੋਲੀਟੀਕਲ ਮੂਵਮੈਂਟ ਦੇ ਅੰਡਰ ਹਾਂਜੀ ਪੰਜਾਬ ਦੇ ਸੀਨੀਅਰ ਕਾਂਗਰਸੀਆਂ ਨੇ ਆਪਣੀ ਜ਼ੁਬਾਨ ਹਿੰਦੀ ਲਿਖਾਈ ਸੀ। ਬਿਲਕੁਲ ਬਿਲਕੁਲ ਜੀ, ਹਿਸਟਰੀ ਹੈ। ਠੀਕ ਹੈ। ਅਗਰ ਤੁਸੀਂ ਪੁਰਾਣਾ ਰਿਕਾਰਡ ਕਿਤੇ ਤੁਹਾਨੂੰ ਮਿਲ ਜਾਏ ਤਾਂ 2 ਬੰਦੇ ਸੀ ਕਾਂਗਰਸ ਪਾਰਟੀ ਦੇ ਲੀਡਰ। ਮੇਰੇ ਪਿਤਾ ਜੀ ਡਾਕਟਰ ਲੇਖਰਾਜ ਦੁਆਬੇ ਤੋਂ ਜਲੰਧਰ ਤੋਂ ਹਾਂਜੀ ਕਾਂਗਰਸ ਦੇ ਪ੍ਰਧਾਨ ਸੀਗੇ। ਉਹਨਾਂ ਨੇ ਕਿਹਾ ਸੀਗਾ ਕਿ ਨਹੀਂ ਪੰਜਾਬੀਆਂ ਦੀ ਜ਼ੁਬਾਨ ਪੰਜਾਬੀ ਆ, ਭਾਵੇਂ ਉਹ ਹਿੰਦੂ ਆ ਭਾਵੇਂ ਉਹ ਸਿੱਖ ਆ। ਉਸ ਵੇਲੇ ਕਾਂਗਰਸ ਦੇ ਅੰਦਰ ਜਦੋਂ ਡਿਵੀਜ਼ਨ ਆਈ ਸੀ ਤਾਂ ਬਹੁਤੇ ਸਿੱਖ ਲੀਡਰਾਂ ਨੇ ਆਪਣੀ ਪੰਜਾਬੀਆਂ ਦੇ ਕਾਂਗਰਸੀਆਂ ਨੇ ਆਪਣੀ ਜ਼ੁਬਾਨ ਹਿੰਦੀ ਲਿਖਾਤੀ ਸੀ। ਬਿਲਕੁਲ ਕੋਈ ਸ਼ੱਕ ਨਹੀਂ। ਇਸ ਕਰਕੇ ਮੇਰੀ ਬੈਕਗ੍ਰਾਉਂਡ ਇਹ ਆ, ਮੇਰੇ ਪਰਿਵਾਰਕ ਤੌਰ ਤੇ ਵੀ ਅਸੀਂ ਹਮੇਸ਼ਾ ਆਪਣੀ ਬੋਲੀ ਦੇ ਨਾਲ ਖੜੇ ਰਹੇ ਹਾਂ। ਸਾਨੂੰ ਉਹ ਚ ਸਿਆਸੀ ਲਾਭ ਹੋਇਆ ਜਾਂ ਨਹੀਂ ਹੋਇਆ ਉਹ ਬਾਅਦ ਦੀ ਗੱਲ ਹੈ, ਉਹ ਹਿਸਟਰੀ ਦੱਸੂ। ਹਾਂਜੀ ਉਹ ਤਾਂ ਹੈ ਜੀ। ਹਾਂਜੀ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਮੈਨੂੰ ਪਤਾ ਅੱਜ ਤੁਸੀਂ ਬਹੁਤ ਬਿਜ਼ੀ ਹੋ, ਤੁਹਾਡੀਆਂ ਕਾਫੀ ਮੀਟਿੰਗ ਚੱਲ ਰਹੀ ਹੈ, ਉਹਦੇ 'ਚ ਸਮਾਂ ਕੱਢਿਆ ਪੰਜਾਬੀ ਲਈ, ਆਪਣੀ ਭਾਸ਼ਾ ਲਈ ਔਰ ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ, ਉਹਦੇ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਥੈਂਕ ਯੂ ਜੀ। ਮੈਂ ਇੱਕ ਗੱਲ ਧੰਨਵਾਦ ਕਰਨ ਤੋਂ ਪਹਿਲਾਂ ਇੱਕ ਗੱਲ ਐਡ ਕਰਨੀ ਚਾਹੁੰਦਾ। ਹਾਂਜੀ ਤੁਸੀਂ ਇੱਕ ਕੁਐਸਚਨ ਰੇਜ਼ ਕੀਤਾ ਸੀ ਕਿ ਜਿਹੜੀਆਂ ਆਹ ਜੌਬਸ ਐਡਵਰਟਾਈਜ਼ ਹਾਂਜੀ ਮੈਂ ਆਲਰੇਡੀ ਇੱਥੇ ਦੇ ਸਿਸਟਮ ਨੂੰ, ਇੱਥੇ ਦੇ ਗਵਰਨਮੈਂਟ ਨੂੰ ਚਿੱਠੀ ਲਿਖ ਚੁੱਕਾ, ਉਹਦੇ ਤੇ ਕੁਐਸਚਨ ਕਰ ਚੁੱਕਾ। ਬਿਲਕੁਲ ਕਿ ਜਦੋਂ ਅਸੀਂ ਪੰਜਾਬੀ ਲੋਕ ਇੱਥੇ ਕੰਟਰੀਬਿਊਟ ਕਰ ਰਹੇ ਹਾਂ ਤਾਂ ਸਾਡੀ ਉਸ ਵੇਲੇ ਜਦੋਂ ਜ਼ਰੂਰਤ ਹੈ ਕੈਂਪੇਨ ਦੇ ਵਿੱਚ ਲੋਕਾਂ ਨੂੰ ਜਾਗਰਤ ਕਰਨ ਲਈ, ਉਦੋਂ ਪੰਜਾਬੀ ਦਾ ਕਾਊਂਟ ਕਿਉਂ ਨਹੀਂ ਕੀਤਾ ਗਿਆ? ਮੈਂ ਉਹਦੇ ਤੇ ਕੁਐਸਚਨ ਕੀਤਾ ਹੋਇਆ ਤਾਂ ਹੋਪਫੁਲੀ ਸਾਨੂੰ ਉਹਦਾ ਕੋਈ ਨਾ ਕੋਈ ਰਿਸਪੌਂਸ ਆਊਗਾ। ਰਿਸਪੌਂਸ ਆਉਣ ਦੇ ਨਾਲ ਵੀ ਮੇਰਾ ਖਿਆਲ ਆ ਜਿਹੜੀ ਗਲਤੀ ਹੋਈ ਆ ਹਾਂਜੀ ਉਹਨੂੰ ਉਹ ਜ਼ਰੂਰ ਦੂਰ ਕਰਨੇ ਦੀ ਕੋਸ਼ਿਸ਼ ਕਰਨਗੇ, ਇਹ ਮੇਰਾ ਆਪਣਾ ਯਕੀਨ ਹੈ। ਪਰ ਦੇਖਿਆ ਇਹਦੇ ਤੇ ਅਸੀਂ ਆਪਣੀ ਕੰਪੇਨ, ਆਪਣੀ ਜਦੋਜਹਿਦ ਜਾਰੀ ਰੱਖਾਂਗੇ। ਥੈਂਕ ਯੂ ਸ਼ਰਮਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ, ਬਹੁਤ ਬਹੁਤ ਧੰਨਵਾਦ। ਥੈਂਕ ਯੂ। ਹਰਮੀਤ ਸਿੰਘ ਜੀ, ਸ਼ਰਮਾ ਜੀ ਨੇ ਇੱਕ ਪੁਆਇੰਟ ਲਿਆਂਦਾ ਕਿ ਧਰਮ ਦੇ ਨਾਂ ਤੇ ਕਈ ਵਾਰ ਲੋਕ ਵੰਡੇ ਜਾਂਦੇ ਆ। ਧਰਮ ਜਿੱਦਾਂ ਕਿ ਸਾਨੂੰ ਪਤਾ ਕਿ ਇਸ ਪੰਜਾਬੀ ਸੂਬੇ ਦੇ ਅੰਦੋਲਨ ਦੌਰਾਨ ਰਾਜਨੀਤਿਕ ਔਰ ਧਾਰਮਿਕ ਤੌਰ ਤੇ ਜਾਂ ਕੌਮੀਅਤ ਦੇ ਤੌਰ ਤੇ ਲੋਕ ਵੰਡੇ ਗਏ ਔਰ ਕੁਛ ਲੋਕਾਂ ਨੇ ਆਪਣੀ ਜ਼ੁਬਾਨ ਜਿਹੜੀ ਸੀ ਉਹ ਪੰਜਾਬੀ ਦੀ ਜਗ੍ਹਾ ਕੋਈ ਹੋਰ ਬੋਲੀ ਲਿਖਵਾਤੀ, ਜਿਹਦੇ ਕਰਕੇ ਪੰਜਾਬੀ ਸੂਬੇ ਨੂੰ ਔਰ ਪੰਜਾਬੀਆਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ। ਸੋ ਅੱਜ ਦੇ ਸੰਦਰਭ ਵਿੱਚ ਇਹ ਗੱਲ ਕਿੰਨੀ ਕੁ ਇੰਪੋਰਟੈਂਟ ਆ? ਬਿਲਕੁਲ ਸਹੀ ਗੱਲ ਕਹੀ ਹੈ ਸ਼ਰਮਾ ਜੀ ਨੇ। ਇਹ ਉਦੋਂ ਤੋਂ ਹੀ ਸ਼ੁਰੂ ਹੋਇਆ ਸੀ ਜਦੋਂ ਤੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੋਇਆ ਸੀ। ਉਦੋਂ ਤੋਂ ਹੀ ਪੰਜਾਬੀ ਭਾਸ਼ਾ ਨੂੰ ਜਿਹੜਾ ਸੀਗਾ ਉਹ ਤਹਿਸ ਨਹਿਸ ਕਰਨ ਵਾਸਤੇ ਅਲੱਗ-ਅਲੱਗ ਕਿਸਮ ਦੇ ਜਿਹੜੇ षडयंत्र ਰਚੇ ਗਏ। ਹੁਣ ਪੁਰਾਣੀਆਂ ਗੱਲਾਂ ਜੇ ਆਪਾਂ ਛੱਡ ਵੀ ਦਈਏ, ਪੰਜਾਬੀ ਸੂਬੇ ਦੀ ਗੱਲ ਵੀ ਛੱਡ ਦਈਏ, ਹੁਣ UK ਦੇ ਵਿੱਚ ਜਿਹੜੀ ਬ੍ਰਿਟਿਸ਼ ਕਮਿਊਨਿਟੀ ਕਿੰਨੀ ਪੜ੍ਹੀ ਲਿਖੀ ਆ, ਕਿੰਨੇ ਇਹਨਾਂ ਦੇ ਮਾਈਂਡ ਜਿਹੜੇ ਆ ਡੈਮੋਕ੍ਰੈਟਿਕ ਹੋ ਚੁੱਕੇ ਆ, ਲੇਕਿਨ ਫਿਰ ਵੀ ਸ਼ਰਾਰਤ ਇਹਨਾਂ ਨੇ ਕਰ ਦਿੱਤੀ ਨਾ। ਹੁਣ ਜੇ ਪਾਕਿਸਤਾਨੀ ਕਮਿਊਨਿਟੀ ਪੰਜਾਬੀ, ਉਹਨੂੰ ਜਿਹੜਾ ਵਾ ਇੰਡੀਅਨ ਕਮਿਊਨਿਟੀ ਲਿਖ ਕੇ ਤੇ ਵੰਡ ਦਿੱਤਾ। ਉਹ ਵੀ ਪੰਜਾਬੀ ਜਿਹੜੀ ਆ ਉੱਥੇ ਉਹਨਾਂ ਨੇ ਪੰਜਾਬੀਆਂ ਨੂੰ ਕੋਈ ਜਗ੍ਹਾ ਹੀ ਨਹੀਂ ਦਿੱਤੀ ਜਿਹੜੇ ਇੰਡੀਆ ਪੰਜਾਬ ਨੂੰ ਜਿਹੜੀਆਂ ਜਿਨ੍ਹਾਂ ਦੀਆਂ ਜੜ੍ਹਾਂ ਵਾ। ਇਹੋ ਜਿਹੀਆਂ ਸ਼ਰਾਰਤਾਂ ਜਿਹੜੀਆਂ ਵਾ ਇਹ ਰਾਜਨੀਤਿਕ ਲੋਕ ਜਿਹੜੇ ਆ ਉਹ ਕਰਦੇ ਰਹਿੰਦੇ ਆ ਤਾਂ ਕਿ ਡਿਵਾਈਡ ਐਂਡ ਰੂਲ ਜਿਹੜਾ ਵਾ ਉਹਨੂੰ ਅੱਗੇ ਲਿਆਂਦਾ ਜਾ ਸਕੇ। ਸੋ ਇਹਨੂੰ ਅਸੀਂ ਮਤਲਬ ਦੂਰ ਕਰਨ ਲਈ ਕੀ ਕਰ ਸਕਦੇ ਹਾਂ? ਅਵੇਅਰਨੈਸ ਜਦੋਂ ਹੋ ਜਾਂਦੀ ਹੈ ਜੀ, ਉਦੋਂ ਫਿਰ ਪ੍ਰੈਸ਼ਰ ਬੜਾ ਪੈ ਜਾਂਦਾ ਵਾ ਇਹਨਾਂ ਰਾਜਨੀਤਿਕ ਲੋਕਾਂ ਤੇ
ਜਿਹੜੇ ਇਹੋ ਜਿਹੀਆਂ ਸ਼ਰਾਰਤਾਂ ਕਰਦੇ ਆ ਫਿਰ ਉਹ ਇਹੋ ਜਿਹਾ ਕਰ ਨਹੀਂ ਸਕਦੇ। ਹੁਣ ਅਵੇਅਰਨੈਸ ਇਸ ਵੇਲੇ ਇੰਨੀ ਹੁੰਦੀ ਜਾ ਰਹੀ ਆ, ਜੇ ਹੋਰ ਲੋੜ ਤਾਂ ਹੈ ਇੰਨੀ ਪੂਰੀ ਆਪਾਂ ਕਹਿ ਤਾਂ ਨਹੀਂ ਸਕਦੇ ਕਿ ਪੂਰੀ ਅਵੇਅਰਨੈਸ ਹੋ ਗਈ, ਲੇਕਿਨ ਹੁਣ ਇੰਨੀ ਜ਼ਿਆਦਾ ਅਵੇਅਰਨੈਸ ਹੁੰਦੀ ਜਾ ਰਹੀ ਆ ਕਿ ਹਾਊਸ ਆਫ ਲਾਰਡ ਤੋਂ ਪ੍ਰੈਸ਼ਰ ਪੈ ਗਿਆ, ਪਾਰਲੀਮੈਂਟ ਤੋਂ ਪ੍ਰੈਸ਼ਰ ਪੈ ਗਿਆ, ਲੋਕਾਂ ਵੱਲੋਂ ਪ੍ਰੈਸ਼ਰ ਪੈ ਗਿਆ, ਮੀਡੀਆ ਵੱਲੋਂ ਪ੍ਰੈਸ਼ਰ ਪੈ ਰਿਹਾ ਵੀ ਤੁਸੀਂ ਆ ਜਿਹੜੀ ਛੋਟੀ ਜਿਹੀ ਗਲਤੀ ਭਾਵੇਂ ਕੀਤੀ ਆ, ਇਹ ਜਿਹੜੀ ਅੱਗੇ ਜਾ ਕੇ ਬੜਾ ਵੱਡਾ ਖਤਰਨਾਕ ਰੂਪ ਅਖਤਿਆਰ ਕਰ ਸਕਦੀ ਹੈ, ਇਹਨੂੰ ਠੀਕ ਕਰੋ, ਹਨਾ ਜੀ, ਤੇ ਇਹਨਾਂ ਨੂੰ ਕਰਨਾ ਹੀ ਪੈਣਾ। ਸੋ ਮਤਲਬ ਇਹ ਜਿਹੜੀ ਤੁਹਾਡਾ ਕੈਂਪੇਨ ਚੱਲ ਰਿਹਾ, ਇਹਦੇ ਨਾਲ ਹੋਰ ਕਿਹੜੇ ਲੋਕ ਜੁੜੇ ਹੋਏ ਨੇ? ਇਹਦੇ ਨਾਲ ਹਰ ਕਿਸਮ ਦੇ ਲੋਕ ਜੁੜੇ ਹੋਏ ਆ ਜੀ। ਇਹਦੇ ਨਾਲ ਕੋਈ ਧਰਮ, ਜਿਸ ਤਰ੍ਹਾਂ ਸ਼ਰਮਾ ਜੀ ਨੇ ਗੱਲ ਕੀਤੀ, ਇਹਦੇ ਨਾਲ ਕੋਈ ਇਹ ਨਹੀਂ ਸੋਚ ਰਿਹਾ ਕਿ ਮੈਂ ਮੁਸਲਮਾਨ ਹਾਂ, ਮੈਂ ਹਿੰਦੂ ਹਾਂ, ਮੈਂ ਕ੍ਰਿਸਚਨ ਹਾਂ, ਮੈਂ ਈਸਾਈ ਹਾਂ, ਮੈਂ ਬੋਧੀ ਹਾਂ, ਮੈਂ ਪਾਰਸੀ ਹਾਂ, ਮੈਂ ਜੈਨੀ ਹਾਂ, ਮੈਂ ਕੋਈ ਵੀ ਹਾਂ। ਸਾਰੇ ਪੰਜਾਬੀ ਭਾਸ਼ਾ ਬੋਲਣ ਵਾਲੇ ਲੋਕ ਸਾਰੇ ਜੁੜੇ ਆ, ਭਾਵੇਂ ਉਹ ਮੇਲ ਆ ਜਾਂ ਫੀਮੇਲ ਆ, ਤੇ ਉਹ ਰਾਜਨੀਤਿਕ ਲੋਕ ਵੀ ਜੁੜੇ ਆ। ਤੁਸੀਂ ਹੁਣੇ ਸੁਣ ਹੀ ਲਿਆ ਵਾ, ਜਿਹੜੇ ਮੀਡੀਆ ਤੇ ਆ ਕੇ ਆਪਣੇ MP ਸਾਹਿਬ ਵੀ ਬੋਲ ਕੇ ਗਏ ਆ, ਤੇ ਲਿਖਾਰੀ ਵੀ ਜੁੜੇ ਆ, ਕਵੀ ਵੀ ਜੁੜੇ ਆ, ਤੇ ਹੋਰ ਜਿੰਨੇ ਵੀ ਪੰਜਾਬੀ ਭਾਸ਼ਾ ਨਾਲ ਪਿਆਰ ਕਰਨ ਵਾਲੇ ਲੋਕ ਆ, ਭਾਵੇਂ ਉਹ ਪੰਜਾਬੀ ਵੀ ਨਹੀਂ, ਜਿਸ ਤਰ੍ਹਾਂ MP ਜਿਹੜੇ ਪੰਜਾਬੀ ਜਿੱਥੇ ਇਲਾਕਿਆਂ ਨੂੰ ਬਿਲੋਂਗ ਕਰਦੇ ਆ, ਉੱਥੇ ਉਹ ਇਸ ਵੇਲੇ MP ਜਿਹੜੇ ਆ ਉਹ ਚੁਣੇ ਗਏ ਆ, ਉਹ ਪੰਜਾਬੀ ਜੇ ਉੱਥੇ ਵੱਸਦੇ ਆ ਤੇ ਉਹ ਤਾਂ ਵੀ ਉਹ ਪੰਜਾਬੀ ਦੇ ਨਾਲ ਸਿਫਤੀ ਕਰਦੇ ਆ। ਪਰ ਫਿਰ ਵੀ ਇਹੋ ਜਿਹੀਆਂ ਸ਼ਰਾਰਤਾਂ ਜਿਹੜੀਆਂ, ਜਿਸ ਤਰ੍ਹਾਂ ਹੁਣ ਜੌਬ ਕੱਢਣ ਲੱਗਿਆ ਸੈਂਸਸ ਬੋਰਡ ਨੇ ਕੀਤੀਆਂ, ਇਹੋ ਜਿਹੀਆਂ ਸ਼ਰਾਰਤਾਂ ਹੁੰਦੀਆਂ ਰਹਿੰਦੀਆਂ। ਸੋ ਹਰਮੀਤ ਜੀ, ਆਪਣੇ ਕੋਲ ਹੁਣ ਇਸ ਤੋਂ ਅਗਲੇ ਜਿਹੜੇ ਪਾਰਟਿਸਪੈਂਟ ਆਏ ਨੇ, ਉਹ ਜਿੱਦਾਂ ਤੁਸੀਂ ਜ਼ਿਕਰ ਕੀਤਾ, ਕਵੀ ਵੀ ਨੇ, ਲਿਖਾਰੀ ਵੀ ਨੇ, ਔਰਤ ਵੀ ਨੇ, ਪੰਜਾਬੀ ਵੀ ਨੇ। ਹਾਂਜੀ, ਕੁਲਵੰਤ ਢਿੱਲੋਂ ਜੀ, ਤੁਹਾਡਾ ਸਵਾਗਤ ਹੈ ਦੇਸੀ ਰੇਡੀਓ ਤੇ। ਬਿੱਟੂ ਜੀ, ਬਹੁਤ ਧੰਨਵਾਦ ਤੁਹਾਡਾ। ਸੋ ਕੁਲਵੰਤ ਜੀ, ਜਿੱਦਾਂ ਕਿ ਆਪਾਂ ਇਹ ਗੱਲਾਂ ਬਾਤਾਂ ਕਰ ਰਹੇ ਹਾਂ, ਪੰਜਾਬੀ ਭਾਸ਼ਾ ਪ੍ਰਤੀ ਅਵੇਅਰਨੈਸ, ਪੰਜਾਬੀ ਭਾਸ਼ਾ ਆਪਣੇ ਆਪ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਪ੍ਰਤੀ, ਬਿਲੋਂਗ ਕਰਨ ਪ੍ਰਤੀ, ਕਿ ਇਹ ਕਹਿਣ ਪ੍ਰਾਊਡ ਹੋਣ ਪ੍ਰਤੀ ਕਿ ਅਸੀਂ ਪੰਜਾਬੀ ਹਾਂ ਔਰ ਸਾਡੀ ਮਾਂ ਬੋਲੀ ਪੰਜਾਬੀ ਆ, ਔਰ ਖਾਸ ਤੌਰ ਤੇ ਜਿਹੜੀ ਸੈਂਸਸ ਹੋ ਰਹੀ ਆ 2021 ਦੇ ਵਿੱਚ, ਉਹਦੇ ਵਿੱਚ ਅਸੀਂ ਪੰਜਾਬੀ ਬੋਲੀਏ ਘਰਾਂ ਵਿੱਚ ਔਰ ਫਿਰ ਪੰਜਾਬੀ ਲਿਖਾਈਏ, ਤਾਂ ਕਿ ਸਾਡੀ ਜਿਹੜੀ ਪੰਜਾਬੀ ਭਾਸ਼ਾ ਦੂਜੇ ਨੰਬਰ ਤੇ ਆ ਜਾਵੇ। ਸੋ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਇਹਦੇ ਬਾਰੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਸਾਨੂੰ ਆਪਣੇ ਘਰਾਂ ਦੇ ਵਿੱਚੋਂ ਹੀ ਉੱਠਣਾ ਪੈਣਾ ਹੈ, ਤੇ ਸਾਡੇ ਆਲੇ ਦੁਆਲੇ ਦੇ ਵਿੱਚੋਂ ਵੀ ਉੱਠਣਾ ਪੈਣਾ। ਇਸ ਦੀ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦੀ ਹਾਂ। ਇੱਕ ਇਹੋ ਜਿਹਾ ਪਰਿਵਾਰ ਹੈ ਜਿਹਨੂੰ ਕਿ ਮੈਂ ਜਾਣਦੀ ਹਾਂ, ਉਹ ਪਿੱਛੇ ਵੀ ਪੰਜਾਬੀ ਬੋਲਦੇ ਸੀ, ਇੱਥੇ ਵੀ ਪੰਜਾਬੀ ਬੋਲਦੇ ਆ, ਆਪਣੇ ਬੱਚਿਆਂ ਨਾਲ ਵੀ ਪੰਜਾਬੀ ਬੋਲਦੇ ਆ। ਪਰ ਜਦੋਂ ਇੱਕ ਵਾਰੀ ਮੈਨੂੰ ਉਹਦਾ ਮੈਂ ਫਾਰਮ ਭਰਨ ਲੱਗੀ, ਤਾਂ ਮੈਂ ਉਹਨੂੰ ਜਿਹੜਾ ਇਹ ਖਾਨਾ ਸੀਗਾ, ਤੇ ਉਹ ਕਹਿੰਦੀ ਹਿੰਦੀ ਲਿਖ ਦੇ। ਕਿਉਂ? ਮੈਂ ਕਿਹਾ ਤੂੰ ਹਿੰਦੀ ਕਾਹਤੋਂ ਕਹੀ ਜਾਂਦੀ ਆ? ਮੈਂ ਤਾਂ ਤੈਨੂੰ ਅੱਜ ਤੱਕ ਇੱਕ ਲਫ਼ਜ਼ ਹਿੰਦੀ ਦਾ ਨਹੀਂ ਸੁਣਿਆ ਤੇਰੇ ਮੂੰਹੋਂ। ਤੇ ਮੈਂ ਕਿਹਾ ਬੱਚਿਆਂ ਨਾਲ ਤੂੰ ਪੰਜਾਬੀ ਬੋਲਦੀ ਹੈ, ਆਪਣੇ ਪਿਤਾ ਜੀ ਨਾਲ ਪੰਜਾਬੀ ਬੋਲਦੀ ਹੈ। ਤੇ ਇਹ ਜਿਹੜੀ ਹੁਣ ਸ਼ਰਮਾ ਜੀ ਗੱਲ ਕਹਿ ਕੇ ਗਏ ਨੇ ਨਾ, ਵੀ ਉਹ ਜਿਹੜਾ ਸਮਾਂ ਸੀ, ਜਿਹੜੇ ਕਾਂਗਰਸੀ ਲੀਡਰ ਸੀ ਪਰ ਪੰਜਾਬੀ ਸੀ, ਉਹਨਾਂ ਨੇ ਹਿੰਦੀ ਲਿਖਾਈ। ਉਹਨਾਂ ਵੇਲਿਆਂ ਦੇ ਵਿੱਚ ਜਿਹੜੇ ਉਹਨਾਂ ਦੇ ਸੰਪਰਕ ਦੇ ਵਿੱਚ ਲੋਕ ਸੀ, ਖਾਸ ਕਰਕੇ ਪਿੰਡਾਂ ਦੇ ਲੋਕ, ਜਿਹੜੇ ਕਿ ਕਾਂਗਰਸ ਨੂੰ ਵੋਟਾਂ ਪਾਉਂਦੇ ਸੀ, ਉਦੋਂ ਤੋਂ ਹੀ ਇਹ ਜਿਹੜਾ ਚੱਲਿਆ ਆ ਰਿਹਾ ਹੈ। ਤੇ ਇਸ ਗੱਲ ਦਾ ਉਹਨਾਂ ਨੇ ਮੈਨੂੰ ਜ਼ਿਕਰ ਵੀ ਕੀਤਾ ਸੀ, ਆਪਾਂ ਨਾਂ ਨਹੀਂ ਲੈਣਾ, ਤੇ ਬੜੀ ਫੈਮਿਲੀ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਉਸ ਪਰਿਵਾਰ ਨੂੰ ਜਾਣਦੀ ਹਾਂ। ਤੇ ਇਸ ਲਈ ਸਾਨੂੰ ਆਪਣੇ ਘਰ ਤੋਂ ਲੈ ਕੇ ਆਪਣਾ ਜਿਹੜਾ ਆਲਾ ਦੁਆਲਾ, ਆਪਣੇ ਗੁਆਂਢ ਦੇ ਵਿੱਚੋਂ ਵੀ ਉਹਨਾਂ ਨੂੰ ਵੀ ਇਸ ਗੱਲ ਦਾ ਹਲੂਣਾ ਦੇਣਾ ਪੈਣਾ ਕਿ ਜੇ ਅਸੀਂ ਪੰਜਾਬੀ ਬੋਲਦੇ ਹਾਂ ਤਾਂ ਪੰਜਾਬੀ ਸਾਨੂੰ ਲਿਖਣੀ ਵੀ ਪੈਣੀ ਆ, ਤੇ ਸਾਡਾ ਜਿਹੜਾ ਖਾਨਾ ਪੂਰਤੀ ਆ ਉਹ ਵੀ ਪੰਜਾਬੀ ਦੇ ਵਿੱਚ ਕਰਨੀ ਪੈਣੀ ਹੈ। ਤੇ ਬਾਕੀ ਤੁਸੀਂ ਕਿਹਾ ਵੀ ਜਿਹੜੇ ਲੇਖਕਾਂ ਕਵੀਆਂ ਵਾਲੀ ਗੱਲ ਹੈ, ਕਿ ਅਸੀਂ ਆਪ ਪੰਜਾਬੀ ਲਿਖਦੇ ਹਾਂ, ਜੇ ਸਾਡੇ ਬੱਚੇ ਨਹੀਂ ਪੜ੍ਹ ਸਕਣਗੇ, ਸਾਡੇ ਆਪਣੇ ਦੋਸਤ ਮਿੱਤਰ ਨੇ ਉਹਨਾਂ ਨੂੰ ਪੜ੍ਹ ਸਕਣਗੇ, ਤੇ ਉਹਦਾ ਫਿਰ ਕੋਈ ਮਤਲਬ ਵੀ ਨਹੀਂ ਹੁੰਦਾ। ਇਸ ਦੀ ਮੈਂ ਇੱਕ ਉਦਾਹਰਨ ਤੁਹਾਨੂੰ ਦਿੰਦੀ ਹਾਂ ਕਿ ਮੇਰੇ ਬੇਟੇ ਕੋਲੇ ਜਦੋਂ ਇੱਕ ਆਪਾਂ ਲੈਂਦੇ ਹਾਂ ਵਿਦੇਸ਼ੀ ਭਾਸ਼ਾ ਲੈਂਦੇ ਹਾਂ, ਉਹਨੇ ਸਪੈਨਿਸ਼ ਲਈ ਸੀ। ਤੇ ਉਸ ਤੋਂ ਬਾਅਦ ਕਿਸੇ ਨੇ ਉਸਨੂੰ ਪੁੱਛਿਆ ਵੀ ਤੇਰੀ ਮਾਂ ਲਿਖਦੀ ਆ, ਵੀ ਤੈਨੂੰ ਪਤਾ ਵੀ ਉਹ ਕੀ ਲਿਖਦੀ ਆ? ਕਹਿੰਦਾ ਨਹੀਂ। ਕਹਿੰਦਾ ਮੰਮੀ ਮੈਨੂੰ ਤਾਂ ਪਤਾ ਨਹੀਂ ਤੁਸੀਂ ਕੀ। ਤੇ ਉਸ ਗੱਲ ਦਾ ਮੇਰੇ ਬੇਟੇ ਤੇ ਇੰਨਾ ਅਸਰ ਪਿਆ ਕਿ ਉਸਨੇ ਸਪੈਨਿਸ਼ ਛੱਡ ਕੇ ਪੰਜਾਬੀ ਕੀਤੀ। ਜਦੋਂ GCSE ਪੰਜਾਬੀ ਦੇ ਵਿੱਚ ਕੀਤੀ ਤਾਂ ਉਹਨੂੰ ਅਧਿਆਪਕ ਨੇ ਵੀ ਇਹੀ ਗੱਲ ਕਹੀ ਵੀ ਤੇਰੀ ਸਪੈਨਿਸ਼ ਇੰਨੀ ਵਧੀਆ, ਤੂੰ ਕਿਉਂ?
ਫਿਰ ਉਸਨੇ ਇਹ ਉਦਾਹਰਨ ਦਿੱਤੀ ਵੀ ਮੇਰੀ ਮਾਂ ਲਿਖਦੀ ਆ, ਮੈਨੂੰ ਪਤਾ ਨਹੀਂ ਕੀ ਲਿਖਦੀ ਆ, ਜੇ ਮੈਂ ਪੰਜਾਬੀ ਸਿੱਖੂੰਗਾ, ਪੰਜਾਬੀ ਦੇ ਵਿੱਚ ਧਿਆਨ ਦੇਊਂਗਾ ਤਾਂ ਮੈਨੂੰ ਇਸ ਗੱਲ ਦਾ ਮਾਣ ਹੋਊ ਕਿ ਮੇਰੀ ਮਾਂ ਲਿਖਦੀ ਆ। ਸੋ ਕੁਲਵੰਤ ਜੀ, ਤੁਹਾਡੇ ਮਤਲਬ ਇਹ ਗੱਲ ਤੋਂ ਇਹ ਲੱਗਦਾ ਕਿ ਸਾਨੂੰ ਹਰ ਬੰਦੇ ਨੂੰ ਨਿੱਜੀ ਤੌਰ ਤੇ ਜ਼ਿੰਮੇਵਾਰੀ ਚੱਕਣੀ ਪਊਗੀ। ਜੀ, ਸਾਨੂੰ ਜ਼ਮੀਨੀ ਪੱਧਰ ਤੋਂ ਇਹ ਜ਼ਿੰਮੇਵਾਰੀ ਚੱਕਣੀ ਚਾਹੀਦੀ ਆ ਤੇ ਇਸ ਨੂੰ ਹਰ ਇੱਕ ਨੂੰ ਇਹ ਗੱਲ ਦਾ ਅਹਿਸਾਸ ਕਰਾਉਣਾ ਚਾਹੀਦਾ ਕਿ ਜਿਹੜੀ ਸਾਡੀ ਆਪਣੀ ਮਾਂ ਬੋਲੀ ਆ, ਜਿਹੜੀ ਮਾਂ ਬੋਲੀ ਦੇ ਵਿੱਚ ਤੁਸੀਂ, ਮੈਂ ਇੱਕ ਔਰਤ ਹੋਣ ਦੇ ਨਾਤੇ ਮੇਰੇ ਬੱਚੇ ਨੇ ਮੇਰੇ ਗਰਭ ਵਿੱਚ ਜਿਹੜੀ ਬੋਲੀ ਸੁਣੀ ਆ, ਜਿਹੜੀਆਂ ਮੈਂ ਵਿਆਹਾਂ ਸ਼ਾਦੀਆਂ 'ਚ ਜਿਹੜੇ ਗੀਤ ਗਾਏ ਨੇ, ਘੋੜੀਆਂ ਗਾਈਆਂ ਨੇ, ਕਿੱਕਲੀ ਕਲੀਰ ਪਾਈ ਹੈ ਜਿਹੜੀ ਬੋਲੀ ਦੇ ਵਿੱਚ, ਉਹ ਬੋਲੀ ਨੂੰ ਅਸੀਂ ਕਿੱਦਾਂ ਭੁੱਲ ਸਕਦੇ ਹਾਂ? ਉਹ ਤਾਂ ਸਾਡਾ ਕਰਜ਼ ਹੈ, ਉਸ ਕਰਜ਼ ਨੂੰ ਸਾਨੂੰ ਇੱਕ ਫਰਜ਼ ਸਮਝ ਕੇ ਨਿਭਾਉਣਾ ਪੈਣਾ। ਸੋ ਇਹ ਜਿਹੜੀ ਹੁਣ ਆ ਰਹੀ ਹੈ, ਜਿੱਦਾਂ ਜਿਹੜੀ ਜਨਗਣਨਾ ਜਾਂ ਸੈਂਸਸ ਆ ਰਹੀ ਆ, ਓਬਵੀਅਸਲੀ ਜਿਹੜੇ ਪੰਜਾਬੀ, ਜਿੱਦਾਂ ਬਹੁਤੇ ਪੰਜਾਬੀ ਨੂੰ ਤੇ ਇਹ ਵੀ ਨਹੀਂ ਅਵੇਅਰਨੈਸ ਨਹੀਂ ਹੈਗੀ ਕਿ ਸੈਂਸਸ ਹੋਣੀ ਵੀ ਆ। ਉਹ ਠੀਕ ਆ, ਕੋਈ ਫਾਰਮ ਦੇਊਗਾ, ਜਾਂ ਹੁਣ ਮੈਨੂੰ ਲੱਗਦਾ ਕਿਉਂਕਿ ਕੋਵਿਡ ਤੋਂ ਬਾਅਦ ਬਹੁਤੀ ਇਹ ਆਨਲਾਈਨ ਹੋਣ ਦੀ ਸੰਭਾਵਨਾ ਜ਼ਿਆਦਾ, ਜਿਹੜੀ ਕਿਉਂਕਿ ਜਿਸ ਤਰ੍ਹਾਂ ਦੀ ਜਿਹੜਾ ਵਰਲਡ ਚੇਂਜ ਹੋ ਰਿਹਾ, ਸੋ ਉਹ ਅਸੀਂ ਕੀ ਕਰ ਸਕਦੇ ਹਾਂ, ਜਾਂ ਤੁਸੀਂ ਜਾਂ ਮੈਂ ਜਾਂ ਆਪਾਂ ਰਲ ਮਿਲ ਕੇ ਕੀ ਪੁਆਇੰਟਸ ਚੱਕੀਏ? ਜੇ ਮੈਂ 10 ਬੰਦਿਆਂ ਨੂੰ ਕਹਿ ਸਕਦੀ ਹਾਂ ਇਸ ਗੱਲ ਬਾਰੇ, ਤੁਸੀਂ ਵੀ ਦੱਸ ਸਕਦੇ ਹੋ, ਹਨਾ? ਇਹ ਸਾਡੇ ਆਪਣੇ ਫਰਜ਼ ਬਣਦੇ ਨੇ, ਅਸੀਂ ਇਹਨੂੰ ਇੱਕ ਫਰਜ਼ ਸਮਝ ਕੇ ਇਸ ਬਾਰੇ ਚਰਚਾ ਕਰੀਏ, ਇਸ ਬਾਰੇ ਗੱਲ ਕਰੀਏ। ਤੇ ਹੁਣ ਜਿਵੇਂ ਆਪਾਂ ਰੇਡੀਓ ਤੇ ਇਸ ਬਾਰੇ ਆਪਾਂ ਬਹੁਤ ਪ੍ਰਚਾਰ ਕਰ ਸਕਦੇ ਹਾਂ, ਮੀਡੀਆ ਕਰ ਸਕਦਾ, ਅਖਬਾਰਾਂ ਵਾਲੇ ਕਰ ਸਕਦੇ ਨੇ, ਤੇ ਇਹ ਸਾਡੇ ਆਪਾਂ ਨੂੰ ਆਪਣੇ ਫਰਜ਼ ਸਮਝ ਕੇ ਹੀ ਇਹ ਗੱਲਾਂ ਕਰਨੀਆਂ ਪੈਣੀਆਂ ਨੇ। ਕੁਲਵੰਤ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਪੰਜਾਬੀ ਭਾਸ਼ਾ ਪ੍ਰਤੀ ਜਿਹੜਾ ਕੈਂਪੇਨ ਚੱਲ ਰਿਹਾ ਉਹਦੇ 'ਚ ਆਪਣਾ ਯੋਗਦਾਨ ਪਾਇਆ। ਤੁਹਾਡਾ ਬਹੁਤ ਬਹੁਤ ਧੰਨਵਾਦ। ਹਾਂਜੀ ਬਿੱਟੂ ਜੀ, ਦੇਸੀ ਰੇਡੀਓ ਦਾ ਸਭ ਤੋਂ ਜ਼ਿਆਦਾ ਧੰਨਵਾਦ ਹੈ ਉਹਨਾਂ ਦੇ ਪ੍ਰਬੰਧਕਾਂ ਦਾ, ਜਿਹੜੇ ਕਿ ਪੰਜਾਬੀ ਨੂੰ ਅੱਗੇ ਲਿਆਉਣ ਲਈ ਜਿਨ੍ਹਾਂ ਦਾ ਸਭ ਤੋਂ ਵੱਡਾ ਉਪਰਾਲਾ ਹੈ ਉੱਥੇ। ਥੈਂਕ ਯੂ ਜੀ, ਥੈਂਕ ਯੂ ਕੁਲਵੰਤ ਜੀ, ਥੈਂਕ ਯੂ। ਹਰਮੀਤ ਜੀ, ਜਿੱਦਾਂ ਕੁਲਵੰਤ ਜੀ ਨੇ ਪੁਆਇੰਟ ਰੇਜ਼ ਕੀਤਾ ਕਿ ਜਿਹੜੀ ਨਿੱਜੀ ਜਿਹੜੀ ਅਪਰੋਚ ਆ, ਜਿਹੜੀ ਨਿੱਜੀ ਐਫਰਟ ਆ, ਉਹ ਮਤਲਬ ਤੁਹਾਨੂੰ ਕੀ ਲੱਗਦਾ ਕਿੰਨਾ ਕੁ ਜ਼ਰੂਰੀ ਆ? ਬਹੁਤ ਜ਼ਰੂਰੀ ਹੈ ਜੀ। ਹੁਣ ਆਪਾਂ ਦੇਖੀਏ, ਜਿਸ ਤਰ੍ਹਾਂ ਤੁਸੀਂ ਇਹ ਕਿਹਾ ਵਾ ਕਿ ਬਹੁਤਾਂ ਨੂੰ ਤੇ ਪਤਾ ਵੀ ਨਹੀਂ ਵੀ ਸੈਂਸਸ ਹੋਣਾ ਵਾ, ਇਹ ਗੱਲ ਤੁਹਾਡੀ ਬਿਲਕੁਲ ਸਹੀ ਆ। ਇਹ ਆਪਾਂ ਜਿਹੜਾ ਇਹ ਮੋਰਚਾ ਜਿੱਤਣਾ ਦੂਸਰੇ ਨੰਬਰ ਤੇ ਲੈ ਕੇ ਆਉਣ ਵਾਸਤੇ, ਇਹ ਇੰਨਾ ਸੌਖਾ ਨਹੀਂ ਆ ਜੀ। ਜਿਹੜੀ ਕਿਉਂਕਿ ਪੋਲਿਸ਼ ਦੀ ਗਿਣਤੀ ਜਿਹੜੀ ਆ ਉਹ ਬੜੀ ਜ਼ਿਆਦਾ ਹੈ ਇੱਥੇ। 5,46,000 ਨੇ ਤੇ ਉਦੋਂ ਹੀ ਵੋਟ ਪਾ ਦਿੱਤੀ ਸੀਗੀ ਪੋਲਿਸ਼ ਲੈਂਗੁਏਜ ਦੇ ਹੱਕ ਦੇ ਵਿੱਚ, ਤੇ ਹੁਣ ਉਹਨਾਂ ਦੀ ਗਿਣਤੀ ਹੋਰ ਵੀ ਵੱਧ ਗਈ ਹੋਣੀ ਆ। ਤੇ ਆਪਾਂ ਜੇ ਇੰਡੀਅਨ ਪੰਜਾਬ ਵਾਲੇ ਪੰਜਾਬੀ ਤੇ ਪਾਕਿਸਤਾਨ ਪੰਜਾਬ ਵਾਲੇ ਪੰਜਾਬੀ ਤੇ ਤੀਸਰੇ ਜਿਹੜੇ ਇੱਥੇ ਬੋਰਨ ਪੰਜਾਬੀ ਆ, ਸਾਰਿਆਂ ਨੂੰ ਅਵੇਅਰ ਕਰੀਏ ਚੰਗੇ ਤਰੀਕੇ ਦੇ ਨਾਲ, ਫੇਰ ਜਾ ਕੇ ਆਪਾਂ ਕਾਮਯਾਬੀ ਆਪਾਂ ਨੂੰ ਹਾਸਲ ਹੋ ਸਕਦੀ। ਕਿਉਂਕਿ 7 ਲੱਖ ਤੋਂ ਜ਼ਿਆਦਾ ਆਪਾਂ ਨੂੰ ਚਾਹੀਦੇ ਆ ਜਿਹੜੇ ਇਹ ਕਹਿ ਦੇਣ ਕਿ ਹਾਂ ਅਸੀਂ ਘਰਾਂ ਦੇ ਵਿੱਚ ਪੰਜਾਬੀ ਬੋਲਦੇ ਹਾਂ। ਤੇ ਜਿਹੜਾ ਇਹ ਸੈਂਸਸ ਹੋਣਾ, ਇਹ ਕੰਪਲਸਰੀ ਹੋਣਾ ਹਰ ਇੱਕ ਵਾਸਤੇ। ਸੈਂਸਸ ਡੇ ਵਾਲੇ ਦਿਨ ਕਿੰਨੇ ਇੱਥੇ ਲੋਕ, ਭਾਵੇਂ ਉਹ ਇੱਕ ਦਿਨ ਆਇਆ ਨੂੰ ਇੱਥੇ ਹੋਇਆ ਜਾਂ 40 ਸਾਲ ਤੋਂ ਇੱਥੇ ਰਹਿ ਰਹੇ, ਕਿੰਨੇ ਲੋਕ ਰਹਿ ਰਹੇ ਆ, ਉਹ ਕਿਹੜੀ ਭਾਸ਼ਾ ਬੋਲਦੇ ਆ, ਤੇ ਹੋਰ ਜਿਹੜਾ ਉਹ ਫਾਰਮ ਦੇ ਵਿੱਚ ਖਾਨੇ ਹੋਣੇ ਉਹਦੇ ਬਾਰੇ ਉਹਨਾਂ ਨੇ ਪਤਾ ਕਰਨਾ ਵਾ। ਹੁਣ 21/2/21 ਨੂੰ ਜਿਹੜਾ ਵਾ ਉਹ ਦਿਨ ਆ ਕਿ ਮਾਤ ਭਾਸ਼ਾ ਦਿਹਾੜਾ ਜਿਹੜਾ ਸਾਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ, UN ਵੱਲੋਂ ਰਿਕੋਗਨਾਈਜ਼ ਆ। ਆਪਾਂ ਵੀ ਮਨਾਇਆ, ਇਸ ਸਾਲ ਵੀ ਮਨਾਇਆ ਆਪਾਂ ਸਾਰਿਆਂ ਨੇ ਤਗੜੇ ਹੋ ਕੇ। ਉਹ ਉਦੋਂ ਐਤਵਾਰ ਆ, ਤੇ 21/3/21 ਨੂੰ ਵੀ ਐਤਵਾਰ ਆ ਜਦੋਂ ਸੈਂਸਸ ਡੇ ਜਿਹਨੂੰ ਕਹਿੰਦੇ ਆ। ਤੇ ਇਹ ਇੱਕ ਮਹੀਨਾ ਜਿਹੜਾ ਆਪਾਂ ਨੂੰ ਇੰਨਾ ਜ਼ੋਰ ਲਾਉਣਾ ਪੈਣਾ ਵਾ ਕਿ ਆਪਾਂ ਨੂੰ ਇਹ ਪੰਜਾਬੀ ਮਹੀਨਾ, ਪੰਜਾਬੀ ਭਾਸ਼ਾ ਮਹੀਨਾ ਵਜੋਂ ਮਨਾਉਣਾ ਪੈਣਾ ਵਾ। ਇੱਕ ਮੇਲੇ ਵਾਲਾ ਮਾਹੌਲ ਬਣਾਉਣਾ ਪੈਣਾ ਵਾ। ਆਪਾਂ ਨੂੰ ਸਿੰਗਰ ਜਿਹੜੇ ਆ ਦੋਨਾਂ ਪੰਜਾਬਾਂ ਤੋਂ, ਭਾਰਤੀ ਪੰਜਾਬ ਤੋਂ, ਪਾਕਿਸਤਾਨ ਪੰਜਾਬ ਤੋਂ ਸੱਦ ਕੇ ਇੱਥੇ, ਤੇ ਉਹਨਾਂ ਨੂੰ ਇੱਥੇ ਕਾਨਫਰੰਸਾਂ ਕਰਕੇ ਸਾਰਾ ਮਤਲਬ ਇੰਨਾ ਜ਼ਿਆਦਾ ਆਪਾਂ ਨੂੰ ਜ਼ੋਰ ਲਾਉਣਾ ਪੈਣਾ, ਤੇ ਫੇਰ ਆਪਾਂ ਜਾ ਕੇ ਆਪਾਂ ਦੂਸਰੇ ਨੰਬਰ ਤੇ ਆ ਸਕਦੇ ਹਾਂ। ਅਵੇਅਰਨੈਸ ਮਤਲਬ ਜਿਹੜੀ ਆ ਆਪਾਂ ਨੂੰ ਹਾਈ ਲੈਵਲ ਤੇ, ਉੱਚ ਪੱਧਰ ਤੇ ਜਿਹੜੀ ਆ ਆਪਾਂ ਨੂੰ ਕਰਨੀ ਪੈਣੀ ਹੈ ਜੀ। ਸੋ ਹਰਮੀਤ ਜੀ, ਜਿੱਦਾਂ ਜੇ ਆਪਾਂ ਮੰਨ ਲਓ ਆਪਾਂ ਕੈਂਪੇਨ ਚਲਾਉਂਦੇ ਆ, ਇੰਨਾ ਐਫਰਟ ਕਰਦੇ ਆ, ਉਹ ਪੰਜਾਬੀ ਭਾਸ਼ਾ ਦੂਜੇ ਨੰਬਰ ਤੇ ਆ ਜਾਂਦੀ ਆ, ਉਹਦਾ ਕੀ ਮਤਲਬ ਪੰਜਾਬੀਅਤ ਜਾਂ ਪੰਜਾਬੀ ਨੂੰ ਤਾਂ ਕੀ ਫਾਇਦਾ ਹੋਊ? ਜੀ ਬਹੁਤ ਵਧੀਆ, ਬਹੁਤ ਵਧੀਆ। ਪਹਿਲੀ ਗੱਲ ਤੇ ਇਹ ਆ ਕਿ ਸਾਡਾ ਹੱਕ ਆ, ਕਿਉਂਕਿ ਪੋਲਿਸ਼ ਹੋਵੇ ਤੇ ਭਾਵੇਂ ਹੋਰ ਕੋਈ ਕਮਿਊਨਿਟੀ ਹੋਵੇ, UK ਦੇ ਵਿੱਚ ਜਿਹੜੀਆਂ ਤੁਸੀਂ ਗਿਣ ਲਓ ਕਿ
ਵਿਕਟੋਰੀਆ ਕ੍ਰੋਸ ਕਿਹੜੀ ਕੌਮ ਦੇ ਕੋਲ ਜ਼ਿਆਦਾ ਵਾ ਜਾਂ ਕਿਹੜੀ ਭਾਸ਼ਾ ਬੋਲਣ ਵਾਲੇ ਲੋਕਾਂ ਦੇ ਕੋਲ ਜ਼ਿਆਦਾ ਵਾ। ਅਸੀਂ ਬਹੁਤ ਜ਼ਿਆਦਾ ਕੁਰਬਾਨੀਆਂ ਕੀਤੀਆਂ ਵਾ UK ਵਾਸਤੇ, ਆਜ਼ਾਦੀ ਵਾਸਤੇ, World War II, World War I। ਪਹਿਲੀ ਗੱਲ ਤੇ ਇਹੋ ਸਾਡਾ ਹੱਕ ਬਣਦਾ। ਦੂਜੀ ਗੱਲ ਇਹ ਕਿ ਜਦੋਂ ਕਿਸੇ ਵੀ ਸਰਕਾਰ ਨੇ ਬਜਟ ਬਣਾਉਣਾ ਹੁੰਦਾ ਵਾ ਜਾਂ ਕਿਸੇ ਕੰਪਨੀ ਨੇ ਮੰਨ ਲਓ ਕੋਈ ਬਿਜ਼ਨਸ ਪ੍ਰੋਜੈਕਟ ਹੀ ਲਾਉਣਾ ਵਾ, ਤੇ ਉਹ ਉੱਥੋਂ ਦਾ ਜਦੋਂ ਸਰਵੇਖਣ ਕਰਦੇ ਆ ਤੇ ਉਹ ਅੰਕੜੇ ਲੈਂਦੇ ਆ ਕਿ ਸਾਡੀ ਜਿਹੜੀ ਆ ਇਨਪੁਟ ਕਿੱਥੋਂ ਆਊਗਾ, ਆਊਟਪੁੱਟ ਅਸੀਂ ਕਿੱਥੇ ਵੇਚਾਂਗੇ, ਉੱਥੋਂ ਦੇ ਲੋਕ ਜਿਹੜੇ ਆ ਉਹ ਕਿਹੜੀ ਭਾਸ਼ਾ ਬੋਲਦੇ ਆ, ਕਿਹੜੇ ਲੋਕ ਆ, ਜਿਹੜੀ ਲੇਬਰ ਕਿੱਥੋਂ ਮਿਲੂਗੀ, ਉਹ ਜਿਹੜੇ ਅੰਕੜੇ ਲੈਂਦੇ ਆ ਨਾ ਜੀ, ਉਹ ਸਾਰੇ ਇਸੇ ਤੋਂ ਹੀ ONS ਤੋਂ ਹੀ ਲੈਂਦੇ ਆ। ons.gov.uk ਜਿਹੜੀ ਵੈਬਸਾਈਟ ਹੈ ਨਾ ਜੀ, ਉੱਥੋਂ ਅੰਕੜੇ ਲੈ ਜਾਂਦੇ ਆ। ਪ੍ਰਾਈਵੇਟ ਕੰਪਨੀ ਵਾਲੇ ਵੀ ਲੈਂਦੇ, ਹਰ ਇੱਕ ਬੰਦਾ। ਹਾਲਾਂਕਿ ਜੇ ਕੋਈ ਇੰਡੀਆ ਪਾਕਿਸਤਾਨ ਤੋਂ ਆ ਕੇ ਇੱਥੇ ਕੋਈ ਕੰਮ ਖੋਲਣਾ ਚਾਹੂਗਾ ਤੇ ਉਹ ਵੀ ਇਹੋ ਹੀ ਦੇਖੂਗਾ ਕਿ ਮੈਂ ਆਪਣਾ ਘਰ ਕਿੱਥੇ ਲੈਣਾ ਵਾ, ਉੱਥੋਂ ਦੇ ਲੋਕ ਕਿੱਥੇ ਜ਼ਿਆਦਾ ਰਹਿੰਦੇ ਆ, ਤੇ ਉਹ ਅੰਕੜੇ ਜਿਹੜੇ ਆ ਮਤਲਬ ਸਹੀ ਅੰਕੜੇ ਜਿਹੜੇ ਸਰਕਾਰੀ ਵੈਬਸਾਈਟ ਜਿਹੜੀ ਉਹ ਇਹੋ ਹੀ ਆ ਜੀ। ਇਸ ਕਰਕੇ ਬੜਾ ਜ਼ਰੂਰੀ ਹੈ ਕਿ ਆਪਣੀ ਜਿਹੜੀ ਭਾਸ਼ਾ ਵਾ ਉਹ ਦੂਸਰੇ ਨੰਬਰ ਤੇ ਹੋਵੇ, ਤਾਂ ਕਿ ਜਦੋਂ ਬਜਟ ਬਣੇ ਜਾਂ ਜਦੋਂ ਕੋਈ ਵੀ ਜਿਹੜੀਆਂ ਸਕੂਲ ਮੰਨ ਲਓ ਕਮਿਊਨਿਟੀ ਸਕੂਲ ਖੋਲਣੇ ਆ, ਤੇ ਉਦੋਂ ਵੀ ਜਿਹੜਾ ਗਵਰਨਮੈਂਟ ਦੇ ਜਿਹੜੇ ਫੰਡ ਆਉਣੇ ਆ ਉਹ ਇੱਥੋਂ ਹੀ ਜਿਹੜੇ ਅੰਕੜੇ ਲੈ ਜਾਣੇ ਆ ਜੀ। ਹਾਂਜੀ, ਸੋ ਇਸ ਲਈ ਇਹ ਬੜਾ ਇੰਪੋਰਟੈਂਟ ਹੈ। ਸੋ ਇਹਦੇ ਵਿੱਚ ਜਿੱਦਾਂ ਆਪਾਂ ਅੱਜ ਹੁਣ ਰੇਡੀਓ ਤੇ ਡਿਸਕਸ਼ਨ ਕਰ ਰਹੇ ਆ, ਤੁਸੀਂ ਪਹਿਲਾਂ ਹੋਰ ਚੈਨਲਾਂ ਤੇ ਵੀ, TV ਤੇ ਵੀ, Facebook ਤੇ ਵੀ ਡਿਸਕਸ਼ਨ, ਅਗਰ ਜਿੱਦਾਂ ਇਸ ਬਾਰੇ ਦੇ ਵਿੱਚ ਜਿੱਦਾਂ ਕੋਈ ਤੁਹਾਡੇ ਨਾਲ ਜੁੜਨਾ ਚਾਹੁੰਦਾ, ਕੋਈ ਮਤਲਬ ਚਾਹੁੰਦਾ ਕਿ ਮੈਂ ਵੀ ਤੁਹਾਡੇ ਨਾਲ ਇਸ ਕੈਂਪੇਨ 'ਚ ਰਲਾਂ, ਜਾਂ ਉਹ ਤੁਹਾਨੂੰ ਕਿਸ ਤਰ੍ਹਾਂ ਅਪਰੋਚ ਕਰ ਸਕਦੇ ਨੇ? ਕੀ ਉਹਦੇ ਲਈ ਕਿਸ ਤਰ੍ਹਾਂ ਦਾ ਜੀ ਅਪਰੋਚ? ਤਾਂ ਸਾਰੇ ਮੀਡੀਆ, ਆਪਣੇ ਸੋਸ਼ਲ ਮੀਡੀਆ ਦੇ ਉੱਤੇ ਵੀ ਜਿਹੜੇ ਵਿੰਡੋ ਹੈਗੇ ਆ, ਜਿਹੜੇ ਮਰਜ਼ੀ ਤਰੀਕੇ ਦੇ ਨਾਲ ਆ ਕੇ ਉਹ ਜੁੜ ਸਕਦੇ ਆ। ਲੇਕਿਨ ਇਹਦੇ ਵਿੱਚ ਕੈਂਪੇਨ ਦਾ ਇਹੀ ਆ ਕਿ ਜਿੱਥੇ ਵੀ ਬੈਠਾ ਵਾ ਕੋਈ, ਉੱਥੇ ਆਪਣੇ ਘਰਾਂ 'ਚ ਪੰਜਾਬੀ ਬੋਲੇ, ਆਪਣੇ ਗੁਆਂਢੀਆਂ ਨੂੰ ਇਹ ਦੱਸੇ ਵੀ ਪੰਜਾਬੀ ਘਰਾਂ 'ਚ ਬੋਲੋ। ਇੱਕ ਬੰਦਾ ਜਿਹੜਾ ਘੱਟ ਤੋਂ ਘੱਟ 4-4, 5-5 ਲੋਕਾਂ ਨੂੰ ਜੇ ਕਹਿ ਦਿੰਦਾ ਵਾ ਤੇ ਆਪਣੇ ਆਪ ਹੀ ਕੈਂਪੇਨ ਦੇ ਨਾਲ, ਆਪਣੀ ਮੁਹਿੰਮ ਦੇ ਨਾਲ ਪੰਜਾਬੀਆਂ ਦੇ ਨਾਲ ਜੁੜ ਗਿਆ ਜੀ। ਹੈਲੋ, ਹਾਂਜੀ ਜੀ ਬਿੱਟੂ ਜੀ। ਹਾਂਜੀ, ਸੋ ਇਹ ਜਿਹੜਾ ਤੁਸੀਂ ਕੈਂਪੇਨ ਜਿਹੜਾ ਹੈਗਾ ਪੰਜਾਬੀ ਭਾਸ਼ਾ ਚੇਤਨਾ ਬੋਰਡ, ਜਾਂ ਕਾਫੀ ਲੰਬੇ ਸਮੇਂ ਤੋਂ ਪੰਜਾਬੀ ਭਾਸ਼ਾ ਪ੍ਰਤੀ ਜਦੋਂ ਤੇ ਉਹ ਜਿਹੜਾ A ਲੈਵਲ ਵਾਲਾ ਕੈਂਪੇਨ, ਉਦੋਂ ਤੋਂ ਕੈਂਪੇਨ ਸ਼ੁਰੂ ਹੋ ਰਿਹਾ, ਸੋ ਇਹਦੇ ਸੰਬੰਧ ਵਿੱਚ ਤੁਹਾਡੀ ਜਰਨੀ ਕਿਸ ਤਰ੍ਹਾਂ ਰਹੀ? ਕਿੰਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਔਰ ਕਿਸ ਤਰ੍ਹਾਂ ਇਹ ਅੱਜ ਤੱਕ ਪਹੁੰਚੀ ਤੁਹਾਡੀ ਜਿਹੜੀ ਪੰਜਾਬੀ ਭਾਸ਼ਾ ਦੀ ਜਰਨੀ? ਜੀ ਤੁਸੀਂ ਬੜੇ ਤਜਰਬੇਕਾਰ ਪ੍ਰੈਜ਼ੈਂਟਰ ਹੋ, ਤੁਸੀਂ ਬੜੇ ਵਧੀਆ ਸਵਾਲ ਪੁੱਛ ਰਹੇ ਹੋ। ਮੈਂ ਇਹ ਬੇਨਤੀ ਕਰਨੀ ਚਾਹੂੰਗਾ ਕਿ ਮੈਂ ਤੇ ਹੋਰ ਜਿਹੜੇ ਵੀ ਲੋਕੀ ਜੁੜੇ ਸੀਗੇ, ਗੁਰਜੀਤ ਸਿੰਘ ਗਿੱਲ ਦੀ ਟੀਮ ਹੈ ਜਾਂ ਹੋਰ ਜਿੰਨਿਆਂ ਨੇ ਵੀ ਸਾਥ ਦਿੱਤਾ, ਉਹਨਾਂ ਸਾਰਿਆਂ ਨੇ ਆਪਣੇ ਕੋਲੋਂ ਹੀ, ਆਪਣੇ ਕੰਮ ਦੇ ਵਿੱਚੋਂ ਹੀ ਸਮਾਂ ਕੱਢਿਆ, ਔਰ ਕਿਸੇ ਗੁਰਦੁਆਰਾ ਸਾਹਿਬ ਵੱਲੋਂ ਜਾਂ ਕਿਸੇ ਵੱਲੋਂ ਕੋਈ ਵੀ ਮਾਇਕ ਸਹਾਇਤਾ ਪ੍ਰਾਪਤ ਨਹੀਂ ਕੀਤੀ, ਆਪ ਹੀ ਸਾਰਾ ਕੁਝ ਕੀਤਾ। ਔਰ ਜਰਨੀ ਦਾ ਜਿਹੜਾ ਏਦਾਂ ਵਾ ਕਿ ਮਿਹਨਤ ਬੜੀ ਜ਼ਿਆਦਾ ਕਰਨੀ ਪਈ ਹੈ ਸਾਰਿਆਂ ਨੂੰ ਹੀ, ਲੇਕਿਨ ਇੱਕ ਰੋਸ ਜ਼ਰੂਰ ਹੈ ਮਨ ਦੇ ਵਿੱਚ ਕਿ ਜਿਹੜੇ ਧਾਰਮਿਕ ਅਦਾਰੇ ਆ, ਭਾਵੇਂ ਉਹ ਗੁਰਦੁਆਰਾ ਸਾਹਿਬਾਨ ਆ, ਭਾਵੇਂ ਉਹ ਮੰਦਿਰ ਆ, ਭਾਵੇਂ ਉਹ ਮਸਜਿਦ ਆ, ਤੇ ਉਹਨਾਂ ਨੇ ਬਹੁਤਾ ਸਾਥ ਨਹੀਂ ਦਿੱਤਾ। ਕੋਈ 94 ਗੁਰਦੁਆਰੇ, ਜਿਸ ਤਰ੍ਹਾਂ ਅਸੀਂ ਸਾਈਨ ਕਰਾਏ ਸੀਗੇ ਆ ਕੇ ਇੱਥੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ, ਉਦੋਂ ਦੀ ਕਮੇਟੀ ਨੇ ਜਿਹੜਾ ਸੀਗਾ ਉਹਨਾਂ ਨੇ ਸਹਿਯੋਗ ਦਿੱਤਾ ਸੀਗਾ ਪੂਰਾ। ਇਸੇ ਤਰ੍ਹਾਂ ਲੈਸਟਰ ਗੁਰਦੁਆਰਾ ਸਾਹਿਬ ਆ, ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਸੀਗਾ। ਨੋਟਿੰਗਹਮ ਗੁਰਦੁਆਰਾ ਸਾਹਿਬ ਆ, ਵੁਲਵਰਹੈਂਪਟਨ ਗੁਰਦੁਆਰਾ ਸਾਹਿਬ ਆ। ਮਤਲਬ ਤੁਸੀਂ ਉਂਗਲਾਂ ਤੇ ਗਿਣ ਸਕਦੇ, 300 ਤੋਂ ਵੱਧ ਗੁਰਦੁਆਰਾ ਸਾਹਿਬ ਹੈ UK ਦੇ ਵਿੱਚ, ਲੇਕਿਨ ਤੁਸੀਂ ਉਂਗਲਾਂ ਤੇ ਗਿਣ ਸਕਦੇ ਜੇ ਕਿ ਕਿੰਨੇ ਗੁਰਦੁਆਰਾ ਸਾਹਿਬ ਨੇ ਪੰਜਾਬੀ ਭਾਸ਼ਾ ਪ੍ਰਤੀ ਸਹਿਯੋਗ ਦਿੱਤਾ। ਹਾਲਾਂਕਿ ਗੁਰਦੁਆਰਾ ਸਾਹਿਬਾਨ ਜਿਹੜੇ ਆ ਉਹਨਾਂ ਨੂੰ ਅੱਗੇ ਹੋ ਕੇ ਜਿਹੜਾ ਵਾ ਉਹ ਇਹ ਕੰਮ ਕਰਨਾ ਚਾਹੀਦਾ, ਕਿਉਂਕਿ 35 ਅੱਖਰੀ ਜਿਹੜੀ ਆ ਨਾ ਜੀ, ਉਹ ਤੇ ਧੁਰਾ ਆ ਨਾ ਜੀ, ਉਸ ਤੋਂ ਇਲਾਵਾ ਤੇ ਆਪਾਂ ਅੱਗੇ ਵਧ ਹੀ ਨਹੀਂ ਸਕਦੇ ਜੀ। ਸੋ ਇਹ ਜਿਹੜੇ ਮਤਲਬ ਕਿ ਧਾਰਮਿਕ ਅਦਾਰਿਆਂ ਨੇ ਤੁਹਾਨੂੰ ਨਹੀਂ ਸਹਿਯੋਗ ਦਿੱਤਾ, ਜਾਂ ਜਿਹੜਿਆਂ ਨੇ ਸਾਈਨ ਕਰਨ ਤੋਂ ਨਾ, ਕੀ ਵਜ੍ਹਾ ਸੀ ਉਹਨਾਂ ਦੇ? ਕੀ ਕਾਰਨ ਦੱਸੇ ਉਹਨਾਂ ਨੇ, ਜਾਂ ਉਹਦਾ ਹੀ ਇਗਨੋਰ ਹੀ ਕਰ ਦਿੱਤਾ, ਜਾਂ ਕਿਸ ਤਰ੍ਹਾਂ ਹੈ? ਕਾਰਨ ਕੋਈ ਨਹੀਂ ਜੀ, ਇਹ ਨਹੀਂ ਹੈ ਕਿ ਉਹ ਚਾਹੁੰਦੇ ਨਹੀਂ ਸੀ, ਉਹ ਚਾਹੁੰਦੇ ਆ, ਲੇਕਿਨ ਇਗਨੋਰ ਵਾਲੀ ਜਿਹੜੀ ਤੁਹਾਡੀ ਗੱਲ ਹੈ ਉਹ ਠੀਕ ਆ। ਮਤਲਬ ਇਹੀ ਕਿ ਸਾਨੂੰ ਕੀ, ਮੈਨੂੰ ਕੀ, ਜਿੱਦਾਂ ਪੰਜਾਬੀ ਚ। ਸੋ ਕੀ ਮਤਲਬ ਕਿ ਜਿਹੜੇ, ਕਿਉਂਕਿ ਸਾਡੀਆਂ ਸਿਰਮੌਰ ਸੰਸਥਾਵਾਂ ਨੇ, ਸਾਡੇ ਇੰਸਟੀਟਿਊਸ਼ਨਸ ਨੇ, ਖਾਸ ਤੌਰ ਤੇ ਗੁਰਦੁਆਰੇ ਨੇ ਜਿਹੜੇ, ਕਿਉਂਕਿ ਅਸੀਂ ਸਾਰੇ ਉਹਨਾਂ ਨਾਲ ਜੁੜੇ ਹੋਏ ਹਾਂ। ਇੱਕ ਕਿਉਂਕਿ ਜਿੱਥੇ ਵੀ ਪੰਜਾਬੀ ਕਮਿਊਨਿਟੀ ਹੁੰਦੀ ਆ ਉੱਥੇ ਗੁਰਦੁਆਰਾ ਜ਼ਰੂਰ ਹੁੰਦਾ ਵਾ, ਔਰ ਉੱਥੋਂ ਪਹਿਚਾਣ ਆਉਂਦੀ ਹੈ ਕਿ ਇੱਥੇ ਪੰਜਾਬੀ ਲੋਕ ਰਹਿੰਦੇ ਨੇ। ਸੋ ਅਗਰ ਉਹ ਲੋਕ ਮਤਲਬ ਟਾਲ ਮਟਾਲਾ ਵੱਟ ਰਹੇ ਨੇ, ਜਾਂ ਉਹ ਲੋਕ ਅਵੇਅਰ ਨਹੀਂ ਹੈਗੇ ਇਸ ਪ੍ਰਤੀ, ਤਾਂ ਇਹਦੇ ਵਿੱਚ ਕਿਤੇ ਨਾ ਕਿਤੇ ਤੱਕ ਕਮੀ ਹੈ, ਕਿਉਂਕਿ ਅਗਰ ਉਹੀ ਪੰਜਾਬੀ ਭਾਸ਼ਾ ਨਾਲ ਨਹੀਂ ਜੁੜਦੀ ਤਾਂ ਫਿਰ ਬਾਕੀ ਕਿੱਦਾਂ ਜੁੜਨਗੇ?
ਬਿਲਕੁਲ ਜੀ ਬਿਲਕੁਲ, ਇਹ ਕਮੀ ਤਾਂ ਹੈ ਇੱਧਰ, ਮਤਲਬ ਧਿਆਨ ਨਹੀਂ ਦੇਣ ਦੀ ਗੱਲ ਹੈ। ਹੋਰ ਤਾਂ ਕੋਈ ਗੱਲ ਕੋਈ ਵੀ ਨਹੀਂ ਹੈ ਜੀ। ਹੁਣ ਜਿਸ ਤਰ੍ਹਾਂ ਮੇਰੀ ਆਹ ਪ੍ਰੋਗਰਾਮ ਤੋਂ ਪਹਿਲਾਂ ਹੀ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਮੱਲੀ ਸਾਹਿਬ, ਉਹਨਾਂ ਨਾਲ ਗੱਲ ਹੋ ਰਹੀ ਸੀ। ਉਹਨਾਂ ਨੇ ਮੀਟਿੰਗ ਰੱਖੀ ਹੈ ਸ਼ਨੀਵਾਰ ਨੂੰ ਇਸੇ ਮੁੱਦੇ ਦੇ ਉੱਤੇ ਹੀ, ਪੰਜਾਬੀ ਭਾਸ਼ਾ ਦੇ ਮੁੱਦੇ ਦੇ ਉੱਤੇ ਹੀ। ਇਹੋ ਜਿਹੀ ਗੱਲ ਨਹੀਂ ਕਰਦੇ ਤਾਂ ਹੈ, ਲੇਕਿਨ ਜਿਸ ਪੱਧਰ ਦੇ ਉੱਤੇ ਗੁਰਦੁਆਰਾ ਸਾਹਿਬਾਨ ਨੂੰ ਕੰਮ ਕਰਨਾ ਚਾਹੀਦਾ, ਇੱਧਰ ਧਿਆਨ ਦੇਣਾ ਚਾਹੀਦਾ, ਉਹ ਨਹੀਂ ਦਿੱਤਾ ਗਿਆ। ਬਸ ਧਿਆਨ ਦੇਣ ਦੀ ਗੱਲ ਇਹ ਨਹੀਂ ਹੈ ਕਿ ਉਹ ਚਾਹੁੰਦੇ ਨਹੀਂ ਹੈ, ਉਹ ਚਾਹੁੰਦੇ ਤਾਂ ਹੈ, ਬਸ ਧਿਆਨ ਦੇਣ ਦੀ ਗੱਲ ਹੈ ਜੀ। ਤੁਹਾਡੇ ਨਾਲ ਆਪਣੀਆਂ ਇਹ ਗੱਲਾਂ ਬਾਤਾਂ ਏਦਾਂ ਹੀ ਜਾਰੀ ਰਹਿਣਗੀਆਂ। ਹੁਣ ਆਪਣਾ ਜਿਹੜਾ 1 ਵੱਜ ਗਿਆ ਤੇ ਪੰਜਾਬੀ ਖਬਰਾਂ ਦਾ ਸਮਾਂ ਹੋ ਗਿਆ। ਖਬਰਾਂ ਤੋਂ ਬਾਅਦ ਆਪਾਂ ਇਸੇ ਤਰ੍ਹਾਂ ਫੇਰ ਗੱਲਾਂ ਬਾਤਾਂ ਜਾਰੀ ਰੱਖਾਂਗੇ ਜੀ। 24 hours a day, 7 days a week. This is Desi Radio on 1602 AM. News on the hour. ਪੰਜਾਬੀ 'ਚ ਖਬਰਾਂ ਵੀਰ ਦਵਿੰਦਰ ਤੋਂ। ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਆਖਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਸਿਆਸੀ ਪਰਿਵਾਰ ਦੇ ਕਬਜ਼ੇ ਤੋਂ ਮੁਕਤ ਕਰਵਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਅਤੇ ਸਾਬਕਾ ਸਪੀਕਰ ਰਵਿੰਦਰ ਸਿੰਘ ਦੁਮਣਾ ਨਾਲ ਮਿਲ ਕੇ SGPC ਚੋਣਾਂ ਲੜੀਆਂ ਜਾਣਗੀਆਂ। ਉਹ ਇੱਥੇ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਦੀ ਅਗਵਾਈ ਹੇਠ ਮੋਹਾਲੀ ਹਲਕੇ ਦੇ ਕਾਰਕੁਨਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਲਦਾਖ ਸੀਮਾ ਤੇ ਚੀਨੀ ਫੌਜਾਂ ਨਾਲ ਬਣੇ ਤਣਾਅ ਵਾਲੇ ਮਾਹੌਲ ਦੌਰਾਨ ਇੰਡੀਅਨ ਯੂਨੀਅਨ ਥਲ ਸੈਨਾ ਮੁਖੀ MM ਨਰਾਵਣੇ ਨੇ ਪੱਛਮੀ ਸੀਮਾ ਤੇ ਆਪਰੇਸ਼ਨ ਸੰਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ। ਉਹਨਾਂ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਦਾ ਵੀ ਦੌਰਾ ਕੀਤਾ। ਕੋਰੋਨਾ ਮਹਾਮਾਰੀ ਕਾਰਨ ਚੁਣੌਤੀਆਂ ਦੇ ਬਾਵਜੂਦ ਸਿੱਖਿਆ ਵਿਭਾਗ ਪੰਜਾਬ ਨੇ ਘਰ ਬੈਠੇ ਬੱਚਿਆਂ ਨੂੰ ਕਰਵਾਈ ਆਨਲਾਈਨ ਪੜ੍ਹਾਈ ਦਾ ਮੁਲਾਂਕਣ ਸ਼ੁਰੂ ਕਰ ਦਿੱਤਾ ਹੈ। ਭਾਵੇਂ ਅਧਿਆਪਕਾਂ ਦੀ ਨਿਗਰਾਨੀ ਬਿਨਾਂ ਹੋ ਰਿਹਾ ਇਹ ਮੁਲਾਂਕਣ ਕਈ ਸਵਾਲ ਖੜੇ ਕਰਦਾ ਹੈ, ਪਰ ਸਿੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਤੇ ਠੋਸੇ ਗਏ ਪਹਿਰੇ ਦੀ ਥਾਂ ਉਹਨਾਂ ਨੂੰ ਇਮਾਨਦਾਰੀ ਦਾ ਸਬਕ ਸਿਖਾਉਣ ਲਈ ਕੋਈ ਨਵੀਂ ਪਹਿਲ ਕਦਮੀ ਤਾਂ ਕਰਨੀ ਹੀ ਪੈਣੀ ਹੈ। ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਕਾਰਨ ਇੱਕ ਦਿਨ ਵਿੱਚ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ। ਸਿਹਤ ਵਿਭਾਗ ਦਾ ਦੱਸਣਾ ਹੈ ਕਿ 9 ਵਿਅਕਤੀਆਂ ਦੀ ਵਾਇਰਸ ਕਾਰਨ ਮੌਤ ਹੋ ਗਈ। ਇਸ ਤਰ੍ਹਾਂ ਮਹਾਮਾਰੀ ਦੀ ਭੇਟ ਚੜ੍ਹਨ ਵਾਲੇ ਵਿਅਕਤੀਆਂ ਦੀ ਗਿਣਤੀ ਦਾ ਅੰਕੜਾ 213 ਤੱਕ ਪਹੁੰਚ ਗਿਆ ਹੈ। ਪਿਛਲੇ ਇੱਕ ਦਿਨ ਦੌਰਾਨ ਅੰਮ੍ਰਿਤਸਰ ਵਿੱਚ 1, ਫਾਜ਼ਿਲਕਾ ਵਿੱਚ 1, ਮੋਹਾਲੀ ਵਿੱਚ 2, ਲੁਧਿਆਣਾ ਵਿੱਚ 3 ਅਤੇ ਸੰਗਰੂਰ ਵਿੱਚ 2 ਮੌਤਾਂ ਹੋਈਆਂ। ਲੰਘੇ 24 ਘੰਟਿਆਂ ਦੌਰਾਨ ਵਾਇਰਸ ਦੀ ਲਾਗ ਦਾ ਸ਼ਿਕਾਰ ਹੋਣ ਵਾਲੇ ਵਿਅਕਤੀਆਂ ਦਾ ਅੰਕੜਾ ਵੀ 340 ਰਿਹਾ ਤੇ ਕੁੱਲ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 8511 ਹੋ ਗਈ। ਸਿਹਤ ਵਿਭਾਗ ਮੁਤਾਬਕ 77 ਵਿਅਕਤੀ ਸਿਹਤਯਾਬ ਵੀ ਹੋਏ ਤੇ ਕੋਰੋਨਾ ਤੇ ਫਤਿਹ ਪਾਉਣ ਵਾਲਿਆਂ ਦੀ ਗਿਣਤੀ 5663 ਤੱਕ ਪਹੁੰਚ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ 40 ਦਿਨ ਦੀ ਲੰਮੀ ਛੁੱਟੀ ਤੇ ਚਲੇ ਗਏ ਹਨ। ਇਸ ਕਾਰਨ ਹੁਣ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਦਾ ਕੰਮ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ PA ਦੀ ਸੇਵਾ ਨਿਭਾ ਰਹੇ ਸੀਨੀਅਰ ਅਧਿਕਾਰੀ ਮਹਿੰਦਰ ਸਿੰਘ ਆਹਲੀ ਨੂੰ ਸੌਂਪਿਆ ਗਿਆ ਹੈ। ਡਾਕਟਰ ਰੂਪ ਸਿੰਘ ਨੇ ਇੱਕ ਸੁਨੇਹੇ ਰਾਹੀਂ ਦੱਸਿਆ ਕਿ ਉਹ 40 ਦਿਨ ਦੀ ਵਿਦੇਸ਼ ਛੁੱਟੀ ਤੇ ਲਿਖਤੀ ਆਗਿਆ ਨਾਲ ਜਾ ਰਹੇ ਹਨ। ਉਹ ਪਰਿਵਾਰਕ ਰੁਝੇਵਿਆਂ ਕਾਰਨ ਛੁੱਟੀ ਤੇ ਗਏ ਹਨ ਅਤੇ ਇਸ ਸੰਬੰਧੀ 19 ਅਪ੍ਰੈਲ ਤੋਂ ਟਿਕਟਾਂ ਬੁੱਕ ਕਰਾਈਆਂ ਹੋਈਆਂ ਸਨ। ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲਾਈਆਂ ਪਾਬੰਦੀਆਂ ਤੇ ਸੂਬੇ ਦੀਆਂ ਮਜ਼ਦੂਰ, ਕਿਸਾਨ ਤੇ ਹੋਰਨਾਂ ਜਨਤਕ ਜਥੇਬੰਦੀਆਂ ਨੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਸਰਕਾਰ ਦੇ ਇਸ ਫੈਸਲੇ ਨੂੰ ਲੋਕ ਵਿਰੋਧੀ ਕਰਾਰ ਦਿੱਤਾ ਹੈ। ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਮਹਾਮਾਰੀ ਤੋਂ ਬਚਾਅ ਲਈ ਸਰਕਾਰ ਲੋਕਾਂ ਨੂੰ ਸਾਵਧਾਨ ਰਹਿਣ ਦੇ ਦਿਸ਼ਾ ਨਿਰਦੇਸ਼ ਤਾਂ ਦੇ ਸਕਦੀ ਹੈ, ਪਰ ਗੈਰ ਜਮਹੂਰੀ ਤਰੀਕੇ ਨਾਲ ਇਕੱਠ ਤੇ ਪਾਬੰਦੀਆਂ ਲਾ ਕੇ ਨਾਦਰਸ਼ਾਹੀ ਫੁਰਮਾਨ ਲਾਗੂ ਨਹੀਂ ਕਰ ਸਕਦੀ। ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਉਸਮਾਨ ਬੁਜ਼ਦਾਰ ਵੱਲੋਂ ਮੰਗਲਵਾਰ ਨੂੰ ਗੁਰਦਾ ਰੋਗਾਂ ਨਾਲ ਸੰਬੰਧਿਤ ਹਸਪਤਾਲ ਮੁਲਤਾਨ ਇੰਸਟੀਚਿਊਟ ਆਫ ਕਿਡਨੀ ਡਿਜ਼ੀਜ਼ਜ਼ ਦਾ ਦੌਰਾ ਕੀਤਾ ਗਿਆ। ਇੱਥੇ ਚੱਲ ਰਹੇ ਵਿਕਾਸ ਕਾਰਜਾਂ ਦਾ ਮੁਆਇਨਾ ਕਰਦਿਆਂ ਉਹਨਾਂ ਨੇ ਸਾਰੇ ਕੰਮ ਜਲਦੀ ਮੁਕੰਮਲ ਕਰਨ ਹਿੱਤ ਹੁਕਮ ਵੀ ਦਿੱਤੇ। ਉਹਨਾਂ ਦੱਸਿਆ ਕਿ ਹਸਪਤਾਲ ਦੇ ਬੁਨਿਆਦੀ ਢਾਂਚੇ ਵਿੱਚ ਵੱਡੇ ਸੁਧਾਰ ਕਰਨ ਹਿੱਤ 9 ਬਿਲੀਅਨ ਪਾਕਿਸਤਾਨੀ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਤਕਰੀਬਨ 91% ਵਿਕਾਸ ਕਾਰਜ ਮੁਕੰਮਲ ਹੋ ਚੁੱਕਿਆ ਹੈ। UK ਵਿੱਚ ਬਲਾਤਕਾਰ ਕੇਸਾਂ ਬਾਰੇ ਗੱਲ ਕਰਦਿਆਂ ਇੰਗਲੈਂਡ ਅਤੇ ਵੇਲਜ਼ ਵਿੱਚ ਪੀੜਤਾਂ ਸੰਬੰਧੀ ਕਮਿਸ਼ਨਰ ਡੇਮ ਵੀਰਾ ਬਾਇਰਡ ਨੇ ਆਪਣੀ ਪਹਿਲੀ ਸਾਲਾਨਾ ਰਿਪੋਰਟ ਵਿੱਚ ਕਿਹਾ ਹੈ ਕਿ ਅਸੀਂ ਬਲਾਤਕਾਰ ਦੇ ਅਪਰਾਧੀਕਰਨ ਕੀਤੇ ਜਾਣ ਦੇ ਚਸ਼ਮਦੀਦ ਬਣ ਰਹੇ ਹਾਂ। ਸਤੰਬਰ 2019 ਵਿੱਚ ਵੀ ਇਹ ਰਿਪੋਰਟ ਆਈ ਸੀ ਕਿ ਬਲਾਤਕਾਰ ਸੰਬੰਧੀ ਮੁਕੱਦਮਾ ਕੀਤੇ ਜਾਣ ਦੀ ਦਰ ਪੂਰੇ ਦਹਾਕੇ ਵਿੱਚ ਸਭ ਤੋਂ ਘੱਟ ਪਾਈ ਗਈ ਹੈ। ਤਾਜ਼ਾ ਦਰ ਅਨੁਸਾਰ ਰਿਪੋਰਟ ਕੀਤੇ ਗਏ ਮਾਮਲਿਆਂ ਵਿੱਚੋਂ ਸਿਰਫ 1.4% ਹੀ ਮੁਕੱਦਮੇ ਤੱਕ ਪਹੁੰਚੇ ਸਨ। ਉਹਨਾਂ ਚਿੰਤਾ ਪ੍ਰਗਟਾਈ ਕਿ 2019 ਦੌਰਾਨ ਸਿਰਫ 4% ਦੀ ਸ਼ਿਕਾਇਤਾਂ ਵਿੱਚ ਹੀ ਨਿਆਂ ਮਿਲ ਸਕਿਆ ਹੈ। ਹਰਫਰਡ ਸ਼ਹਿਰ ਦੇ ਉਹ ਫਾਰਮ ਜਿੱਥੇ ਵੱਡੀ ਗਿਣਤੀ ਵਿੱਚ ਕੋਰੋਨਾ ਮਰੀਜ਼ ਲੱਭੇ ਸਨ ਨਾਲ ਸੰਬੰਧਿਤ ਕੁਝ ਸਬਜ਼ੀ ਚੁੱਕਣ ਵਾਲਿਆਂ ਨੂੰ ਲੱਭਿਆ ਜਾ ਰਿਹਾ ਹੈ, ਜਿਨ੍ਹਾਂ ਵਿੱਚੋਂ ਇੱਕ ਵਿੱਚ ਕੋਰੋਨਾ ਪੋਜ਼ਿਟਿਵ ਪਾਇਆ ਗਿਆ ਹੈ। ਇਹ 4 ਜਣੇ ਫਾਰਮ ਤੋਂ ਅਲੋਪ ਹੋ ਗਏ ਸਨ। ਪੁਲਿਸ ਵੱਲੋਂ ਇਸ ਬਾਰੇ ਪੁਸ਼ਟੀ ਕਰਦਿਆਂ ਦੱਸਿਆ ਗਿਆ ਕਿ ਇਹਨਾਂ ਦੀ ਭਾਲ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਬੁੱਧਵਾਰ ਨੂੰ ਇਸ ਫਾਰਮ ਵਿੱਚ ਪਹਿਲਾ ਕੋਰੋਨਾ ਕੇਸ ਆਇਆ ਸੀ, ਜਿਸ ਉਪਰੰਤ ਹੁਣ ਤੱਕ ਇਹ ਗਿਣਤੀ 75 ਤੱਕ ਪਹੁੰਚ ਗਈ ਹੈ।
ਸਫੋਕ ਦੀ ਨਿਊ ਮਾਰਕੀਟ ਤੋਂ ਮਿਸਟਰ ਫੋਦਰਗਿਲਸ ਬੀਜ ਕੰਪਨੀ ਨੇ ਤੋਰੀਆਂ ਖਾਣ ਸੰਬੰਧੀ ਚੇਤਾਵਨੀ ਦਿੱਤੀ ਹੈ ਕਿਉਂਕਿ ਕੁਝ ਲੋਕਾਂ ਦੇ ਬਿਮਾਰ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਇਹਨਾਂ ਬੀਜਾਂ ਨੂੰ ਮਾਰਕੀਟ ਵਿੱਚੋਂ ਵਾਪਸ ਮੰਗਵਾਇਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਕੁਝ ਬੀਜਾਂ ਦੇ ਉਤਪਾਦਨ ਵਿੱਚ ਰਸਾਇਣਾਂ ਦੀ ਵਧੇਰੇ ਵਰਤੋਂ ਕਾਰਨ ਇਹ ਦਸਤ, ਉਲਟੀਆਂ ਆਦਿ ਲੱਗਣ ਦਾ ਕਾਰਨ ਬਣ ਰਹੇ ਹਨ। ਨਾਰਫੋਕ ਦੇ ਕੈਸਲ ਏਕਰ ਇਲਾਕੇ ਵਿੱਚ 4 ਪਰਿਵਾਰ ਇਹਨਾਂ ਬੀਜਾਂ ਨਾਲ ਉਗਾਈਆਂ ਸਬਜ਼ੀਆਂ ਖਾ ਕੇ ਬਿਮਾਰ ਪੈ ਗਏ ਹਨ। ਇਹ ਸਨ ਪੰਜਾਬੀ 'ਚ ਖਬਰਾਂ ਦੇਸੀ ਰੇਡੀਓ ਤੋਂ। This is Desi Radio on 1602 AM. ਬਈ ਸਾਡਾ ਸੁਪਰ ਸਟੋਰ ਯਾਰੋ ਸਾਡਾ ਸੁਪਰ ਸਟੋਰ, ਸਾਡੇ ਸੁਪਰ ਸਟੋਰ ਤੇ ਵਰਗਾ ਨਹੀਂ ਹੋਣਾ ਕੋਈ ਹੋਰ। ਮੇਰਾ, ਤੁਹਾਡਾ, ਸਭ ਦਾ ਸਾਡਾ ਸੁਪਰ ਸਟੋਰ। ਆਟਾ, ਦਾਲਾਂ, ਚਾਵਲ, ਮਸਾਲੇ, ਫਰੈਸ਼ ਫਰੂਟ ਤੇ ਵੈਜੀਟੇਬਲਸ ਤੇ ਆਫਰਾਂ ਹੀ ਆਫਰਾਂ। ਘਰ ਲਈ ਸਾਰੀ ਗਰੋਸਰੀ ਤੇ ਹੋਰ ਟੌਪ ਬ੍ਰਾਂਡ ਚੀਜ਼ਾਂ ਵੀ ਸਾਡੇ ਕੋਲੋਂ ਖਰੀਦੋ। ਅੱਧਾ ਘੰਟਾ ਪਾਰਕਿੰਗ ਵੀ ਫ੍ਰੀ। 356 Box Road, Hounslow West. TW47HW and 686 Uxbridge Road, Hayes, UB40RX। ਤੁਹਾਨੂੰ ਕਿਸੇ ਵੀ ਪ੍ਰਾਪਰਟੀ ਲਈ ਸਕੈਫੋਲਡਿੰਗ ਦੀ ਲੋੜ ਹੋਵੇ ਤਾਂ ਯਾਦ ਰੱਖੋ KV ਸਕੈਫੋਲਡਿੰਗ, ਟੌਪ ਕਲਾਸ ਕੰਮ, ਸਮੇਂ ਦੇ ਪੱਕੇ ਤੇ ਹੈਲਥ ਐਂਡ ਸੇਫਟੀ ਇੰਸ਼ੋਰਡ। ਸਾਡੀਆਂ ਸਪੈਸ਼ਲ ਆਫਰਸ, 3 ਸਾਈਡ ਓਨਲੀ £550, 3 ਸਾਈਡ ਕਵਰ ਸਿਰਫ £1800। ਫੋਨ 07932500777 ਯਾਨੀ 07932500777। ਦੁਬਾਰਾ 07932500777। ਮਜ਼ਬੂਤ ਤੇ ਪਾਏਦਾਰ ਵਿੰਡੋਜ਼ ਦੇ ਮਾਹਿਰ HSB ਹੋਮ ਇੰਪਰੂਵਮੈਂਟ ਐਂਡ ਪਲਾਸਟਿਕ ਸੈਂਟਰ ਰੇਹਾ ਬ੍ਰਾਂਡ ਦੀਆਂ ਕੁਆਲਿਟੀ ਵਿੰਡੋਜ਼, ਅਲਮੀਨੀਅਮ ਬਾਈਫੋਲ ਡੋਰਸ ਅਤੇ ਕੰਪੋਜ਼ਿਟ ਡੋਰਸ ਐਕਸਪੀਰੀਅੰਸ ਕਾਰੀਗਰ ਦੁਆਰਾ ਮੈਨੂਫੈਕਚਰ ਕੀਤੇ ਜਾਂਦੇ ਨੇ। ਇਹਨਾਂ ਦੀ ਸਪੈਸ਼ਲ ਆਫਰ ਬਾਈਫੋਲ ਡੋਰਸ £550 per pane. We also supply gutters, fascia, soffits, cladding, underground system and polycarbonate sheet. Same day local deliveries. Open 6 days a week, 7:30 AM till 5 PM. HSB Home Improvement and Plastic Center, Petersfield Avenue, Slough, SL1 5EA. Phone 01753 516 465 or visit hsbplastic.co.uk. ਕੀ ਤੁਸੀਂ ਇੰਡੀਆ ਜਾਂ ਪਾਕਿਸਤਾਨ ਤੋਂ ਆਪਣੇ ਕਿਸੇ ਰਿਸ਼ਤੇਦਾਰ ਨੂੰ UK ਵਿੱਚ ਪੜ੍ਹਾਉਣਾ ਚਾਹੁੰਦੇ ਹੋ ਤਾਂ ਐਕਮੇ UK ਦੀ ਪ੍ਰੋਫੈਸ਼ਨਲ ਟੀਮ ਤੁਹਾਡੀ ਮਦਦ ਕਰ ਸਕਦੀ ਹੈ। ਅਸੀਂ ਅੰਡਰ ਗ੍ਰੈਜੂਏਟ, ਪੋਸਟ ਗ੍ਰੈਜੂਏਟ, ਫਾਊਂਡੇਸ਼ਨ ਤੇ ਸਕੂਲ ਵਿੱਚ ਵੀ ਐਡਮਿਸ਼ਨ ਕਰਵਾਉਂਦੇ ਹਾਂ। ਆਈਲੈਟਸ ਦੇ ਘੱਟ ਸਕੋਰ ਵਾਸਤੇ ਸਾਡੇ ਕੋਲ ਸਪੈਸ਼ਲ ਅਰੇਂਜਮੈਂਟਸ ਹਨ। ਅਸੀਂ ਕੈਨੇਡਾ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿੱਚ ਵੀ ਐਡਮਿਸ਼ਨ ਕਰਵਾ ਸਕਦੇ ਹਾਂ। ਤੁਸੀਂ ਸਾਡੇ ਲੁਧਿਆਣਾ, ਜਲੰਧਰ, ਦੁਬਈ ਜਾਂ ਕੈਨੇਡਾ ਆਫਿਸ ਨੂੰ ਵੀ ਕੰਟੈਕਟ ਕਰ ਸਕਦੇ ਹੋ। Telephone 07711785307. Website acmevisauk.com. From the heart of South Hall, this is Desi Radio on 1602 AM. ਹਾਂਜੀ, ਤੁਸੀਂ ਸੁਣ ਰਹੇ ਹੋ ਦੇਸੀ ਰੇਡੀਓ 1602 AM ਸੈਟੇਲਾਈਟ ਚੈਨਲ ਸਿਰਫ 169 ਤੇ ਬਿੱਟੂ ਦੇ ਨਾਲ। ਅੱਜ ਆਪਾਂ ਕੌਮਾਂਤਰੀ ਪੰਜਾਬੀ ਭਾਸ਼ਾ ਲਹਿਰ ਨੂੰ ਹੋਰ ਤੇਜ਼ ਕਰਨ ਲਈ ਵਿਚਾਰ ਵਟਾਂਦਰਾ ਕਰ ਰਹੇ ਹਾਂ। ਖਾਸ ਤੌਰ ਤੇ ਜਿਹੜੀ 2021 ਦੇ ਵਿੱਚ ਜਨਗਣਨਾ ਸੈਂਸਸ ਹੋਣੀ ਆ, ਉਹਦੇ ਵਿੱਚ ਪੰਜਾਬੀ ਨੂੰ ਦੂਜੇ ਨੰਬਰ ਤੇ ਲਿਆਉਣ ਲਈ, ਕਿਉਂਕਿ ਪਹਿਲਾਂ ਜਿਹੜੀ ਜਨਸੰਖਿਆ ਸੀ ਇੱਕ ਵਾਰ ਪੰਜਾਬੀ ਦੂਜੇ ਨੰਬਰ ਤੇ ਸੀ, ਉਸ ਤੋਂ ਬਾਅਦ ਪੋਲਿਸ਼ ਦੂਜੇ ਨੰਬਰ ਤੇ ਹੋ ਗਈ। ਸੋ ਉਹਨੂੰ ਇੱਕ ਸੋਲਿਡ ਤਰੀਕੇ ਨਾਲ ਦੂਜੇ ਨੰਬਰ ਤੇ ਲਿਆਉਣ ਲਈ ਪਹਿਲਾਂ ਤਾਂ ਸਾਨੂੰ ਆਪਣੇ ਘਰਾਂ 'ਚ ਪੰਜਾਬੀ ਬੋਲਣੀ ਪੈਣੀ ਆ, ਫਿਰ ਉਹ ਲਿਖਾਉਣੀ ਪੈਣੀ ਹੈ ਕਿ ਅਸੀਂ ਆਪਣੇ ਪੰਜਾਬੀ ਬੋਲਦੇ ਆਪਣੇ ਘਰਾਂ ਦੇ ਵਿੱਚ। ਤੇ ਇਸ ਕੈਂਪੇਨ ਨੂੰ ਹੋਰ ਤੇਜ਼ ਕਰਨ ਲਈ ਅਸੀਂ ਅੱਜ ਵਿਚਾਰ ਵਟਾਂਦਰਾ ਕਰ ਰਹੇ ਹਾਂ। ਹੁਣ ਸਾਡੇ ਕੋਲ ਲਾਈਨ ਤੇ ਲਹਿੰਦੇ ਪੰਜਾਬ ਤੋਂ ਅਮਰ ਸ਼ਾਹ ਜੀ ਜੁੜੇ ਹੋਏ ਨੇ। ਅਮਰ ਸ਼ਾਹ ਜੀ, ਸਤਿ ਸ੍ਰੀ ਅਕਾਲ ਜੀ, ਦੇਸੀ ਰੇਡੀਓ ਤੇ ਸਵਾਗਤ ਹੈ ਤੁਹਾਡਾ। ਸਤਿ ਸ੍ਰੀ ਅਕਾਲ ਵੀਰੇ, ਅਸਲਾਮ ਵਾਲੇਕਮ। ਵਾਲੇਕਮ ਸਲਾਮ ਜੀ। ਅਮਰ ਸ਼ਾਹ ਜੀ, ਪਹਿਲਾਂ ਤਾਂ ਤੁਸੀਂ ਆਪਣੇ ਬਾਰੇ ਸੰਖੇਪ ਜਾਣਕਾਰੀ ਦਿਓ ਕਿ ਤੁਸੀਂ ਕੀ ਕਰ ਰਹੇ ਹੋ, ਕੀ ਕੀਤਾ ਪੰਜਾਬੀਅਤ ਲਈ। ਵੀਰੇ ਮੈਂ ਕੁਝ ਵੀ ਨਹੀਂ ਕੀਤਾ, ਮਾਂ ਬੋਲੀ ਦਾ ਕਮੀ ਆ। ਕੋਸ਼ਿਸ਼ ਕਰ ਰਿਹਾ ਕਿ ਮਾਂ ਬੋਲੀ ਮੁੜਾਵੇ ਇੱਥੇ, ਔਰ ਜੋ ਰੋਕ ਲੱਗੀ ਉਹ ਖਤਮ ਹੋ ਜਾਏ। ਮੁਖਤਲਿਫ ਤਰੀਕਿਆਂ ਨਾਲ ਅਸੀਂ ਇਹਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਥੇ ਜਜ਼ਬਾਤੀ ਤੌਰ ਤੇ ਵੀ, ਇਮੋਸ਼ਨਲੀ ਵੀ ਦੱਸਦੇ ਆ ਅਟੈਚਮੈਂਟ ਉਹਨਾਂ ਦੀ, ਫਿਰ ਅਸਾਸੇ ਕਮਤਰੀ ਨੂੰ ਮਾਰਨ ਦੀ ਵੀ ਕੋਸ਼ਿਸ਼ ਕਰਦੇ ਆ। ਮਲਟੀਪਲ ਇਸ਼ੂਜ਼ ਨੇ ਤੇ ਅਸਾਸੇ ਕਮਤਰੀ ਤੁਹਾਡੇ ਇਲਮ 'ਚ ਬੜਾ ਵੱਡਾ ਹੈ, ਉਹ ਹਰ ਪਾਸੇ ਉਹ ਵੀ ਖਤਮ ਕਰਨ ਦੀ ਕੋਸ਼ਿਸ਼ ਕਰੀ ਦੀ ਹੈ। ਪ੍ਰਾਈਡ ਬਣਾਉਣ ਦੀ ਕੋਸ਼ਿਸ਼ ਕਰੀ ਦੀ ਹੈ, ਮਾਂ ਬੋਲੀ ਨੂੰ ਪ੍ਰਾਈਡ ਬਣਾਉਣ।
ਇਹ ਇੱਕ ਤਹਿਰੀਕ ਹੈ ਜਿਹੜੀ ਫਿਕਰੀ ਤਹਿਰੀਕ ਵੀ ਹੈ, ਔਨ ਗਰਾਊਂਡ ਤਹਿਰੀਕ ਵੀ ਹੈ ਤੇ ਹਰ ਲਿਹਾਜ਼ ਨਾਲ ਔਨ ਗਰਾਊਂਡ ਵੀ ਮੁਜ਼ਾਹਰੇ ਕਰਨੇ ਆ। ਉਰਦੂ ਨਾਮਨਜ਼ੂਰ ਦਾ ਨਾਰਾ ਵੀ ਲਾ ਬੈਠੇ ਆ ਇੱਥੇ ਤੇ ਬਹੁਤ ਸਾਰੀਆਂ ਚੀਜ਼ਾਂ ਨੇ। ਇੱਕ ਲੰਬੀ ਤਵੀਲ ਹਿਸਟਰੀ ਹੈ ਤੁਹਾਡੇ ਚ, ਉਹਦੇ ਵਾਸਤੇ ਜਦੋਜਹਿਦ ਕਰ ਰਹੇ ਆ। ਸੋ ਜਿਹੜੀ ਕਿਉਂਕਿ ਤੁਹਾਡੀ ਬਹੁਤ ਜਿਹੜੇ ਪੰਜਾਬੀ ਨੇ ਉਹ ਇੱਥੇ ਇੰਗਲੈਂਡ ਦੇ ਵਿੱਚ ਗ੍ਰੇਟ ਬ੍ਰਿਟੇਨ 'ਚ ਰਹਿੰਦੇ ਨੇ, ਬਹੁਤ ਚੜ੍ਹਦੇ ਪੰਜਾਬ ਤੋਂ ਨੇ, ਬਹੁਤ ਲਹਿੰਦੇ ਪੰਜਾਬ ਤੋਂ ਨੇ। ਸੋ ਓਬਵੀਅਸਲੀ ਜਿਹੜੇ ਤੁਹਾਡੇ ਇੱਧਰੋਂ ਲਹਿੰਦੇ ਪੰਜਾਬ ਤੋਂ ਪੰਜਾਬੀ ਨੇ ਉਹਨਾਂ ਨਾਲ ਵੀ ਤੁਹਾਡੀਆਂ ਗੱਲਾਂ ਬਾਤਾਂ ਹੁੰਦੀਆਂ ਰਹਿਣਗੀਆਂ ਕਿਉਂਕਿ ਸਾਡੇ ਰਿਸ਼ਤੇ ਕਨੈਕਸ਼ਨ ਹਰ ਪੰਜਾਬੀ ਦਾ ਇੱਕ ਦੂਜੇ ਨਾਲ ਹੁੰਦਾ। ਔਰ ਅੱਜ ਕੱਲ੍ਹ ਜਿਹੜੀ ਇਹ ਇੱਥੇ ਇੰਗਲੈਂਡ ਦੇ ਵਿੱਚ 2021 ਦੇ ਵਿੱਚ ਮਾਰਚ ਦੇ ਵਿੱਚ ਜਨਗਣਨਾ ਜਾਂ ਸੈਂਸਸ ਹੋਣੀ ਆ, ਉਹਦੇ ਲਈ ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਉਹਨਾਂ ਨੂੰ ਵੀਰ ਇਹੀ ਸੁਨੇਹਾ ਦੇਣਾ ਹੈ ਕਿ ਰੱਬ ਨੇ ਸਾਨੂੰ ਬੜੇ ਵਰਿਆਂ ਬਾਅਦ ਬੜੇ ਮੁਕੱਦਰਾਂ ਨਾਲ ਇੱਕ ਮੌਕਾ ਦਿੱਤਾ ਹੈ। ਇਹ ਮੌਕਾ ਸੈਲੀਬ੍ਰੇਟ ਕਰਨ ਵਾਲਾ ਮੌਕਾ ਹੈ ਕਿ ਸ਼ਾਇਦ 173 ਵਰਿਆਂ 'ਚ ਪਹਿਲੀ ਵਾਰੀ ਅਸੀਂ ਕੋਈ ਮੈਚ ਇਕੱਠਾ ਖੇਡ ਸਕਦੇ ਹਾਂ। ਅਸੀਂ ਇੱਕ ਇਲੈਕਸ਼ਨ ਇਕੱਠਾ ਲੜਨਾ ਹੈ। ਪੰਜਾਬੀਆਂ ਨੇ ਲਹਿੰਦੇ ਪੰਜਾਬ 'ਚ ਤੇ ਚੜ੍ਹਦੇ ਪੰਜਾਬ ਦੇ ਪੰਜਾਬੀਆਂ ਨੇ ਇਕੱਠਾ ਇਲੈਕਸ਼ਨ ਲੜਨਾ ਹੈ। ਔਰ ਇਲੈਕਸ਼ਨ ਹੋਣਾ ਹੈ UK 'ਚ, ਬ੍ਰਿਟਿਸ਼ ਸਾਮਰਾਜ ਦੀ ਧਰਤੀ ਤੇ, ਠੀਕ ਹੈ। ਤੇ ਉੱਥੇ ਉਹ ਅਸੀਂ ਇਲੈਕਸ਼ਨ ਰਲ ਕੇ ਲੜਨਾ, ਇਕੱਠਾ ਲੜਨਾ। ਇਹ ਰੱਬ ਦੀ ਮਿਹਰ ਹੈ, ਰੱਬ ਨੇ ਇੱਕ ਮੌਕਾ ਕ੍ਰੀਏਟ ਕੀਤਾ ਤੇ UK 'ਚ ਜਿੰਨਾ ਵੀ ਪੰਜਾਬੀ ਬੈਠਾ, ਪੰਜਾਬੀ ਮੁਸਲਿਮ ਬੈਠਾ, ਪੰਜਾਬੀ ਕ੍ਰਿਸਚਨ ਬੈਠਾ, who belongs to ਪਾਕਿਸਤਾਨ, ਉਹਨਾਂ ਨੂੰ ਮੇਰੀ ਇਹੀ ਬੇਨਤੀ ਹੈ ਕਿ ਉਹ ਇਹਨੂੰ ਇਲੈਕਸ਼ਨ ਸਮਝ ਕੇ ਲੜਨ ਔਰ ਇੰਜ ਲੜਨ ਕਿ ਬੱਲੇ ਬੱਲੇ ਹੋ ਜਾਏ ਪੂਰੀ ਦੁਨੀਆ 'ਚ ਪੰਜਾਬ ਦੀ। ਜੇ ਗੋਰਾ ਨਹੀਂ ਕੱਟਿਆ ਜਾਂਦਾ ਤੇ ਦੂਜੇ ਨੰਬਰ ਤੇ ਤਾਂ ਲਾਜ਼ਮੀ ਆਉਣ। ਇਹਨੂੰ ਪੂਰੀ ਜਿਹੜੀ ਇੱਕ ਤਹਿਰੀਕ ਦੇ ਤੌਰ ਤੇ ਹਰ ਪੰਜਾਬੀ ਜਿਹੜਾ ਪਾਕਿਸਤਾਨ ਤੋਂ ਬਿਲੋਂਗ ਕਰਦਾ ਉਹਦਾ ਫਰਜ਼ ਬਣਦਾ ਹੈ ਕਿ ਇਹ ਮਾਂ ਬੋਲੀ ਦੀ ਜੰਗ ਜਿਹੜੀ ਹੈ ਇਹ ਰਲ ਮਿਲ ਕੇ ਵੱਧ ਤੋਂ ਵੱਧ ਮੁਕਾਬਲਾ ਇਹ ਹੋਏ ਕਿ ਅਸੀਂ ਜਿਤਾਉਣਾ ਹੈ। ਠੀਕ ਹੈ, ਚੜ੍ਹਦੇ ਪੰਜਾਬ ਵਾਲੇ ਆਖਣ ਅਸੀਂ ਜਿਤਾਉਣਾ ਤੇ ਲਹਿੰਦੇ ਵਾਲੇ ਆਖਣ ਅਸੀਂ ਜਿਤਾਉਣਾ ਪੰਜਾਬੀਆਂ ਨੂੰ। ਜਿੱਤਣਾ ਦੋਨਾਂ ਨਹੀਂ ਹੈ। ਹਾਂ, ਤੇ ਮੁਹੱਬਤਾਂ ਦਾ ਮੁਕਾਬਲਾ ਹੋਣਾ ਚਾਹੀਦਾ। ਹਾਂਜੀ, ਇਹੋ ਜਿਹਾ ਮੈਚ ਹੈ ਜਿਹਦੇ 'ਚ ਦੋਨੋਂ ਅਗਰ ਜਿੱਤਦੇ ਆ ਤਾਂ ਦੋਨੋਂ ਹੀ ਜਿੱਤਣਗੇ, ਹਾਰਨਦੇ ਦੋਨੋਂ ਹਾਰਨਗੇ। ਹਾਂ, ਇਹ ਬਿਲਕੁਲ ਬੜੀ ਸੋਹਣੀ ਗੱਲ ਕੀਤੀ। ਇਹ ਵਿਨ ਵਿਨ ਸਿਚੁਏਸ਼ਨ ਹੈ ਤੇ ਲੂਜ਼ ਲੂਜ਼ ਵੀ ਹੈ ਤੇ ਇਹ ਜਿੱਤਣਾ ਰਲ ਕੇ ਜਿੱਤਣਾ। ਅਮਰ ਸ਼ਾਹ ਜੀ, ਜਦੋਂ ਇੱਥੋਂ ਦੇ ਜਿਹੜੇ ਪੰਜਾਬੀ ਨੇ, ਜਿਹੜੇ ਲਹਿੰਦੇ ਪੰਜਾਬ ਦੇ ਪੰਜਾਬੀ ਨੇ, ਤੁਹਾਡੇ ਨਾਲ ਕਦੇ ਉੱਥੇ ਜਾਂਤੀਆਂ ਮਿਲਦੇ ਨੇ ਜਾਂ ਕਦੇ ਫੋਨ ਤੇ ਤੁਹਾਡੇ ਨਾਲ ਗੱਲਾਂ ਬਾਤਾਂ ਹੁੰਦੀਆਂ ਤੇ ਉਹ ਪੰਜਾਬੀ ਬੋਲਦੇ ਹੋਣਗੇ? ਜੀ ਵੀਰ, ਬੜੀ ਸੋਹਣੀ ਛੇੜ ਤੇ ਖਾਲਸ ਪੰਜਾਬੀ ਬੋਲਦੇ ਨੇ। ਬਲਕਿ ਮੇਰੇ ਵੀਰ ਨੇ, ਵੀਰ ਰਾਵਲ ਰਾਠ ਸਾਡੀ ਤਹਿਰੀਕ ਦੇ ਮੈਂਬਰ ਨੇ ਪੰਜਾਬ ਨੈਸ਼ਨਲ ਮੂਵਮੈਂਟ ਦੇ, ਉੱਥੇ ਤੁਹਾਡੇ UK 'ਚ ਹੀ ਬੈਠੇ ਨੇ। ਸ਼ਾਇਰ ਵੀ ਨੇ, 2-3 ਕਿਤਾਬਾਂ ਲਿਖ ਚੁੱਕੇ ਨੇ ਸ਼ਾਇਰੀ ਦੀਆਂ। ਤੇ ਉਹ ਆਏ ਸਨ ਪਿੱਛੇ ਇੱਥੇ ਲਾਹੌਰ ਤੇ ਮੈਨੂੰ ਬੜੀ ਖੁਸ਼ੀ ਹੋਈ। ਉਹ ਛੋਟੀ ਬੇਟੀ ਉਹਨਾਂ ਦੀ ਨਾਲ ਆਈ ਸੀ ਤੇ ਉਹ ਤੀਰਾਣੀ ਏਡੀ ਸੋਹਣੀ ਖਾਲਸ ਪੰਜਾਬੀ ਬੋਲਦੀ ਸੀ। ਮੈਂ ਰਾਵਲ ਨੂੰ ਆਖਿਆ, ਮੈਂ ਵੀਰ ਤੇਰੇ ਨਾਲੋਂ ਸੋਹਣੀ ਪੰਜਾਬੀ ਬੋਲਦੀ। ਤੇ ਇਹ ਸਾਡੀ ਭਰਜਾਈ ਹੈ ਨਾ ਇੱਧਰ ਦੀ, ਤੁਹਾਨੂੰ ਪਤਾ ਬੋਲੀਆਂ ਦਾ ਤਾਂ ਸਾਡੇ 'ਚ ਐਵੇਂ ਹਾਸਾ ਖੇਡਾ ਲੱਗਿਆ ਰਹਿੰਦਾ ਹੈ ਕਿ ਤੇਰੀ ਬੋਲੀ ਫਲਾਨੀ ਹੈ, ਮੇਰੀ ਬੋਲੀ ਫਲਾਨੀ, ਤੇ ਹਰ ਕਿਸੇ ਨੂੰ ਮਾਣ ਹੁੰਦਾ ਕਿ ਮੇਰੀ ਬੋਲੀ ਜ਼ਿਆਦਾ ਵਧੀਆ ਹੈ, ਜ਼ਿਆਦਾ ਖਾਲਸ ਹੈ, ਜ਼ਿਆਦਾ ਪਿਓਰ ਹੈ। ਤੇ ਸਾਡਾ ਜਿਹੜਾ ਮਾਝੇ ਵਾਲਿਆਂ ਦਾ ਉਹ ਥੋੜਾ ਜਿਹਾ ਹੁੰਦਾ। ਤੇ ਉਹ ਵੀਰ ਦੀ ਸਾਡੀ ਜਿਹੜੀ ਭਰਜਾਈ ਹੈ ਨਾ, ਉਹ ਭੈਣ ਸਾਡੀ, ਉਹ ਸਾਡੇ ਇਲਾਕੇ ਤੋਂ ਆ, ਮਾਝੇ ਤੋਂ ਆ। ਠੀਕ ਹੈ। ਤੇ ਉਹ ਵੀਰ ਰਾਵਲ ਹੈ ਅਟਕ ਤੋਂ। ਉਹ ਭੈਣ ਮੇਰੀ ਵੀ ਕਹਿਣ ਲੱਗੀ, ਇਹਨਾਂ ਦੀ ਪੰਜਾਬੀ ਜਿਹੜੀ ਆ ਨਾ ਥੋੜੀ ਜਿਹੀ ਹੋਰ ਤਰ੍ਹਾਂ ਦੀ ਹੈ, ਖਾਲਸ ਨਹੀਂ ਹੈਗੀ, ਵੱਖਰੀ ਆ, ਖਾਲਸ ਨਹੀਂ। ਹਾਂਜੀ, ਵੱਖਰੀ ਹੈ। ਉਹ ਬਸ ਇਸ ਤਰ੍ਹਾਂ ਨਾ, ਉਹ ਬੇਟੀ ਇੰਨੀ ਪਿਆਰੀ ਪੰਜਾਬੀ ਬੋਲਦੀ, ਧੀ ਰਾਣੀ ਸਾਡੀ। ਤੇ ਉੱਥੇ ਤੁਹਾਡੇ UK 'ਚ ਜਿਹੜੇ ਬੱਚੇ ਆਉਂਦੇ ਉਹਨਾਂ ਤੇ ਉਰਦੂ ਦਾ ਅਸਰ ਨਹੀਂ ਹੋਇਆ। ਠੀਕ ਹੈ, ਸਾਨੂੰ ਤਾਂ ਉਰਦੂ ਲੈ ਬੈਠੀ ਨਾ। ਬਿਲਕੁਲ ਬਿਲਕੁਲ। ਹਾਂ, ਤੁਹਾਡੇ ਪਾਸੇ ਹਿੰਦੀ ਲੈ ਬੈਠੀ। ਬਿਲਕੁਲ ਬਿਲਕੁਲ ਜੀ। ਅਮਰ ਸ਼ਾਹ ਜੀ, ਦੇਖੋ ਤੁਹਾਡੇ ਪੰਜਾਬ ਦੇ ਜਿਹੜਾ ਚੜ੍ਹਦਾ ਪੰਜਾਬ ਹੈ, ਬਾਲੀਵੁੱਡ ਜਿਹੜਾ ਉਹ ਅੱਧਾ ਤਕਰੀਬਨ 50% ਟੈਲੈਂਟ ਬਾਲੀਵੁੱਡ 'ਚ ਪੰਜਾਬੀ ਟੈਲੈਂਟ ਹੈ। ਹਾਂਜੀ, ਉਹ ਤਾਂ ਹੈ। ਇਸੇ ਤਰ੍ਹਾਂ ਜਿਹੜੇ ਇੱਥੇ 14 ਕਿਲੋਮੀਟਰ ਲੰਮੇ ਉਰਦੂ ਬਾਜ਼ਾਰ ਨੇ ਔਰ ਪਾਕ ਟੀ ਹਾਊਸ ਵਰਗੇ ਜਿਹੜੇ ਕੈਫੇ ਕਲੱਬ ਨੇ, ਉਹਨਾਂ 'ਚ ਪੰਜਾਬੀ ਮੁਸ਼ੱਕਤ ਕਰਦਾ ਪਿਆ ਉਰਦੂ ਵਾਸਤੇ। ਅਸੀਂ ਆਪਣੀ ਮਾਂ ਬੋਲੀ ਛੱਡ ਕੇ ਸਾਰਿਆਂ ਲਈ ਮੁਸ਼ੱਕਤੀਆਂ। ਕਿੰਨਾ ਬਦਕਿਸਮਤੀ ਵਾਲੀ ਗੱਲ ਹੈ ਕਿ ਨਹੀਂ?
ਜੀ ਵੀਰੇ। ਅਮਰ ਸ਼ਾਹ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਲਹਿੰਦੇ ਪੰਜਾਬ ਤੋਂ ਸਾਡੀ ਇਸ ਜਿਹੜੇ ਵਿਚਾਰ ਪ੍ਰੰਦ ਵਿੱਚ ਹਿੱਸਾ ਪਾਇਆ, ਤੁਹਾਡਾ ਬਹੁਤ ਬਹੁਤ ਥੈਂਕ ਯੂ। ਜੀਂਦੇ ਰਹੋ, ਰੱਬ ਰੱਖਾ। ਥੈਂਕ ਯੂ। ਹਰਮੀਤ ਜੀ ਇਹਨਾਂ ਨੇ ਇੱਕ ਬੜਾ ਵਧੀਆ ਪੁਆਇੰਟ ਚੱਕਿਆ ਕਿ ਇਹ ਸਾਡਾ ਇੱਕ ਰਲਵਾਂ ਮੈਚ ਹੈ। 173 ਸਾਲ ਪਤਾ ਨਹੀਂ ਉਹਨੇ ਕਿੱਥੋਂ ਕਾਊਂਟ ਕੀਤੇ ਨੇ, ਕਿਸ ਹਿਸਾਬ ਨਾਲ ਮੈਨੂੰ ਉਹਦੇ ਬਾਰੇ ਜਾਣਕਾਰੀ ਨਹੀਂ, ਕਿ ਪਹਿਲੀ ਵਾਰ ਅਸੀਂ ਕੋਈ ਮੈਚ ਰਲ ਕੇ ਖੇਡ ਰਹੇ ਹਾਂ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਜੀ 173 ਸਾਲ ਉਹ ਗਿਣ ਰਿਹਾ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਗਿਆ ਸੀਗਾ 1849 ਤੇ ਉਹ ਉਦੋਂ ਤੋਂ ਪੰਜਾਬੀ ਭਾਸ਼ਾ ਜਿਹੜੀ ਆ ਉਹਨੂੰ ਖਤਮ ਕਰਨੀਆਂ ਵੱਖ-ਵੱਖ ਸਾਜ਼ਿਸ਼ਾਂ ਜਿਹੜੀਆਂ ਵਾ ਉਹ ਹੁੰਦੀਆਂ ਰਹੀਆਂ ਵਾ। ਹਾਂਜੀ, ਤੇ ਉਹ ਉਹਨਾਂ ਨੇ 173 ਸਾਲ ਬਾਅਦ ਜਿਹੜਾ ਗੱਲ ਕੀਤੀ ਕਿ ਆਪਾਂ ਇਲੈਕਸ਼ਨ ਦਾ ਮੌਕਾ ਆਪਾਂ ਨੂੰ ਇਕੱਠਿਆਂ ਲੜਨ ਦਾ ਮਿਲਿਆ, ਬਹੁਤ ਵਧੀਆ ਗੱਲ ਹੈ। ਇਹ ਦਿਲ ਨੂੰ ਝੰਜੋੜਨ ਵਾਲੀ ਗੱਲ ਹੈ ਕਿ ਸਾਰੇ ਪੰਜਾਬੀ ਜਿਹੜੇ ਆ ਰਲ ਕੇ ਕਰਨ। ਔਰ ਇਹੀ ਗੱਲ ਚੁੱਭਦੀ ਆ ਜਿਹੜੇ ਯੂਕੇ ਦੇ ਵਿੱਚ ਜਿਹੜੇ ਐਂਟੀ ਪੰਜਾਬੀ ਲੋਕ ਆ ਨਾ, ਜਿਨ੍ਹਾਂ ਦੀ ਐਂਟੀ ਪੰਜਾਬੀ ਸੋਚ ਆ, ਉਹਨਾਂ ਨੂੰ ਚੁੱਭਦੀ ਇਸੇ ਕਰਕੇ ਉਹਨਾਂ ਨੇ ਆ ਸੈਂਸਸ ਵਾਲੀ ਜੌਬ ਦੇ ਵਿੱਚ ਦੋਨਾਂ ਪੰਜਾਬਾਂ ਨੂੰ ਵੰਡਣ ਦੀ ਜਿਹੜੀ ਕੋਸ਼ਿਸ਼ ਕੀਤੀ ਆ। ਹੁਣ ਇਹ ਕੋਸ਼ਿਸ਼ ਸਫਲ ਤਾਂ ਹੋਣੀ ਨਹੀਂ, ਇਹਦੇ ਨਾਲ ਸਗੋਂ ਹੋਰ ਪੰਜਾਬੀਆਂ ਦੇ ਵਿੱਚ ਜਾਗਰਤੀ ਆਉਣੀ ਆ ਤੇ ਲੇਕਿਨ ਉਹ ਆਪਣੀਆਂ ਜਿਹੜੀਆਂ ਵਾ ਉਹ ਠਿੱਬੀ ਮਾਰ ਨੂੰ ਹਟਦੇ ਨਹੀਂ ਆ ਜੀ। ਤੇ ਇਹ ਜਿਹੜੇ ਲਾਹੌਰ ਤੋਂ ਸ਼ਾਹ ਸਾਹਿਬ ਨੇ ਜੀ, ਇਹਨਾਂ ਨੇ ਬੜੀ ਤਕੜੀ ਤਹਿਰੀਕ ਉੱਥੇ ਚਲਾਈ ਆ, ਬੜੀ ਤਕੜੀ ਮੂਵਮੈਂਟ ਚਲਾਈ ਆ, ਬੜੀ ਤਕੜੀ ਲਹਿਰ ਪੰਜਾਬੀ ਭਾਸ਼ਾ ਦੀ ਚਲਾਈ। ਇਹਨਾਂ ਨੇ ਇੱਕ ਇਲੈਕਸ਼ਨ ਵੀ ਉੱਥੇ ਲੜੀ ਆ ਪੰਜਾਬੀ ਭਾਸ਼ਾ ਦੇ ਮੁੱਦੇ ਦੇ ਉੱਤੇ। ਤੇ ਪਿੱਛੇ ਜੇ ਇਹਨਾਂ ਨੇ ਕਾਨਫਰੰਸਾਂ ਕੀਤੀਆਂ ਸੀਗੀਆਂ, ਮਤਲਬ ਇਹ 'ਚ ਲੱਗ ਰਿਹਾ ਜੇ ਕਰੋਨਾ ਵਾਇਰਸ ਨਾ ਆਉਂਦਾ ਤੇ ਇਹ 'ਚ ਲੱਗ ਰਿਹਾ ਸੀਗਾ ਜਿੱਦਾਂ ਇਹਨਾਂ ਦੀ ਜਿਹੜੀ ਮੂਵਮੈਂਟ ਆ, ਲਹਿਰ ਆ ਪੰਜਾਬੀ ਭਾਸ਼ਾ ਦੀ, ਉਹ ਸਾਰਿਆਂ ਨਾਲੋਂ ਅੱਗੇ ਲੰਘ ਜਾਣੀ ਆ, ਇੰਡੀਆ ਵਾਲੇ ਪੰਜਾਬੀਆਂ ਨਾਲੋਂ ਵੀ ਤੇ ਯੂਕੇ ਵਾਲੇ ਪੰਜਾਬੀਆਂ ਨਾਲੋਂ ਵੀ ਤੇ ਕੈਨੇਡਾ ਵਾਲੇ ਪੰਜਾਬੀਆਂ ਨਾਲੋਂ। ਇੰਨੇ ਜੱਦੋ-ਜਹਿਦ ਦੇ ਰਾਤ ਦਿਨ ਲੱਗੇ ਹੋਏ ਸੀ। ਹਾਂਜੀ ਅਮੀਤ ਜੀ, ਹੁਣ ਆਪਣੇ ਕੋਲ ਰੰਮੀ ਰੇਂਜਰ, ਲਾਰਡ ਰੰਮੀ ਰੇਂਜਰ ਜੀ ਆਪਣੇ ਕੋਲ ਲਾਈਨ ਤੇ ਨੇ। ਲਾਰਡ ਰੰਮੀ ਰੇਂਜਰ ਜੀ, ਵੈਲਕਮ, ਤੁਹਾਡਾ ਸਵਾਗਤ ਹੈ ਦੇਸੀ ਰੇਡੀਓ ਤੇ। ਥੈਂਕ ਯੂ ਜੀ, ਥੈਂਕ ਯੂ ਫॉर ਇਨਵਾਈਟਿੰਗ ਮੀ। ਬੜਾ ਵਧੀਆ ਸਬਜੈਕਟ ਤੁਸੀਂ ਡਿਸਕਸ ਕਰ ਰਹੇ ਹੋ। ਪੰਜਾਬੀ ਲੈਂਗੁਏਜ ਬੜੀ ਮਿੱਠੀ ਲੈਂਗੁਏਜ ਹੈ, ਬੜੀ ਪਿਆਰੀ ਲੈਂਗੁਏਜ ਹੈ। ਇਹਦੇ 'ਚ ਪਿਆਰ ਵੀ ਬੜਾ ਕਰ ਸਕਦੇ ਤੇ ਗੁੱਸਾ ਵੀ ਬੜਾ ਦਿਖਾ ਸਕਦੇ। ਹਾਂਜੀ, ਇਹ ਬੜੀ ਵਰਸਟਾਈਲ ਲੈਂਗੁਏਜ ਹੈ। ਤੇ ਸਾਡੀ ਅਨਫੋਰਚੂਨੇਟ ਹੋਈ ਕਿ ਅਸੀਂ ਡਿਵਾਈਡ ਹੋ ਗਏ 1947 ਵਿੱਚ, ਵਰਨਾ ਪੰਜਾਬੀ ਡੋਮੀਨੇਟ ਕਰਦੇ ਸਾਰੀ ਦੁਨੀਆ ਨੂੰ। ਪੰਜਾਬੀ ਕਲਚਰ, ਭੰਗੜਾ, ਮਿਊਜ਼ਿਕ, ਖਾਣੇ, ਡਰੈਸਿਸ, ਇਹ ਬੜੀ ਇੱਕ ਯੂਨੀਕ ਇੱਕ ਕੌਮ ਹੈ, ਕਲਚਰ ਹੈ, ਜਿਹਨੇ ਜਿੱਥੇ ਵੀ ਗਈ ਹੈ ਧੂਮਾਂ ਪਾਤੀ ਹੈ। ਜਿੱਥੇ ਵੀ ਗਏ ਨੇ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਕੇ, ਤੁਸੀਂ ਦੇਖੋ ਆਪਣਾ ਜਗ੍ਹਾ ਬਣਾ ਲੈਂਦੇ ਪੰਜਾਬੀ। ਮਿਹਨਤੀ ਕੌਮ, ਬੜੀ ਮਿਹਨਤੀ ਕੌਮ ਹੈ। ਹੁਣ ਤੇ ਦੇਖੋ ਕਰੋਨਾ ਪੈਂਡੈਮਿਕ ਦੇ ਟਾਈਮ ਦੇ ਉੱਤੇ ਪੰਜਾਬੀ ਕੌਮ ਸਭ ਤੋਂ ਅੱਗੇ ਆਈ ਹੈ ਸੇਵਾ ਕਰਨ 'ਚ, ਲੋਕਾਂ ਦੀ ਉਹਨਾਂ ਨੂੰ ਖਾਣੇ ਦੇ ਰਹੀ ਹੈ, ਜਾ ਕੇ ਲੰਗਰ ਛਕਾ ਰਹੀ ਹੈ। ਸੋ ਇਸ ਕਰਕੇ ਸਾਡੀ ਵਿਰਸਾ ਬੜਾ ਰਿਚ ਵਿਰਸਾ ਹੈਗਾ। ਤੇ ਜਿਹੜੀ ਉਹ ਤੁਸੀਂ ਮੈਨੂੰ ਕਹਿ ਰਹੇ ਸੀ ਨਾ, ਜਿਹੜੀ ਉਹ ਕਰ ਰਹੇ ਸੀ ਸੈਂਸਸ ਵਾਸਤੇ ਪੰਜਾਬੀ ਦੀ ਰੱਖਿਆ, ਹਾਂਜੀ, ਉਹ ਮੈਂ ਇਨਵੈਸਟੀਗੇਸ਼ਨ ਕੀਤੀ ਹੈ। ਉਹਨਾਂ ਨੇ ਗਲਤੀ ਕਰ ਲਈ ਹੈ, ਕਿਉਂਕਿ ਉਹਨਾਂ ਨੇ ਕੀ ਕੀਤਾ ਹੈ ਕਿ ਜੋ ਪਾਕਿਸਤਾਨੀ ਏਰੀਆ ਹੈ ਨਾ, ਉਹਦੇ ਜਦੋਂ ਐਡਵਰਟਾਈਜ਼ ਕੀਤਾ, ਉਹਨਾਂ ਨੇ ਉਹਦੇ ਕਿਹਾ ਕਿ ਉਰਦੂ ਤੇ ਪੰਜਾਬੀ ਚਾਹੀਦੀ ਹੈ। ਹਾਂਜੀ, ਜਿਹੜਾ ਇੰਡੀਆ ਵੱਲ ਕੀਤਾ ਤੇ ਉਹਦੇ ਲਿਖਿਆ ਗੁਜਰਾਤੀ ਤੇ ਹਿੰਦੀ ਚਾਹੀਦੀ ਹੈ। ਤੇ ਉਹ ਥੋੜੀ ਜਿਹੀ ਮਿਸਟੇਕ ਹੋ ਗਈ। ਸੋ ਵੀ ਆਰ ਰਾਈਟਿੰਗ ਟੂ them to put it right। ਇਹ ਕੋਈ ਜ਼ਿਆਦਾ ਕੋਈ ਵੱਡੀ ਮਸਲਾ ਨਹੀਂ ਹੈ। ਇਹ ਜੈਨੂਇਨ ਮਿਸਅੰਡਰਸਟੈਂਡਿੰਗ। ਉਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬੀ ਇੰਡੀਆ ਇੱਧਰ ਪੰਜਾਬ 'ਚ ਵੀ ਬੋਲਦੇ ਨੇ, ਇੰਡੀਆ ਸਾਈਡ ਤੇ ਵੀ ਪੰਜਾਬੀ, ਦਿੱਲੀ ਤੱਕ ਪੰਜਾਬੀ ਚੱਲਦੀ ਹੈ, ਹਰਿਆਣਾ, ਹਿਮਾਚਲ, ਕਿਸੇ ਟਾਈਮ ਤੋਂ ਪੰਜਾਬ ਹੀ ਹੁੰਦਾ ਸੀਗਾ। ਸਾਰੇ ਪੰਜਾਬੀ ਬੋਲਦੇ ਨੇ। ਲਾਰਡ ਰੰਮੀ ਰੇਂਜਰ ਜੀ, ਤੁਸੀਂ ਇੱਕ ਕੌਮ, ਸਾਡੇ ਪੰਜਾਬੀ ਕੌਮ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਤੁਸੀਂ ਏਡੇ ਮਤਲਬ ਇਸ ਮੁਕਾਮ ਤੇ ਪਹੁੰਚੇ ਹੋਏ ਹੋ, ਔਰ ਸਾਡੀ ਕੌਮ ਪ੍ਰਤੀ ਵੀ ਕਾਫੀ ਤੁਹਾਡੀਆਂ ਸੇਵਾਵਾਂ, ਬਹੁਤ ਚੰਗੀਆਂ ਸੇਵਾਵਾਂ ਤੁਸੀਂ ਸਾਡੀ ਕੌਮ ਨੂੰ ਦੇ ਰਹੇ ਹੋ। ਸੋ ਤੁਹਾਡੇ ਨਜ਼ਰ ਵਿੱਚ ਜਿਹੜੀ ਇਹ ਸੈਂਸਸ ਹੋ ਰਹੀ ਆ, ਉਹਦੇ 'ਚ ਪੰਜਾਬੀ ਭਾਸ਼ਾ ਨੂੰ ਸਾਡੇ ਲਈ ਅਪਣਾਉਣਾ ਔਰ ਉਸ ਨੂੰ ਆਇਡੈਂਟੀਫਾਈ ਕਰਨਾ, ਉਸ ਨੂੰ ਐਡਮਿਟ ਕਰਨਾ ਕਿ ਸਾਡੀ ਇਹ ਮਾਂ ਬੋਲੀ ਹੈ, ਉਸ ਨੂੰ ਲਿਖਾਉਣਾ, ਇਹ ਕਿੰਨਾ ਕੁ ਇੰਪੋਰਟੈਂਟ ਹੈ ਔਰ ਇਹਦੇ ਕੀ ਸਾਨੂੰ ਫਾਇਦੇ ਜਾਂ ਨੁਕਸਾਨ ਨੇ? ਦੇਖੋ, ਇਹ ਬੜਾ ਇੰਪੋਰਟੈਂਟ ਹੈ ਕਿ ਜਿਹੜੀ ਮਾਂ ਬੋਲੀ ਹੈ ਨਾ, ਜੇ ਤੁਸੀਂ ਮਾਂ ਬੋਲੀ ਨੂੰ ਨਹੀਂ ਸੰਭਾਲੋਗੇ ਤੇ ਜਦੋਂ ਕਿਸੇ ਦਾ ਕਲਚਰ ਖਤਮ ਕਰਨਾ, ਉਹਦੀ ਲੈਂਗੁਏਜ ਪਹਿਲੇ ਖਤਮ ਕਰ ਦਿਓ। ਜਿਹਦੀ ਕੋਈ ਲੈਂਗੁਏਜ ਹੀ ਨਹੀਂ, ਉਹ ਆਪਣੇ ਇਤਿਹਾਸ ਨੂੰ ਕੀ ਪੜ੍ਹੇਗਾ? ਬਿਲਕੁਲ। ਸੋ ਇਸ ਕਰਕੇ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਆਪਣੀ ਜਿਹੜੀ ਪੰਜਾਬੀ ਹੈ ਇਹਨੂੰ ਬਚਾ ਕੇ ਰੱਖੀਏ। ਔਰ ਇਹਦੇ ਵਾਸਤੇ ਜੋ ਗਵਰਨਮੈਂਟ ਸਹੂਲਤਾਂ ਦਿੰਦੀ ਹੈ, ਦੇਖੋ ਇਹ ਕੰਟਰੀ ਇੰਨੀ ਅੱਛੀ ਕੰਟਰੀ ਹੈ, ਦੇ ਸੈਲੀਬ੍ਰੇਟ ਡਾਇਵਰਸਿਟੀ। ਦੇ ਸੈਲੀਬ੍ਰੇਟ, ਇਹ ਨਹੀਂ ਕਹਿੰਦੇ ਕਿ ਤੁਸੀਂ ਇੱਕੋ ਤਰ੍ਹਾਂ ਦਾ ਹੋ ਜਾਓ,
ਕਿ ਤੁਸੀਂ ਸਾਰੇ ਅੰਗਰੇਜ਼ੀ ਬੋਲੋ, ਇਹ ਐਕਚੁਅਲੀ ਇਨਕਰੇਜ ਕਰਦੇ ਨੇ ਕਿ ਤੁਹਾਡਾ ਕਲਚਰ ਹੈ ਉਹਦੇ ਨਾਲ ਇਹ ਕੰਟਰੀ ਰਿਚਰ ਹੈਗੀ। ਇਹ ਕੰਟਰੀ ਦੇ ਵਿੱਚ ਜਿੰਨੀ ਕੌਮਾਂ ਵਸ ਰਹੀਆਂ ਨੇ ਉਹਨਾਂ ਨੇ ਆ ਕੇ ਇਸ ਕੰਟਰੀ ਨੂੰ ਬੜਾ ਇੱਕ ਕਲਚਰਲੀ ਰਿਚ ਬਣਾਇਆ ਹੈ। ਅੱਜ ਤੁਸੀਂ ਚਲੇ ਜਾਓ, ਖਾਣਾ ਪੀਣਾ, ਕੋਈ ਕੱਪੜੇ ਲੈਣੇ ਜਾਂ ਕੋਈ ਜੋ ਵੀ ਕਰੇ, ਸਭ ਕੁਝ ਇੱਥੇ ਮਿਲਦਾ UK ਦੇ ਵਿੱਚ, ਕਿਉਂਕਿ ਦੇ ਸਪੋਰਟ ਦੇ ਜਿਹੜੀ ਡਿਫਰੈਂਟ ਕਲਚਰ ਹੈ ਉਹਨਾਂ ਨੂੰ ਇਹ ਖਤਮ ਨਹੀਂ ਕਰਨਾ ਚਾਹੁੰਦੇ। ਸਾਡੇ ਗੁਰੂ ਗੋਬਿੰਦ ਸਿੰਘ ਕਹਿੰਦੇ ਸੀਗੇ ਡਾਇਵਰਸਿਟੀ ਮਸਟ ਬੀ ਐਕਸੈਪਟਡ, ਰਿਸਪੈਕਟਡ, ਇਫ ਨੀਡ ਬੀ ਮਸਟ ਬੀ ਪ੍ਰੋਟੈਕਟਡ। तो वो धर्म वास्ते प्रोटेक्ट, इस करके असी सानू चाहिए कि जो गुरु वाहिगुरु ने या परमात्मा ने या रब ने या अल्लाह ने सानू वखरा वखरा बनाया है, वो किसी रीजन वास्ते ही है कि असी सारे एक तरह के नहीं है, क्योंकि एक बाग दे फुल इको तरह के होने तुहानू चंगे भी नहीं लगन। बिल्कुल जी। इस करके जो डाइवर्सिटी है ये बड़ी एक रिच चीज है। असी एक दूजे तो बहुत कुछ सीखते हैं, एक दूजे के कल्चर तो असी बड़ा कुछ फायदा उठाते हैं, क्योंकि देखो ना कई तरह के डांस, भंगड़े, गाने, गिद्धे, ड्रेसिस, खाने असी इंजॉय करते हैं बिकॉज डाइवर्सिटी है। तो जेड़ा तुसी साडे गुरमीत जी काम कर रहे हैं, अपने हरमीत जी काम कर रहे हैं, बहुत अच्छा, ते आई रियली सैल्यूट हिम कि ये पंजाबी दे पीछे लगे ने और ये बिल्कुल ओदा ख्याल रखते हैं। इस विच इज गुड कि जेड़ा कोई असी पंजाबी नूं भुल जाएंगे तो फिर कोई परवाह भी नहीं करेगा। वी आर गोइंग टू प्रमोट इट नाउ एंड गेट गवर्नमेंट ਨੂੰ ਪਤਾ ਲੱਗੇ ਕਿ ਕਿੰਨੇ ਪੰਜਾਬੀ ਨੇ, ਉਸੇ ਹਿਸਾਬ ਦੇ ਨਾਲ ਫਿਰ ਜਿਹੜੀ ਉਹਨਾਂ ਦੀ ਸਪੋਰਟ ਹੈ ਨਾ, ਗਵਰਨਮੈਂਟ ਦੀ ਫੰਡਿੰਗ ਹੈ, ਉਸੇ ਹਿਸਾਬ ਨਾਲ ਫਿਰ ਉਹ ਐਲੋਕੇਟ ਕਰਨਗੇ। ਇੱਕ ਸਵਾਲ ਹੈ ਰਮੀ ਜੀ, ਕਿਦਾਂ ਕਿ ਜੇ ਤੁਸੀਂ ਬਹੁਤ ਵਧੀਆ ਪੰਜਾਬੀ ਬੋਲਦੇ ਹੋ, ਸਾਰੇ ਬਹੁਤ ਵਧੀਆ ਪੰਜਾਬੀ, ਕੀ ਜਿਹੜੇ ਪੰਜਾਬੀ ਲੋਕ ਨੇ ਉਹ ਸੁਸਾਇਟੀ ਦੇ ਵਿੱਚ ਜਦੋਂ ਬਹਿੰਦੇ ਨੇ ਜਾਂ ਗੱਲਾਂ ਬਾਤਾਂ ਕਰਦੇ ਨੇ, ਕਿ ਉਹ ਹਮੇਸ਼ਾ ਪੰਜਾਬੀ ਵਿੱਚ ਕਰਦੇ ਨੇ ਜਾਂ ਉਹ ਅੰਗਰੇਜ਼ੀ ਦੀ ਵਰਤੋਂ ਵੀ ਕਾਫੀ ਕਰਦੇ ਨੇ ਆਪਸ ਵਿੱਚ ਵੀ? ਗੱਲ ਗੋਰਿਆਂ ਨਾਲ ਨਹੀਂ, ਜਦੋਂ ਆਪਸ ਵਿੱਚ ਵੀ ਯਾਨੀ ਕਿ ਬਹਿੰਦੇ ਨੇ, ਕਿਸ ਤਰ੍ਹਾਂ ਦਾ ਮਾਹੌਲ ਹੈ ਇਸ ਕੰਟਰੀ ਦੇ ਵਿੱਚ, ਤੁਹਾਨੂੰ ਕੀ ਲੱਗਦਾ? ਦੇਖੋ, ਸਭ ਤੋਂ ਪਹਿਲੇ ਨਾ ਜਦੋਂ ਮੈਂ ਤੇ ਮੇਰੀ ਵਾਈਫ ਅਸੀਂ ਡਿਸਾਈਡ ਕੀਤਾ ਸੀ ਕਿ ਘਰ ਦੇ ਵਿੱਚ ਅਸੀਂ ਪੰਜਾਬੀ ਬੋਲੀਏ, ਕਿ ਬੱਚਿਆਂ ਨੇ ਅੰਗਰੇਜ਼ੀ ਤਾਂ ਸਿੱਖ ਹੀ ਲੈਣੀ ਹੈ, ਸਕੂਲ ਜਾਣਗੇ, ਉਹ 7-8 ਘੰਟੇ ਸਕੂਲ ਨੇ, ਉਹਨਾਂ ਨੇ ਉੱਥੇ ਬੱਚਿਆਂ ਨੂੰ ਸਿੱਖ ਲੈਣੀ ਹੈ ਜੀ। ਫਿਰ ਟੈਲੀਵਿਜ਼ਨ ਦੇਖਦੇ ਨੇ, ਉੱਥੇ ਇੰਗਲਿਸ਼ ਹੈ, ਹਰ ਜਗ੍ਹਾ ਅੰਗਰੇਜ਼ੀ ਹੈਗੀ, ਪਰ ਇਹ ਬੱਚਿਆਂ ਨੂੰ ਜੇ ਅਸੀਂ ਪੰਜਾਬੀ ਸਿਖਾਵਾਂਗੇ, ਆਪਣੇ ਚਾਚੇ, ਤਾਏ, ਦਾਦਾ, ਨਾਨੀ ਨੂੰ ਗੱਲਬਾਤ ਕਰ ਸਕਣਗੇ ਪੰਜਾਬੀ 'ਚ। ਸੋ ਇਸ ਕਰਕੇ ਬੱਚੇ ਜਿਹੜੇ ਹੁੰਦੇ ਨਾ ਬਚਪਨ 'ਚ, ਇਹਨਾਂ ਦਾ ਦਿਮਾਗ ਇਤਨਾ ਫਰੈਸ਼ ਹੁੰਦਾ ਹੈ, ਇੰਨਾ ਫਰੈਸ਼ ਹੁੰਦਾ ਹੈ ਕਿ ਇਹ 8-10 ਲੈਂਗੁਏਜ ਸਿੱਖ ਸਕਦੇ ਨੇ। ਤੁਸੀਂ ਇੱਕ ਦੋ ਦੀ ਪਰਵਾਹ ਨਾ ਕਰੋ, ਜਿਹੜਾ ਜੋ ਬੱਚਾ ਹੈਗਾ ਉਹਨੂੰ ਜੋ ਸਿਖਾਓਗੇ ਉਹ ਸਿੱਖ ਜਾਏਗਾ, ਕਿਉਂਕਿ ਉਹਦਾ ਬ੍ਰੇਨ ਜਿਹੜਾ ਨਾ ਬੜਾ ਡੈਲੀਕੇਟ, ਬੜਾ ਰਿਸੈਪਟਿਵ ਹੈ। ਕਿਉਂਕਿ ਕਹਿੰਦੇ ਨੇ ਯੂ ਕਾਂਟ ਟੀਚ ਓਲਡ ਡੌਗ ਨਿਊ ਟ੍ਰਿਕ। ਜਦੋਂ ਅਸੀਂ ਬੁੱਢੇ ਹੋ ਜਾਂਦੇ ਹਾਂ ਤੇ ਸਾਨੂੰ ਕੋਈ ਉਹ ਚੀਜ਼ ਨਹੀਂ ਇੰਨੀ ਜਲਦੀ ਸਮਝ ਆਉਂਦੀ ਜਿੰਨੀ ਬੱਚੇ ਨੂੰ। ਕਿੰਨਾ ਅਸੀਂ ਕਹਿੰਦੇ ਕਿ ਬੱਚਾ ਕਿੰਨਾ ਸਿਆਣਾ ਜੀ। ਅੱਜ ਕੱਲ੍ਹ 2-2 ਸਾਲ ਦੇ ਬੱਚੇ ਇਹ ਜਿਹੜੀ ਵੱਡੀਆਂ ਗੱਲਾਂ ਕਰਦੇ ਨੇ, ਕਿਉਂਕਿ ਦੁਨੀਆ ਦੇ ਵਿੱਚ ਬੱਚੇ ਬੜੇ ਇੰਟੈਲੀਜੈਂਟ ਹੁੰਦੇ ਨੇ, ਇਹਨਾਂ ਨੂੰ ਅੰਡਰ ਐਸਟੀਮੇਟ ਨਹੀਂ ਕਰਨਾ ਚਾਹੀਦਾ। ਜਿਸ ਤਰ੍ਹਾਂ ਅਸੀਂ ਉਹਨਾਂ ਤਰੀਕੇ ਨਾਲ ਡੀਲ ਕਰਾਂਗੇ ਉਸ ਤਰ੍ਹਾਂ ਹੀ ਉਹ ਬਣ ਜਾਣਗੇ। ਸੋ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਤੋਂ ਨਾ ਮਹਿਰੂਮ ਕਰੀਏ, ਉਹਨਾਂ ਨੂੰ ਪੰਜਾਬੀ ਸਿਖਾਈਏ, ਘਰ 'ਚ ਬੋਲੋ ਤੇ ਤੁਹਾਨੂੰ ਬੜਾ ਵਧੀਆ ਹੋਏਗਾ। ਇੱਕ ਲੈਂਗੁਏਜ ਹੈਗੀ, ਬੱਚੇ ਕੱਲ੍ਹ ਨੂੰ ਫਿਲਮ ਵੀ ਦੇਖ ਸਕਦੇ ਪੰਜਾਬੀ, ਕੱਲ੍ਹ ਨੂੰ ਹਿੰਦੀ ਫਿਲਮ ਵੀ ਦੇਖ ਸਕਦੇ ਨੇ। ਇਟ ਡਜ਼ ਨੋਟ ਹਾਰਮ ਯੂ ਟੂ ਨੋ ਮੋਰ ਦੈਨ ਰਾਦਰ ਦੈਨ ਲੈਸ। ਸੋ ਦੈਟਸ ਆਲ। ਮੇਰੀ ਇਹ ਅਪੀਲ ਹੈ ਕਿ ਅਸੀਂ ਉਪਰਾਲਾ ਨਹੀਂ ਕਰਾਂਗੇ ਤੇ ਪੰਜਾਬੀ ਮਦਰਾਸੀ ਥੋੜੀ ਬਚਾਏਗਾ ਜਾਂ ਬੰਗਾਲੀ ਥੋੜੀ ਬਚਾਏਗਾ। ਇਹ ਤਾਂ ਸਾਡੀ ਆਪਣੀ ਲੈਂਗੁਏਜ ਹੈ, ਸਾਨੂੰ ਆਪ ਹਿੰਮਤ ਕਰਨੀ ਪਏਗੀ, ਵਰਨਾ ਲੋਕਾਂ ਦੇ ਸਿਰ ਤੇ ਨਹੀਂ ਛੱਡ ਸਕਦੇ। ਲਾਰਡ ਰਮੀ ਰੇਂਜਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ, ਥੈਂਕ ਯੂ। ਐਂਡ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਨਮਸਤੇ, ਅਸਲਾਮ ਅਲੈਕੁਮ। ਥੈਂਕ ਯੂ, ਥੈਂਕ ਯੂ। ਹਾਂਜੀ ਹਰਮੀਤ ਜੀ, ਇਹਨਾਂ ਨੇ ਲਾਰਡ ਰਮੀ ਰੇਂਜਰ ਜੀ ਨੇ ਇੱਕ ਪੁਆਇੰਟ ਡਾਇਵਰਸਿਟੀ ਦਾ ਲਿਆਂਦਾ ਵਿੱਚ। ਸੋ ਡਾਇਵਰਸਿਟੀ ਦੇ ਕਿੰਨੀ ਕੁ ਇੰਪੋਰਟੈਂਟ ਆ ਸਾਡੇ ਲਈ ਕਿ ਹੋਰ ਲੋਕਾਂ ਨੂੰ ਐਕਸੈਪਟ ਕਰਨਾ। ਓਬਵੀਅਸਲੀ ਅਸੀਂ ਪੰਜਾਬੀ ਹੋਣ ਨੂੰ ਐਕਸੈਪਟ ਕਰਨਾ ਬੜੀ ਵੱਡੀ ਗੱਲ ਆ, ਪਰ ਬਾਕੀ ਲੋਕਾਂ ਨੂੰ ਐਕਸੈਪਟ ਵੀ ਕਰਨਾ ਔਰ ਆਪਣੀ ਆਇਡੈਂਟੀਟੀ ਨੂੰ ਵੀ ਬਚਾਏ ਰੱਖਣਾ, ਇਹ ਕਿੱਦਾਂ ਸੰਭਵ ਔਰ ਕਿੰਨਾ ਕੁ ਜ਼ਰੂਰੀ ਹੈ? ਦੇਖੋ, ਲਾਰਡ ਸਾਹਿਬ ਨੇ ਬੜੇ ਵਧੀਆ ਵਿਚਾਰ ਦਿੱਤੇ ਆ। ਹੁਣ ਆਪਾਂ ਨੂੰ ਤੇ ਸਿਖਾਇਆ ਹੀ ਇਹ ਗਿਆ ਵਾ ਨਾ ਜੀ, ਮਾਨਸ ਕੀ ਜਾਤ ਸਭੇ ਏਕ ਪਹਿਚਾਨ ਬੋ, ਹੈ ਨਾ ਜੀ। ਆਪਾਂ ਤੇ ਸਾਰਿਆਂ ਨੂੰ ਆਪਣੇ ਆਪ ਹੀ ਜਿਹੜਾ ਐਕਸੈਪਟ ਕਰ ਲੈਂਦੇ ਆ। ਵਾਧਾ ਭਲਾ ਤੇ ਆਪਾਂ ਰੋਜ਼ ਹੀ ਮੰਗਦੇ ਆ। ਇਸ ਕਰਕੇ ਆਪਾਂ ਨੂੰ ਤੇ ਜਿਹੜਾ ਵਾ ਉਹ ਸਾਰਿਆਂ ਨੂੰ ਗਲਵੱਕੜੀ 'ਚ ਲੈਣ ਵਾਸਤੇ ਜਿਹੜਾ ਹੁਕਮ ਹੀ ਆ ਆਪਾਂ ਨੂੰ, ਗੁਰੂਆਂ, ਪੀਰਾਂ, ਪੈਗੰਬਰਾਂ ਦਾ। ਤੇ ਜਿਹੜੀ ਉਹਨਾਂ ਨੇ ਗੱਲ ਕੀਤੀ ਆ ਕਿ ਪੰਜਾਬੀ ਭਾਸ਼ਾ ਦੀ ਜਿਹੜੀ ਹੁਣ ਲਹਿਰ ਚੱਲ ਰਹੀ ਆ, ਜਾਂ ਪੰਜਾਬੀ ਭਾਸ਼ਾ ਦਾ ਜਿਹੜਾ ਆਪਾਂ ਰੌਲਾ ਰੱਪਾ ਸਾਰਾ ਪੈ ਰਿਹਾ, ਇਹਦਾ ਫਾਇਦਾ ਜਿਹੜਾ ਵਾ ਉਹ
ਆਪਾਂ ਨੂੰ ਅੰਕੜਿਆਂ ਦੇ ਹਿਸਾਬ ਨਾਲ ਤੇ ਗਵਰਨਮੈਂਟ ਦੀ ਫੰਡਿੰਗ ਦੇ ਹਿਸਾਬ ਨਾਲ ਤੇ ਉਹ ਤੇ ਸਾਰਾ ਗਵਰਨਮੈਂਟ ਲੈਵਲ ਤੇ ਤਾਂ ਹੋਣਾ ਹੀ ਆ। ਉਹਦੇ ਨਾਲ ਨਾਲ ਜਿਹੜਾ ਵਾ ਉਹ ਪੰਜਾਬੀ ਭਾਸ਼ਾ ਦੇ ਅਵੇਅਰਨੈਸ ਦੇ ਨਾਲ ਆਪਣਾ ਪੰਜਾਬੀ ਮੀਡੀਆ ਤਗੜਾ ਹੋਣਾ, ਪੰਜਾਬੀ ਮਿਊਜ਼ਿਕ ਇੰਡਸਟਰੀ ਤਗੜੀ ਹੋਣੀ ਆ, ਪੰਜਾਬੀ ਫੂਡ ਇੰਡਸਟਰੀ ਤਗੜੀ ਹੋਣੀ ਆ, ਪੰਜਾਬੀ ਪਹਿਰਾਵਾ ਸੂਟ ਵਗੈਰਾ ਇਹ ਉਹ ਸਾਰਿਆਂ ਦਾ ਉਹ ਜਿਹੜੇ ਆ ਉਹਨਾਂ ਨੇ ਤਗੜੇ ਹੋਣਾ, ਆਪਣਾ ਬਿਜ਼ਨਸ ਨੇ ਤਗੜੇ ਹੋਣਾ। ਈਵਨ ਜਿਹੜੇ ਪੰਜਾਬੀ ਪਾਕਿਸਤਾਨ 'ਚ ਬੈਠੇ ਆ ਜਾਂ ਜਿਹੜੇ ਪੰਜਾਬੀ ਇੰਡੀਆ 'ਚ ਬੈਠੇ ਆ ਉਹਨਾਂ ਦਾ ਜਿਹੜੇ ਪੰਜਾਬੀ ਪਹਿਰਾਵੇ ਇੰਡਸਟਰੀ ਨਾਲ ਜੁੜੇ ਆ ਜਾਂ ਜਿਹੜੇ ਫਰੂਟ ਵਗੈਰਾ ਸਬਜ਼ੀਆਂ ਵਗੈਰਾ ਆਉਂਦੀਆਂ ਵਾ ਜਾਂ ਇਹ ਸਾਰਿਆਂ ਨੇ ਜਿਹੜਾ ਵਾ ਇਹਦੇ ਨਾਲ ਹੀ ਜਿਹੜਾ ਵਾ ਹੋਰ ਉੱਭਰ ਕੇ ਸਾਹਮਣੇ ਆਉਣਾ ਔਰ ਹੋਰ ਤਗੜੇ ਹੋਣਾ। ਕਵੀਆਂ ਨੇ ਤਗੜੇ ਹੋਣਾ, ਲਿਖਾਰੀਆਂ ਨੇ ਤਗੜੇ ਹੋਣਾ, ਪ੍ਰਿੰਟਿੰਗ ਪ੍ਰੈਸਾਂ ਜਿਹੜੀਆਂ ਉਹਨਾਂ ਨੂੰ ਬਲ ਮਿਲਣਾ। ਮਤਲਬ ਕੀ ਕਿ ਸਾਰੀ ਪੰਜਾਬੀ ਜਿਹੜੀ ਆ ਉਹ ਪੰਜਾਬੀ ਭਾਸ਼ਾ ਜਿਹੜੀ ਮਾਂ ਆ ਉਹਦੇ ਨਾਲ ਹੀ ਉਹਨਾਂ ਦਾ ਸਾਰਾ ਦਾਰੋਮਦਾਰ ਜੁੜਿਆ ਹੋਇਆ ਜੀ। ਇਸ ਕਰਕੇ ਇਹ ਬੜੀ ਜ਼ਰੂਰੀ ਆਪਾਂ ਕੈਂਪੇਨ ਚਲਾ ਰਹੇ ਹਾਂ ਤੇ ਇਹ ਆਪਾਂ ਨੂੰ ਬੜਾ ਜ਼ਰੂਰੀ ਹੈ ਕਿ ਆਪਾਂ ਸਾਰੇ ਆਪਣੇ ਘਰਾਂ 'ਚ ਪੰਜਾਬੀ ਬੋਲੀਏ ਤੇ ਇਹ ਸੈਂਸਸ ਦੇ ਵਿੱਚ ਜਿਹੜਾ ਦੂਸਰੇ ਨੰਬਰ ਤੇ ਆਪਾਂ ਪੰਜਾਬੀ ਭਾਸ਼ਾ ਨੂੰ ਲੈ ਕੇ ਆਈਏ। ਸੋ ਹੁਣ ਤੱਕ ਇਹ ਕੈਂਪੇਨ ਕਿੰਨਾ ਕੁ ਸਕਸੈਸ ਹੋ ਰਿਹਾ ਤੁਹਾਡੀ ਨਜ਼ਰ 'ਚ? ਬਹੁਤ ਸਕਸੈਸਫੁਲ ਰਿਹਾ ਜੀ। ਜਿਹੜਾ ਸਰਕਾਰ ਆ ਉਹਨਾਂ ਨੇ ਆਪਾਂ ਨੂੰ ਇਸੇ ਕਰਕੇ A ਲੈਵਲ ਬੰਦ ਕਰਨ ਲੱਗੇ ਸੀ, ਫਿਰ ਉਹਨਾਂ ਨੇ ਨਹੀਂ ਬੰਦ ਕੀਤਾ, ਉਹਨਾਂ ਨੇ ਆਪਣੀ ਗੱਲ ਮੰਨੀ ਆ। ਉਹਦੀ ਵਜ੍ਹਾ ਦੇ ਨਾਲ ਜਿਹੜੀ ਗਿਣਤੀ ਬੱਚਿਆਂ ਦੀ ਉਹ ਵੀ ਹਰ ਸਾਲ ਜਿਹੜੀ ਆ ਉਹ ਵੱਧ ਰਹੀ ਹੈ। ਇੱਕ ਸਾਲ ਜਿਹੜੀ ਆ ਉਹ ਫੇਰ ਘਟੀ ਆ, ਲੇਕਿਨ ਹਰ ਸਾਲ ਹੀ ਵਧਣੀ ਸ਼ੁਰੂ ਹੋਈ ਹੈ ਬਹੁਤ ਸਾਲਾਂ ਬਾਅਦ। ਔਰ ਜਿਹੜੀ ਟੀਚਰ ਟ੍ਰੇਨਿੰਗ ਦੀ ਗੱਲ ਸੀ ਉਹ ਗਵਰਨਮੈਂਟ ਨੇ ਖੁਦ ਹੀ ਐਕਸੈਪਟ ਕਰਕੇ AQA ਬੋਰਡ ਦੇ ਨਾਲ ਮਿਲ ਕੇ, ਹਾਲਾਂਕਿ ਸਭ ਤੋਂ ਜ਼ਿਆਦਾ ਕੰਮ ਜਿਹੜਾ AQA ਬੋਰਡ ਨੇ ਕੀਤਾ ਵਾ, ਉਹਨਾਂ ਦੇ ਆਪਾਂ ਰਿਣੀ ਆ ਕਿ ਉਹਨਾਂ ਨੇ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਦੇ ਨਾਲ ਮਿਲ ਕੇ ਤੇ ਜਿਹੜੇ ਸਾਡੇ ਗੁਰਜੀਤ ਸਿੰਘ ਗਿੱਲ ਆ ਉਹਨਾਂ ਦੀ ਸਾਰੀ ਟੀਮ ਦੇ ਨਾਲ ਕੰਮ ਕਰਕੇ ਜਿਹੜੇ ਪੰਜਾਬੀ ਟੀਚਰ ਆ ਉਹਨਾਂ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਖੁਦ ਕੈਂਪ ਲਾ ਕੇ ਜਿਹੜੇ ਟੀਚਰਾਂ ਨੂੰ ਟ੍ਰੇਨ ਕੀਤਾ ਪੰਜਾਬੀ ਭਾਸ਼ਾ ਨੂੰ। ਹੁਣ ਪੰਜਾਬੀ ਬੋਲਣੀ ਤੇ ਪੰਜਾਬੀ ਪੜ੍ਹਾਉਣੀ ਦੋ ਵੱਖ-ਵੱਖ ਵਿਸ਼ੇ ਆ ਜੀ। ਪੰਜਾਬੀ ਬੋਲ ਕੋਈ ਵੀ ਸਕਦਾ, ਲੇਕਿਨ ਜਦੋਂ ਪੰਜਾਬੀ ਪੜ੍ਹਾਉਣੀ ਹੁੰਦੀ ਆ ਉਦੋਂ ਜਿਹਨਾਂ ਨੂੰ ਪੜ੍ਹਾਉਣੀ ਉਹਨਾਂ ਦੇ ਲੈਵਲ ਦਾ ਬਣ ਕੇ ਸੋਚਣਾ ਪੈਂਦਾ ਵਾ ਵੀ ਇਹ ਕਿਸ ਤਰ੍ਹਾਂ ਸਿੱਖਣਗੇ ਜਾਂ ਹੋਰ ਜਿਹੜੀਆਂ ਟੈਕਨੀਕ ਆ ਉਹ ਜਿਹੜੀਆਂ ਉਹ ਸਿਰਫ AQA ਬੋਰਡ ਹੀ ਸਿਖਾ ਸਕਦਾ ਸੀਗਾ ਤੇ ਉਹਨਾਂ ਨੇ ਉਹ ਸਿਖਾਈਆਂ ਵਾ, ਉਹਨਾਂ ਨੇ ਉਹ ਤੇ ਪਾਸਾ ਠੀਕ ਕਰ ਦਿੱਤਾ ਵਾ। ਲੇਕਿਨ ਅਜੇ ਵੀ ਆਪਾਂ ਨੂੰ ਇਹ ਚਾਹੀਦਾ ਵਾ ਕਿ ਆਪਾਂ ਪੰਜਾਬੀ ਜਿਹੜੇ ਆ ਬੱਚੇ ਜਿਹੜੇ ਆਪਣੇ ਆ ਉਹਨਾਂ ਨੂੰ ਵੱਧ ਤੋਂ ਵੱਧ ਜਿਹੜਾ ਪੰਜਾਬੀ ਸਕੂਲਾਂ ਦੇ ਵਿੱਚ ਪੰਜਾਬੀ ਪੜ੍ਹਾਈਏ, ਪੰਜਾਬੀ GCSE ਕਰਾਈਏ, ਪੰਜਾਬੀ A ਲੈਵਲ ਕਰਾਈਏ। ਹਾਂਜੀ ਹਾਂਜੀ, ਆਪਣੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਏਦਾਂ ਹੀ ਜਾਰੀ ਰਹਿਣਗੀਆਂ। ਆਪਾਂ ਥੋੜੇ ਜਿਹੇ ਕਮਰਸ਼ੀਅਲ ਸੁਨੇਹੇ ਸੁਣ ਲਈਏ। Award-winning caterers Preeti Catering Punjabi food for takeaways, collection and delivery lay available. For further information, contact 0208 606 0303. Finally, garden parties lay sada top class barbecue menu be available. Call 0208 606 0303 or visit preeticatering.co.uk. Quick skip, quick skip, quick skip, quick skip. ਉਹ ਠੇਕੇਦਾਰਾ ਬੜੀ ਕੁਇਕ ਸਕਿਪ ਦੀ ਰੱਟ ਲਾਈ ਆ। ਲੰਡਨ ਦੀ ਇੱਕੋ ਇੱਕ ਕੰਪਨੀ ਘੰਟੇ 'ਚ ਡਿਲੀਵਰੀ ਐਂਡ ਕਲੈਕਸ਼ਨ ਕਰਦੀ ਆ। ਤਾਹੀ ਉਹ ਹੋਰ ਤੇ ਹੋਰ ਇਹ ਬਿਲਡਿੰਗ ਮਟੀਰੀਅਲ ਵੀ ਸਪਲਾਈ ਕਰਦੇ ਨੇ, ਜਿਵੇਂ ਕਿ ਕੰਕਰੀਟ, ਬੈਲਸ, ਸ਼ਾਰਪ ਸੈਂਡ, ਬਿਲਡਿੰਗ ਸੈਂਡ, ਹਾਰਡਕੋਰ ਤੇ ਸਾਲ ਦੇ 365 ਦਿਨਾਂ ਵਿੱਚ ਜਦੋਂ ਮਰਜ਼ੀ ਫੋਨ ਕਰ ਲਈ। ਇਹਨਾਂ ਦਾ ਨਾਮ ਚੱਲਦਾ। ਇਹਨਾਂ ਦਾ ਨੰਬਰ ਤਾਂ ਦੱਸੋ ਜਰਾ। 0208 574 6333 0208 574 6333। Quick skip Monsoon Banqueting Hall ਤੁਹਾਡੇ ਹਰ ਛੋਟੇ ਵੱਡੇ ਫੰਕਸ਼ਨ ਯਾਨੀ ਵੈਡਿੰਗ ਪਾਰਟੀਜ਼, ਬਰਥਡੇ ਪਾਰਟੀਜ਼, ਐਨੀ ਸੈਲੀਬ੍ਰੇਸ਼ਨਸ ਜਾਂ ਕੋਆਪਰੇਟ ਇਵੈਂਟਸ ਲਈ ਪਰਪਸ ਬਿਲਟ ਤੇ ਪਰਫੈਕਟ ਵੈਨਿਊ। ਮੌਨਸੂਨ ਤੁਹਾਡੀ ਹਰ ਨਿੱਕੀ ਵੱਡੀ ਲੋੜ ਨੂੰ ਪੂਰਾ ਕਰਨਾ ਸਾਡੀ ਫਸਟ ਪ੍ਰੈਫਰੈਂਸ। ਹਰ ਫੰਕਸ਼ਨ ਦੇ ਮੁਤਾਬਕ ਸੋਹਣੀ ਸਜਾਵਟ, ਸੋਹਣਾ ਇੰਤਜ਼ਾਮ, ਪ੍ਰੋਫੈਸ਼ਨਲ ਸਰਵਿਸ ਤੇ ਇੰਟਰਨੈਸ਼ਨਲੀ ਟ੍ਰੇਨਡ ਸ਼ੈਫਸ ਦੁਆਰਾ ਤਿਆਰ ਕੀਤੇ ਵੰਨ-ਸਵੰਨੇ ਖਾਣੇ ਦਾ ਮਜ਼ਾ। ਮੌਨਸੂਨ ਪੂਰੇ ਵੈਸਟ ਲੰਡਨ ਵਿੱਚ ਸਭ ਦੀ ਨੰਬਰ 1 ਪਸੰਦ। For booking, please call 0208 574 9555. Monsoon Banqueting Hall. ਜਿੱਦਨ ਦੇ ਅੰਮ੍ਰਿਤਸਰੋਂ ਆਏ ਹੋ ਬਸ ਇੱਕੋ ਹੀ ਰੱਟ ਲਾ ਰੱਖੀ ਹੈ, ਕੁਲਚਾ ਖਾਣਾ ਹੈ, ਕੁਲਚਾ ਖਾਣਾ ਹੈ, ਕੁਲਚਾ ਖਾਣਾ ਹੈ ਤੇ ਕੁਲਚਾ ਐਕਸਪ੍ਰੈਸ ਤੇ ਜਾਓ ਨਾ। ਮੇਰਾ ਕਿਉਂ ਸਿਰ ਖਾਈ ਜਾਂਦੇ ਹੋ? ਤੁਸੀਂ ਕਹਿੰਦੇ ਹੋ ਤੇ ਫਿਰ ਚਲੇ ਜਾਂਦੇ ਹਾਂ। ਹਾਂਜੀ, ਕੁਲਚਾ ਐਕਸਪ੍ਰੈਸ ਤੇ ਬਣੇ ਅੰਮ੍ਰਿਤਸਰੀ ਕੁਲਚੇ, ਹਰੀਜ਼, ਸਵੀਟ ਐਂਡ ਸਨੈਕਸ ਤੇ ਵੰਨ-ਸਵੰਨੀਆਂ ਡਿਸ਼ਸ ਖਾ ਕੇ ਮਾਰੋ ਚਟਕਾਰੇ। ਅੰਮ੍ਰਿਤਸਰ ਦਾ ਸਵਾਦ ਤੁਸੀਂ ਹਮੇਸ਼ਾ ਰੱਖੋਗੇ ਯਾਦ, ਉਂਗਲੀਆਂ ਚੜਦੇ ਰਹਿ ਜਾਓਗੇ ਤੇ ਸ਼ਰਤੀਆ ਬਾਰ-ਬਾਰ ਸਾਡੇ ਕੋਲ ਹੀ ਆਓਗੇ। ਲੰਡਨ ਵਿੱਚ ਕੁਲਚਾ ਐਕਸਪ੍ਰੈਸ ਦੀਆਂ ਹੁਣ ਕਈ ਬ੍ਰਾਂਚੇਸ। ਵਧੇਰੇ ਜਾਣਕਾਰੀ ਲਈ ਵਿਜ਼ਿਟ www.kulchaexpress.co.uk. Outside catering available.
ਹਾਂਜੀ, ਤੁਸੀਂ ਸੁਣ ਰਹੇ ਦੇਸੀ ਰੇਡੀਓ 1602 AM, ਸਾਡਾ ਚੈਨਲ ਸਿਫਰ 169 ਤੇ ਬਿੱਟੂ ਦੇ ਨਾਲ ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ। ਪੰਜਾਬੀ ਭਾਸ਼ਾ ਪ੍ਰਤੀ ਜਿਹੜੀ ਅਵੇਅਰਨੈਸ ਹੈ, ਚੇਤਨਾ ਜਿਹੜੀ, ਉਹ ਕੌਮਾਂਤਰੀ ਪੰਜਾਬੀ ਭਾਸ਼ਾ ਲਹਿਰ ਨੂੰ ਹੋਰ ਤੇਜ਼ ਕਰਨ ਲਈ ਆਪਾਂ ਕੀ ਕਰ ਸਕਦੇ ਹਾਂ। ਖਾਸ ਤੌਰ ਤੇ ਜਿਹੜੀ 2021 ਦੇ ਵਿੱਚ ਜਨਗਣਨਾ ਸੈਂਸਸ ਹੋਣੀ ਆ, ਉਹਦੇ ਵਿੱਚ ਪੰਜਾਬੀ ਭਾਸ਼ਾ ਨੂੰ ਅਸੀਂ ਪੂਰੀ ਨਿਸ਼ਠਾ ਨਾਲ ਆਪਣੀ ਮਾਂ ਬੋਲੀ ਦੇ ਤੌਰ ਤੇ ਲਿਖਾਉਣਾ ਵਾ, ਤਾਂ ਕਿ ਪੰਜਾਬੀ ਭਾਸ਼ਾ ਦੂਜੇ ਨੰਬਰ ਤੇ ਆ ਸਕੇ। ਹਰਮੀਤ ਸਿੰਘ ਭਕਨਾ ਜੀ ਇਸ ਦੇ ਸੰਬੰਧ ਵਿੱਚ ਜਿਹੜੇ ਕਿ ਕਾਫੀ ਕੰਮ ਕਰ ਰਹੇ ਨੇ, ਉਹ ਕਾਫੀ ਲੰਬੇ ਸਮੇਂ ਤੋਂ ਇਹ ਕੈਂਪੇਨ ਉਹਨਾਂ ਵੱਲੋਂ ਚਲਾਇਆ ਜਾ ਰਿਹਾ ਵਾ। ਤੇ ਅੱਜ ਆਪਾਂ ਉਹਨਾਂ ਦੇ ਨਾਲ ਤੇ ਬਾਕੀ ਹੋਰ ਦੇਸ਼ ਵਿਦੇਸ਼ ਤੋਂ ਜਿਹੜੇ ਪੰਜਾਬੀ ਭਾਸ਼ਾ ਪ੍ਰਤੀ ਸਹਾਨੁਭੂਤੀ ਰੱਖਦੇ ਨੇ, ਪੰਜਾਬੀ ਭਾਸ਼ਾ ਦੇ ਮਾਹਰ ਨੇ, ਉਹਨਾਂ ਨਾਲ ਆਪਾਂ ਵਿਦਵਾਨਾਂ ਨਾਲ ਗੱਲਾਂ ਬਾਤਾਂ ਕਰ ਰਹੇ ਹਾਂ ਤੇ ਉਹਨਾਂ ਦੇ ਵਿਚਾਰ ਲੈ ਰਹੇ ਹਾਂ। ਹੁਣ ਆਪਣੇ ਕੋਲ ਲਹਿੰਦੇ ਪੰਜਾਬ ਤੋਂ ਅਖਤਰ ਸੰਧੂ ਜੀ ਨੇ। ਅਖਤਰ ਸੰਧੂ ਜੀ, ਸਤਿ ਸ੍ਰੀ ਅਕਾਲ ਜੀ, ਵੈਲਕਮ ਜੀ। ਸਤਿ ਸ੍ਰੀ ਅਕਾਲ ਜੀ, ਸਭ ਦੋਸਤਾਂ ਨੂੰ ਸਤਿ ਸ੍ਰੀ ਅਕਾਲ, ਮੇਰੀ ਤਰਫੋਂ ਬੜੀਆਂ ਮੁਹੱਬਤਾਂ। ਸੋ ਅਖਤਰ ਸੰਧੂ ਜੀ, ਪਹਿਲਾਂ ਤਾਂ ਆਪਣੇ ਬਾਰੇ ਸੰਖੇਪ ਜਾਣਕਾਰੀ ਦਿਓ ਵੀ ਤੁਹਾਡਾ ਕੀ ਕਰਦੇ ਹੋ ਤੁਸੀਂ? ਮੈਂ ਹਿਸਟਰੀ ਦਾ ਪ੍ਰੋਫੈਸਰ ਹਾਂ ਲਾਹੌਰ ਦੇ ਵਿੱਚ, ਤੇ ਜਰਨਲਿਸਟ ਹਾਂ, ਕਾਲਮ ਨਿਗਾਰਾ ਰੋਜ਼ਨਾਮਾ ਨਵਾਂ ਵਕਤ ਇਸਲਾਮਾਬਾਦ ਦੇ ਵਿੱਚ। ਤੇ ਇਸ ਤਰ੍ਹਾਂ ਜਿਹੜਾ ਲਿਖਣ ਪੜ੍ਹਨ ਦੇ ਨਾਲ ਤਾਲੁਕ ਹੈ, ਬਸ ਮੇਰੇ ਖਿਆਲ ਕਾਫੀ ਮੇਰੀ ਕਿਤਾਬ ਜਿਹੜੀ ਹੈਗੀ ਹੈ ਉਹ, ਅਗਰ ਤੁਸੀਂ ਵੇਖੋ, ਰਿਸਰਚ ਦੇ ਹਵਾਲੇ ਨਾਲ 2014 ਦੇ ਵਿੱਚ ਪੰਜਾਬ ਐਨ ਐਨਾਟੋਮੀ ਆਫ ਮੁਸਲਿਮ ਸਿੱਖ ਪੋਲਿਟਿਕਸ ਛਪੀ ਸੀ, ਜਿੰਦਾ ਹੁਣ ਦੂਸਰਾ ਐਡੀਸ਼ਨ ਆ ਰਿਹਾ ਹੈ। ਸੋ ਤੁਸੀਂ ਇਸ ਜਿਹੜਾ ਕੈਂਪੇਨ ਪੰਜਾਬੀ ਭਾਸ਼ਾ ਨੂੰ ਦੀ ਚੇਤਨਾ ਪ੍ਰਤੀ, ਪੰਜਾਬੀ ਭਾਸ਼ਾ ਪ੍ਰਤੀ ਅਵੇਅਰਨੈਸ, ਖਾਸ ਤੌਰ ਤੇ ਇਨ ਦਾ ਕੰਟੈਕਸਟ ਆਫ ਜਿਹੜੀ ਸੈਂਸਸ ਹੋ ਰਹੀ ਹੈ UK ਦੇ ਵਿੱਚ, ਯੂਨਾਈਟਿਡ ਕਿੰਗਡਮ ਦੇ ਵਿੱਚ ਅਗਲੀ ਮਾਰਚ ਦੇ ਵਿੱਚ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਸਾਡੀ ਜਿਹੜੀ UK ਦੇ ਵਿੱਚ ਪੰਜਾਬੀ ਕਮਿਊਨਿਟੀ ਹੈਗੀ, ਉਹਦਾ ਬਹੁਤ ਜ਼ਿਆਦਾ ਕੰਟਰੀਬਿਊਸ਼ਨ ਹੈ ਆਉਣ ਵਾਲੇ ਮਾਰਚ 2021 ਦੇ ਵਿੱਚ। ਔਰ ਤੁਹਾਨੂੰ ਪਤਾ ਹੈਗਾ ਹੈ ਕਿ UK ਦੇ ਵਿੱਚ ਜਿਹੜੀ ਕਮਿਊਨਿਟੀ ਟਾਪ ਦਿੱਤੀ ਹੋਵੇਗੀ, ਉਹਦੀ ਜਿਹੜੀ ਤਾਦਾਦ ਹੈ, ਉਹਦੇ ਲਿਹਾਜ਼ ਨਾਲ ਐਲੋਕੇਸ਼ਨ ਆਫ ਫੰਡਸ ਨੇ, ਉਹਦਾ ਸਟੇਟਸ ਹਰ ਲਿਹਾਜ਼ ਨਾਲ ਜਿਹੜਾ ਹੈਗਾ ਉਹਦੀ ਤਾਦਾਦ ਦੇ ਮੁਤਾਬਿਕ ਹੁੰਦਾ ਹੈ। ਔਰ ਇਸ ਵਾਸਤੇ ਜ਼ਰੂਰਤ ਇਸ ਚੀਜ਼ ਦੀ ਹੈ ਕਿ ਜਿਹੜੀ ਪਾਕਿਸਤਾਨੀ ਪੰਜਾਬ, ਯਾਨੀ ਲਹਿੰਦੇ ਪੰਜਾਬ ਔਰ ਚੜ੍ਹਦੇ ਪੰਜਾਬ ਦੇ ਵਸਨੀਕ ਨੇ ਜਿਹੜੇ ਉੱਥੇ UK ਦੇ ਵਿੱਚ ਨੇ, ਉਹਨਾਂ ਨੂੰ ਸੈਂਸਿਟਾਈਜ਼ ਕਰਨ ਦੀ ਜ਼ਰੂਰਤ ਹੈ ਕਿ ਉਹ ਆਪਣੇ ਘਰ ਦੀ ਬੋਲੀ ਪੰਜਾਬੀ ਲਿਖਣ। ਇਹ ਨਾ ਹੋਵੇ ਕਿ ਉਹ ਸ਼ਾਇਦ ਇਸ ਚੀਜ਼ ਨੂੰ ਬੜੀ ਅਠਿਆਈ ਸਮਝਣ ਕਿ ਵੀ ਅਸੀਂ ਹੁਣ ਇੰਗਲੈਂਡ ਦੇ ਵਿੱਚ ਆ ਕੇ ਤੇ ਅਸੀਂ ਇੰਗਲਿਸ਼ ਲਿਖਵਾਈਏ ਜਾਂ ਉਰਦੂ ਲਿਖਵਾਈਏ ਜਾਂ ਕੋਈ ਹੋਰ ਨਹੀਂ। ਜਿਹੜੀ ਸਾਡੀ ਮਾਂ ਬੋਲੀ ਹੈ ਉਹ ਲਿਖਵਾਉਣੀ ਹੈ, ਤਾਂ ਕਿ ਇਸ ਲਿਹਾਜ਼ ਨਾਲ ਸਾਡੀ ਕਮਿਊਨਿਟੀ ਦਾ ਨੰਬਰ 2 ਆਵੇ, ਜਿਹੜੀ ਕਿ ਪਹਿਲੇ ਮੌਜੂਦ ਸੀ। ਔਰ ਹੁਣ ਵੀ ਉਸ ਸਟੇਟਸ ਨੂੰ ਜਿਹੜਾ ਹੈ ਬਹਾਲ ਅਸੀਂ ਕਰਨਾ ਹੈ 21 ਮਾਰਚ 2021 ਦੇ ਵਿੱਚ। ਔਰ ਉਹਦੇ ਵਾਸਤੇ ਅਸੀਂ ਪੂਰੀ ਟਰਾਈ ਕਰ ਰਹੇ ਹਾਂ ਕਿ ਆਕਸਫੋਰਡ ਦੇ ਵਿੱਚ ਨੁਜ਼ਰਤ ਅब्बास ਨੇ, ਲੰਡਨ ਦੇ ਵਿੱਚ ਸਮੀਆ ਨੇ, ਔਰ ਇਹ ਜਿਹੜੀ ਤਨਜ਼ੀਮਾਂ ਨੇ, ਉਹਨਾਂ ਨੂੰ ਵੀ ਅਸੀਂ ਬਿਲਕੁਲ ਐਕਟੀਵੇਟ ਕੀਤਾ ਹੋਇਆ ਹੈ ਕਿ ਉਹ ਸਾਰੀ ਇਸ ਕੈਂਪੇਨ ਨੂੰ ਅੱਗੇ ਲੈ ਕੇ ਚੱਲਣ। ਹਾਂਜੀ, ਨੁਜ਼ਰਤ ਅब्बास ਜੀ ਨਾਲ ਗੱਲ ਕਰਕੇ ਹਟੇ ਅਸੀਂ ਹੁਣੇ ਪਹਿਲਾਂ, ਥੋੜੀ ਦੇਰ ਪਹਿਲਾਂ। ਅੱਛਾ, ਬਿਲਕੁਲ, ਹਾਂਜੀ, ਉਹ ਪੰਜਾਬੀ ਦੇ ਬਹੁਤ ਸੇਵਕ ਹੈਗੇ ਨੇ। ਔਰ ਲੰਡਨ ਦੇ ਵਿੱਚ ਜਿਹੜੇ ਹੈਗੇ ਨੇ ਸਮੀਆ ਹਰੀ, ਉਹ ਵੀ ਬਿਲਕੁਲ ਇਹਦੇ ਵਾਸਤੇ ਕਰ ਰਹੇ ਨੇ। ਔਰ ਉਸ ਤੋਂ ਬਾਅਦ ਤਲਬ ਗਿੱਲ ਹੈਗੇ ਨੇ, ਉਹ ਕਰ ਰਹੇ ਨੇ। ਮਤਲਬ ਅਸੀਂ ਸਾਰਾ ਇੱਕ ਵੈਬ ਹੈਗਾ, ਉਹਨੂੰ ਅਸੀਂ ਅਪਰੋਚ ਕਰਕੇ ਤੇ ਇਸ ਚੀਜ਼ ਨੂੰ ਚਲਾ ਰਹੇ ਹਾਂ ਕਿ ਜਿਹੜੇ ਲਹਿੰਦੇ ਪੰਜਾਬ ਦੇ ਇੱਥੇ ਵਸਨੀਕ ਹੈਗੇ ਨੇ, ਉਹ ਇਸ ਚੀਜ਼ ਨੂੰ ਚੇਤੇ ਰੱਖਣ ਕਿ ਆਉਣ ਵਾਲੇ ਮਾਰਚ ਵਿੱਚ ਜਿਹੜੇ ਹੈਗੇ ਨੇ, ਉਹ ਇੱਕ ਐਸੀ ਸੌਫਟ ਇਮੇਜ ਨੂੰ ਪੈਦਾ ਕਰਨ ਵਾਲਾ ਇੱਕ ਮਹਾਜ਼ ਹੈ ਜਿਹਨੂੰ ਅਸੀਂ ਜਿੱਤਣਾ ਹੈ 21 ਮਾਰਚ 2021 ਨੂੰ। ਸੋ ਅਖਤਰ ਸੰਧੂ ਜੀ, ਜਿਹਦਾ ਅਨਫੋਰਚੂਨੇਟਲੀ ਪੰਜਾਬੀ ਆ, ਉਹ ਜਿੱਥੇ ਦੀ ਮਾਂ ਬੋਲੀ ਹੈ, ਜਿਸ ਖਿੱਤੇ ਦੀ ਬੋਲੀ ਆ, ਉਸ ਖਿੱਤੇ ਦੇ ਵਿੱਚ ਵੀ ਕੋਈ ਬਹੁਤਾ ਚੰਗਾ ਸਲੂਕ ਉਹਦੇ ਨਾਲ ਨਹੀਂ ਹੋ ਰਿਹਾ। ਸੋ ਉਹ ਖਾਸ ਤੌਰ ਤੇ ਲਹਿੰਦੇ ਪੰਜਾਬ ਵਿੱਚ ਪੰਜਾਬੀ ਭਾਸ਼ਾ ਪ੍ਰਤੀ ਜਿੱਦਾਂ ਤੁਸੀਂ ਕਾਫੀ ਕੈਂਪੇਨ ਚਲਾ ਰਹੇ ਹੋ, ਇਹ ਸਾਨੂੰ ਆਪਣੇ ਹੀ ਘਰ ਵਿੱਚ ਕੈਂਪੇਨ ਚਲਾਉਣ ਦੀ ਜ਼ਰੂਰਤ ਕਿਉਂ ਪੈ ਰਹੀ ਹੈ? ਹਾਂ, ਬਿਲਕੁਲ, ਬੜੀ ਤੁਸੀਂ ਖੂਬਸੂਰਤ ਗੱਲ ਕੀਤੀ ਹੈਗੀ ਹੈ ਕਿ
ਅਫਸੋਸ ਉਸ ਵੇਲੇ ਹੁੰਦਾ ਹੈ ਕਿ ਜਿਸ ਵੇਲੇ ਆਪਣਿਆਂ ਨੂੰ ਇਹ ਕਹਿਣਾ ਪੈਂਦਾ, ਉਹ ਦੱਸਣਾ ਪੈਂਦਾ ਹੈ ਕਿ ਤੁਸੀਂ ਮੇਰੇ ਆਪਣੇ ਹੋ। ਤੇ ਇਹ ਵਾਕਈ ਬੜੀ ਹਿਰਖ ਦੀ ਗੱਲ ਹੈਗੀ ਹੈ ਕਿ ਸਾਡੀ ਪੰਜਾਬੀ ਨੂੰ ਦੀ ਬਦਕਿਸਮਤੀ ਰਹੀ ਕਿ ਜਿਸ ਵੇਲੇ ਸਾਡਾ ਆਪਣਾ ਰਾਜ ਸੀ ਪੰਜਾਬੀਆਂ ਦਾ, ਉਸ ਵੇਲੇ ਵੀ ਇੱਥੇ ਫਾਰਸੀ ਜ਼ੁਬਾਨ ਜਿਹੜੀ ਹੈ ਸਾਡੀ ਆਫਿਸ ਦੀ ਜ਼ੁਬਾਨ ਰਹੀ। ਮਹਾਰਾਜਾ ਰਣਜੀਤ ਸਿੰਘ ਦਾ ਦੌਰ ਹੈ, ਉਹਦੇ ਵਿੱਚ ਜਿਹੜਾ ਹੈਗਾ ਸੀ ਸਾਨੂੰ ਉਮੀਦ ਸੀ ਕਿ ਜਿਹੜੀਆਂ ਹਜ਼ਾਰਾਂ ਸਾਲਾਂ ਤੋਂ ਜਿਹੜੀ ਜ਼ੁਬਾਨ ਇਗਨੋਰ ਕੀਤੀ ਜਾ ਰਹੀ ਸੀ, ਕਮ ਅਜ਼ ਕਮ ਇਸ ਪੰਜਾਬੀਆਂ ਦੇ ਰਾਜ ਵਿੱਚ ਉਹਨੂੰ ਇੱਕ ਮੁਨਾਸਬ ਬਾਇਜ਼ਤ ਮੁਕਾਮ ਮਿਲਦਾ। ਲੇਕਿਨ ਐਸਾ ਨਾ ਹੋ ਸਕਿਆ ਤੇ ਸਾਡੀ ਬਦਕਿਸਮਤੀ ਸੀ ਕਿ ਮਹਾਰਾਜਾ ਰਣਜੀਤ ਸਿੰਘ ਲੜਾਈਆਂ ਦੇ ਵਿੱਚ ਔਰ ਆਪਣੀ ਉਸ ਚੀਜ਼ ਵਿੱਚ ਫਸੇ ਰਹੇ ਕਿ ਉਹ ਜ਼ੁਬਾਨ ਵੱਲ ਤਵੱਜੋ ਨਾ ਦੇ ਸਕੇ। ਤੇ ਬਸ ਉਸ ਤੋਂ ਬਾਅਦ ਫਿਰ ਅਸੀਂ ਕੀ ਕਰਨਾ ਸੀ ਕਿ ਜਿਸ ਵੇਲੇ ਅੰਗਰੇਜ਼ ਆਏ ਤੇ ਉਹਨਾਂ ਨੇ ਪੰਜਾਬ ਦੇ ਉੱਤੇ ਕਬਜ਼ਾ ਕੀਤਾ ਤੇ ਉਹਨਾਂ ਸਭ ਤੋਂ ਪਹਿਲੇ ਵਾਰ ਹੀ ਇਸ ਤੇ ਕੀਤਾ ਕਿ ਇੱਥੇ ਪੰਜਾਬੀ ਵੀ ਨਹੀਂ ਹੋਵੇਗੀ ਔਰ ਫਾਰਸੀ ਵੀ ਨਹੀਂ ਹੋਵੇਗੀ, ਤਾਂ ਕਿ ਇੱਥੇ ਪੰਜਾਬੀਆਂ ਦੀ ਜਿਹੜੀ ਹੁਕਮਰਾਨੀ ਹੈ ਉਹਦੇ ਸਿੰਬਲ ਜਿਹੜੇ ਨੇ ਉਹ ਹੀ ਖਤਮ ਕਰਤੇ ਜਾਣ। ਉਹਨਾਂ ਨੂੰ ਇਹ ਮਹਿਸੂਸ ਹੀ ਨਾ ਹੋਵੇ ਕਿ ਤੁਹਾਡਾ ਇੱਥੇ ਕਦੀ ਰਾਜ ਵੀ ਰਿਹਾ ਸੀ। ਲਿਹਾਜ਼ਾ ਉਹਨਾਂ ਨੇ ਉਰਦੂ ਨੂੰ ਲਿਆਂਦਾ, ਉਹਨਾਂ ਪੰਜਾਬੀ ਨੂੰ ਵੀ ਨਹੀਂ ਲਿਆਂਦਾ ਔਰ ਉਹਨਾਂ ਨੇ ਫਾਰਸੀ ਨੂੰ ਖਤਮ ਕਰਤਾ, ਕਿਉਂਕਿ ਦੋਵੇਂ ਚੀਜ਼ਾਂ ਜਿਹੜੀਆਂ ਹੈਗੀਆਂ ਸੀ ਉਹ ਸਾਡਾ ਜਿਹੜਾ ਸਿੰਬਲ ਆਫ ਰੂਲ ਸੀ ਉਹਨਾਂ ਦੋ ਨੂੰ ਖਤਮ ਕਰਤਾ। ਤੇ ਤੁਸੀਂ ਵੇਖੋ ਕਿ ਸਾਡੀ ਬਦਕਿਸਮਤੀ ਰਹੀ ਕਿ ਪੰਜਾਬੀ ਨੂੰ ਕਿ ਉਹ ਮੁਸਲਸਲ ਜਿਹੜਾ ਹੈਗਾ ਨਾ ਉਹ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਦੇਸ਼ ਦੇ ਵਿੱਚ ਰਹਿ ਕੇ ਵੀ ਪਰਦੇਸਨ ਬਣੀ ਰਹੀ ਔਰ ਇਸ ਵਿਦੇਸੀ ਪਨ ਦੇ ਕੋਲੋਂ ਨਿਕਲਿਆ ਨਹੀਂ। ਔਰ ਹੁਣ ਅਸੀਂ ਆਪਣੇ ਹੀ ਲੋਕਾਂ ਨੂੰ ਦੱਸਦੇ ਫਿਰਨੇ ਆ ਕਿ ਤੁਸੀਂ ਪੰਜਾਬੀ ਹੋ, ਅਸੀਂ ਵੀ ਪੰਜਾਬੀ ਹਾਂ, ਤੁਹਾਡੀ ਜ਼ੁਬਾਨ ਪੰਜਾਬੀ ਹੈ। ਤੇ ਇਹ ਦੱਸਣ ਦੀ ਸਾਨੂੰ ਜ਼ਰੂਰਤ ਪੇਸ਼ ਆ ਰਹੀ ਹੈ। ਇਹ ਉਹ ਹੀ ਇਹਦਾ ਪਿਛੋਕੜ ਹੈ ਕਿ ਜਿਹੜਾ ਅਸੀਂ ਜਿਹੜਾ ਹੈਗਾ ਨਾ ਜਿੰਦੀ ਅਸੀਂ ਉਹ ਜਿਹੜੇ ਹੈਗੇ ਨਾ ਅਸੀਂ ਕੰਡੇ ਕੱਢਨੇ ਪਏ ਹਾਲੀ ਤੱਕ। ਅਖਤਰ ਜੀ, ਤੁਸੀਂ ਜਿਹੜੇ ਇੱਥੋਂ ਦੀ ਲਹਿੰਦੇ ਪੰਜਾਬ ਦੀ ਕਮਿਊਨਿਟੀ ਆ ਉਹਦੇ ਪ੍ਰਤੀ ਤੁਹਾਡਾ ਕੀ ਸੁਨੇਹਾ, ਕਿਉਂਕਿ ਬਹੁਤ ਸਾਡੇ ਲਿਸਨਰਸ ਲਹਿੰਦੇ ਪੰਜਾਬ ਤੋਂ ਨੇ, ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ? ਦੇਖੋ, ਸਾਡੇ ਜਿਹੜੇ ਲਹਿੰਦੇ ਪੰਜਾਬ ਦੇ ਦੋਸਤ ਹੈਗੇ ਨੇ, ਜਿੰਨੇ ਵੀ ਜਿਹੜੇ ਤਨਜ਼ੀਮਾਂ ਨਾਲ ਜੁੜੇ ਹੋਏ ਨੇ, ਜਿਹੜੀਆਂ ਸੰਸਥਾਵਾਂ ਉੱਤੇ ਕੰਮ ਕਰ ਰਹੀਆਂ ਨੇ, ਉਹਨਾਂ ਤੱਕ ਅਸੀਂ ਪੂਰੀ ਤਰ੍ਹਾਂ ਅਪਰੋਚ ਕਰ ਰਹੇ ਹਾਂ। ਸਮੀਲਾ ਮਲਿਕ ਨੇ ਉੱਥੇ ਬੜੇ ਅੱਛੇ ਉੱਚੇ ਪੱਧਰ ਦੇ ਜਰਨਲਿਸਟ ਨੇ, ਜਿਹੜੇ ਵੀ ਸਾਡੇ ਦੋਸਤ ਨੇ, ਅਸੀਂ ਉਹਨਾਂ ਨੂੰ ਕਰ ਰਹੇ ਹਾਂ ਔਰ ਖੁਦ ਵੀ ਉਹਨਾਂ ਦੇ ਵਿੱਚ ਅਵੇਅਰਨੈਸ ਮੌਜੂਦ ਹੈਗੀ ਹੈ ਕਿ ਉਹ ਆਪਣੇ ਆਪ ਨੂੰ ਜਿਹੜੀ ਸਾਡੀ ਮਾਦਰੀ ਜ਼ੁਬਾਨ ਹੈ, ਜਿਹੜੀ ਸਾਡੀ ਮਾਂ ਬੋਲੀ ਹੈ ਪੰਜਾਬੀ, ਉਹਦੇ ਮੁਤਲਕ ਕੁਝ ਸੈਂਸਿਟਿਵ ਨੇ। ਔਰ ਸਭ ਤੋਂ ਜ਼ਿਆਦਾ ਜਿਸ ਵੇਲੇ ਇੱਥੇ ਸਾਡੇ ਜੇ ਖਾਸ ਤੌਰ ਤੇ ਲਹਿੰਦੇ ਪੰਜਾਬ ਦੇ ਲੋਕ ਨੇ, ਇੱਥੇ ਉਹ ਪੰਜਾਬੀ ਜਾਂ ਮਾਦਰੀ ਜ਼ੁਬਾਨ ਦੇ ਨਾਲ ਜ਼ਿਆਦਾ ਨਹੀਂ ਜੁੜੇ ਹੋਏ। ਜਿਸ ਵੇਲੇ ਉਹ ਬਾਹਰ ਪ੍ਰਦੇਸ਼ ਵਿੱਚ ਜਾਂਦੇ ਨੇ, ਉੱਥੇ ਲੋਕਾਂ ਨੂੰ ਵੇਖਦੇ ਨੇ ਕਿ ਉਹ ਆਪਣੀ ਮਾਂ ਬੋਲੀ ਨਾਲ ਕਿੰਨੇ ਜੁੜੇ ਹੋਏ ਨੇ ਤੇ ਉਹਨਾਂ ਦੇ ਵਿੱਚ ਫਿਰ ਜ਼ਿਆਦਾ ਸੈਂਸਿਟਿਵਿਟੀ ਪੈਦਾ ਹੋ ਜਾਂਦੀ ਹੈ। ਇਸ ਵਾਸਤੇ ਮੈਂ ਖੁਦ ਜਿਸ ਵੇਲੇ ਇੰਗਲੈਂਡ ਪੜ੍ਹਦਾ ਰਿਹਾ ਵਾਂ, ਮੈਂ PhD ਦੇ ਵਿੱਚ ਵੀ ਉੱਥੇ ਯੂਨੀਵਰਸਿਟੀ ਆਫ ਸਾਊਥਹੈਂਪਟਨ ਸਾਂ ਤੇ ਰਾਇਲ ਹਾਲੋਵੇ ਯੂਨੀਵਰਸਿਟੀ ਆਫ ਲੰਡਨ ਤੋਂ ਮੈਂ ਪੋਸਟ ਡਾਕ ਕੀਤਾ। ਤੇ ਉਸ ਵੇਲੇ ਵੀ ਮੈਂ ਇਸ ਚੀਜ਼ ਨੂੰ ਮਹਿਸੂਸ ਕਰਨਾ ਕਿ ਉੱਥੇ ਉਹ ਪੰਜਾਬੀ ਹੋਣ ਦੇ ਵਿੱਚ ਫਖਰ ਮਹਿਸੂਸ ਕਰਦੇ ਨੇ। ਤੇ ਲੇਕਿਨ ਥੋੜਾ ਜਿਹਾ ਜ਼ਰੂਰਤ ਹੈਗੀ ਹੈ ਕਿ ਅਸੀਂ ਉਹਨਾਂ ਨੂੰ ਯਾਦ ਦਹਾਨੀ ਕਰਵਾ ਦਈਏ ਕਿ ਆਪਣੀ ਮਾਂ ਨੂੰ ਯਾਦ ਰੱਖਣਾ, ਆਪਣੀ ਮਾਂ ਧਰਤੀ ਨੂੰ ਯਾਦ ਰੱਖਣਾ, ਆਪਣੀ ਮਾਂ ਬੋਲੀ ਨੂੰ ਯਾਦ ਰੱਖਣਾ ਕਿ ਅਸੀਂ ਪੰਜਾਬੀ ਹਾਂ। ਔਰ ਪ੍ਰਦੇਸ਼ ਦੇ ਵਿੱਚ ਅਗਰ ਅਸੀਂ ਇਤਫਾਕ ਨਾਲ, ਯੂਨਿਟੀ ਦੇ ਨਾਲ ਚੱਲਾਂਗੇ ਤੇ ਅਸੀਂ ਇੱਜ਼ਤ ਨਾਲ ਜੀਵਾਂਗੇ, ਕਿਉਂਕਿ ਜਿੱਥੇ ਯੂਨਿਟੀ ਨਹੀਂ ਹੁੰਦੀ ਉੱਥੇ ਇੱਜ਼ਤ ਨਹੀਂ ਹੁੰਦੀ। ਅਖਤਰ ਸੰਧੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਵਿਚਾਰ ਵਟਾਂਦਰੇ 'ਚ ਹਿੱਸਾ ਲੈਣ ਲਈ। ਜੀ, ਬੜੀ ਮਿਹਰਬਾਨੀ। ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ। ਹਰਮੀਤ ਜੀ। ਹਾਂਜੀ, ਅਖਤਰ ਸੰਧੂ ਜੀ ਨੇ ਇੱਕ ਬੜੀ ਮਤਲਬ ਭਾਵਨਾਤਮਕ, ਬੜੀ ਇਮੋਸ਼ਨਲ ਗੱਲ ਕਹੀ ਕਿ ਸਾਡੀ ਬਦਕਿਸਮਤੀ ਹੈ ਕਿ ਅਸੀਂ ਆਪਣੇ ਹੀ ਲੋਕਾਂ ਨੂੰ ਦੱਸਦੇ ਫਿਰਦੇ ਹਾਂ ਕਿ ਤੁਸੀਂ ਪੰਜਾਬੀ ਹੋ। ਤੁਸੀਂ ਮਤਲਬ ਬੜੀ ਇਮੋਸ਼ਨਲ, ਬੜੀ ਇੱਕ ਦਰਦਮਈ ਗੱਲ ਹੈ। ਤੁਸੀਂ ਇਹਦੇ ਬਾਰੇ ਮਤਲਬ ਤੁਹਾਨੂੰ ਕਿੱਦਾਂ ਲੱਗਦਾ, ਤੁਹਾਨੂੰ ਕਿੱਦਾਂ ਫੀਲਿੰਗਸ ਆਉਂਦੀਆਂ ਨੇ ਇਹਦੇ ਬਾਰੇ? ਜੀ, ਦਰਦ ਭਰੀ ਗੱਲ ਵੀ ਹੈ, ਡੁੱਬ ਕੇ ਮਰਨ ਵਾਲੀ ਗੱਲ ਵੀ ਆ। ਸੰਧੂ ਸਾਹਿਬ ਬੜੇ ਵੱਡੇ ਵਿਦਵਾਨ ਨੇ ਸਾਡੇ, ਅਸੀਂ ਉਹਨਾਂ ਨੂੰ ਬੜਾ ਪਿਆਰ ਕਰਦੇ ਹਾਂ ਤੇ ਉਹ ਬੜੇ ਸਿਆਣੇ ਨੇ, ਬੜੀ ਸੁਲਝੀਆਂ ਗੱਲਾਂ ਕਰਦੇ ਨੇ। ਜਿਸ ਤਰ੍ਹਾਂ ਸ਼ਰਮਾ ਜੀ ਆਪਣੇ MP ਸਾਹਿਬ ਨੇ ਗੱਲ ਕੀਤੀ ਸੀਗੀ ਕਿ ਆਪਣਾ ਜਾਣਾ ਕੁਝ ਨਹੀਂ ਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਰਹਿਣਾ ਕੁਝ ਨਹੀਂ। ਹੁਣ ਦੱਸੋ ਇਹ ਕਿੰਨੀ ਕੁ ਵੱਡੀ ਗੱਲ ਆ। ਸੰਧੂ ਸਾਹਿਬ ਜਿਸ ਤਰ੍ਹਾਂ ਇਹ ਕਹਿ ਰਿਹਾ ਕਿ ਦੱਸਣਾ ਪੈ ਰਿਹਾ, ਹੁਣ ਪੰਜਾਬ ਫਾਰਮ ਤੇ ਸਾਰਿਆਂ ਦੇ ਕੋਲ ਆਉਣਾ ਹੀ ਆਉਣਾ ਵਾ, ਕੰਪਲਸਰੀ ਹੋਣਾ ਵਾ, ਬਾਈ ਲਾਅ ਹਰ ਇੱਕ ਨੂੰ ਭਰਨਾ ਹੀ ਪੈਣਾ ਵਾ ਤੇ ਖਾਨਾ ਵੀ ਸਾਹਮਣੇ ਲਿਖਿਆ ਹੋਣਾ ਵਾ, ਆਪਾਂ ਵੇਖ ਲੈਣਾ ਵਾ ਕਿ ਉਹਨਾਂ ਪੁੱਛਣਾ ਕਿਹੜੀ ਲੈਂਗੁਏਜ ਭਰੀ ਜਾਂਦੀ ਆ।
ਕਿਹੜੀ ਲੈਂਗੁਏਜ ਬੋਲੀ ਜਾਂਦੀ ਤੁਹਾਡੇ ਘਰਾਂ 'ਚ, ਤੇ ਉਹਦੇ ਉੱਤੇ ਆਪਾਂ ਸਿਰਫ ਪੰਜਾਬੀ ਲਿਖਣਾ ਇੰਨਾ ਕੀ ਕੰਮ ਹੈ ਨਾ ਜੀ। ਕੋਈ ਆਪਾਂ ਇਹਦੇ ਵਿੱਚ ਕੋਈ ਮੁਜ਼ਾਹਰਾ ਨਹੀਂ ਕਰਨਾ, ਕੋਈ ਅਗਰਾਈ ਨਹੀਂ ਕਰਨੀ, ਕੋਈ ਚਿੱਠੀ ਪੱਤਰ ਨਹੀਂ ਕਰਨਾ, ਕੁਛ ਵੀ ਨਹੀਂ ਕਰਨਾ। ਆਪਾਂ ਨੂੰ ਕੋਈ ਸਿਗਨੇਚਰ ਸਾਈਨ ਕਰਾ ਕੇ ਆਪਾਂ ਨੂੰ ਪਟੀਸ਼ਨਾਂ ਨਹੀਂ ਪਾਉਣੀਆਂ ਪੈਣੀਆਂ, ਕੁਛ ਵੀ ਨਹੀਂ ਕਰਨਾ ਪੈਣਾ। ਸਿਰਫ ਆ ਨਿੱਕੀ ਜਿਹੀ ਗੱਲ ਹੈ ਨਾ ਜੀ, ਇਹ ਨਿੱਕੀ ਜਿਹੀ ਗੱਲ ਤੋਂ ਹੀ ਆਪਾਂ ਪਹਿਲਾਂ ਤੀਸਰੇ ਨੰਬਰ ਤੇ ਚਲੇ ਗਏ। ਹੁਣ ਆਪਾਂ ਇਹਨੂੰ ਹੀ ਦੱਸਣ ਵਾਸਤੇ ਆਪਾਂ ਨੂੰ ਕਿੰਨਾ ਜ਼ੋਰ ਲਾਉਣਾ ਪੈ ਰਿਹਾ ਵਾ, ਇੰਡੀਆ ਤੋਂ, ਪਾਕਿਸਤਾਨ ਤੋਂ, ਇੱਥੋਂ ਮੀਡੀਆ ਨੂੰ ਕਿੰਨਾ ਜ਼ੋਰ ਲਾਉਣਾ ਪੈ ਰਿਹਾ। ਮਤਲਬ ਸੰਧੂ ਸਾਹਿਬ ਜਿਹੜੀ ਗੱਲ ਕਹਿ ਰਹੇ ਸੀ ਵੀ ਸਾਨੂੰ ਹੁਣ ਆਪਣਿਆਂ ਨੂੰ ਹੀ ਦੱਸਣਾ ਪੈ ਰਿਹਾ ਵਾ ਵੀ ਭਾਜੀ ਪੰਜਾਬੀ ਜਿਹੜੀ ਆ ਇਹਨੂੰ ਭੁੱਲੋ ਨਾ, ਤੇ ਇਹਨੂੰ ਤੁਸੀਂ ਅਹਿਮੀਅਤ ਦਿਓ ਜਿਹੜਾ ਸੈਂਸਸ ਆ ਰਿਹਾ ਜੀ। ਆਪਣੇ ਕੋਲ ਹੁਣ ਸਿੰਘ ਸਭਾ ਗੁਰਦੁਆਰਾ ਸਾਊਥ ਹਾਲ ਦੇ ਪ੍ਰਧਾਨ ਜੀ ਗੁਰਮੇਲ ਸਿੰਘ ਮੱਲੀ ਜੀ ਜੁੜੇ ਹੋਏ ਨੇ। ਮੱਲੀ ਸਾਹਿਬ, ਤੁਹਾਡਾ ਸਵਾਗਤ ਹੈ, ਜੀ ਆਇਆਂ ਨੂੰ। ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਬੜਾ ਵਧੀਆ ਟੌਪਿਕ ਤੇ ਜਿਹੜਾ ਕਿ ਪੰਜਾਬੀਆਂ ਦੇ ਦਿਲਾਂ ਨੂੰ ਹਮੇਸ਼ਾ ਟੰਮਦਾ ਰਹਿੰਦਾ, ਤੇ ਜਿੱਥੇ ਵੀ ਪੰਜਾਬੀ ਜਾਂਦੇ ਆ, ਜਦੋਂ ਪੰਜਾਬੀ ਦੀ ਗੱਲ ਆਉਂਦੀ ਹੈ ਹਮੇਸ਼ਾ ਇਹ ਉਹਦੇ ਤੇ ਪਹਿਰਾ ਦੇਣ ਲਈ ਤਿਆਰ ਹੋ ਜਾਂਦੇ ਆ। ਸੋ ਤੁਹਾਡਾ ਧੰਨਵਾਦ ਕਰਦੇ ਆ, ਤੁਸੀਂ ਸਾਨੂੰ ਟਾਈਮ ਦੇ ਰਹੇ। ਸੋ ਗੁਰਮੇਲ ਜੀ, ਇਹ ਜਿਹੜਾ ਇੱਕ ਬੜਾ ਹਰਮੀਤ ਜੀ ਨੇ ਇੱਕ ਪੁਆਇੰਟ ਰੇਜ਼ ਕੀਤਾ ਸੀ ਸ਼ੁਰੂ ਚ ਡਿਸਕਸ਼ਨ ਦੇ ਵਿੱਚ ਕਿ ਜਿਹੜੇ ਗੁਰਦੁਆਰੇ ਨੇ ਇੰਗਲੈਂਡ ਦੇ ਅਬਾਊਟ, ਸ਼ਾਇਦ ਤੁਹਾਨੂੰ ਜ਼ਿਆਦਾ ਪਤਾ ਹੋਊਗਾ, 300 ਦੇ ਲਗਭਗ ਗੁਰਦੁਆਰੇ ਨੇ, ਕਿ ਉਹਨਾਂ ਵਿੱਚੋਂ ਬਹੁਤ ਥੋੜੀ ਪਰਸੈਂਟੇਜ ਜਿਹੜੀ ਗੁਰਦੁਆਰਿਆਂ ਦੀ ਆ ਜਿਨ੍ਹਾਂ ਨੇ ਇਸ ਕੈਂਪੇਨ ਦੇ ਵਿੱਚ ਹਿੱਸਾ ਪਾਇਆ। ਉਹਦਾ ਕੀ ਰੀਜ਼ਨ ਹੈ? ਤੁਹਾਡਾ ਬਹੁਤ ਵਧੀਆ ਜਿਹੜਾ ਟੌਪਿਕ ਆ ਨਾ, ਜਿਹੜਾ ਕੁਐਸਚਨ ਵੀ ਹੈਗਾ, ਉਹਦਾ ਅਸੀਂ ਜਿੱਦਾਂ ਹੁਣ ਸਾਨੂੰ 12-13 ਸਾਲ ਹੋ ਗਏ ਸਾਊਥ ਹਾਲ ਦੇ ਗੁਰਦੁਆਰੇ 'ਚ ਆਪਾਂ ਨੂੰ ਇਨਵੋਲਵ ਹੋਏ ਆ। ਹਾਂਜੀ। ਤੇ ਪਹਿਲੀ ਗੱਲ ਤਾਂ ਜਿਹੜੀ ਗੁਰਦੁਆਰਿਆਂ ਦੀ ਇੱਕ ਵੌਇਸ ਨਹੀਂ ਬਣ ਸਕੀ ਸਾਡੀ 50 ਸਾਲਾਂ ਦੇ ਵਿੱਚ। ਨੰਬਰ ਪਹਿਲਾ ਤਾਂ ਸਾਡੀ ਜਿਹੜੀ ਲੀਡਰਸ਼ਿਪ ਉਹਦੇ ਵਿੱਚ ਬਹੁਤ ਘਾਟ ਰਹੀ ਆ ਕਿ ਉਹ ਇੱਕ ਪਲੇਟਫਾਰਮ ਤੇ ਸਾਰੇ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਲੈ ਕੇ ਖੜੇ ਨਹੀਂ ਕਰ ਸਕੇ। ਇਹ ਸਭ ਤੋਂ ਵੱਡੀ ਵੀਕਨੈਸ ਆ। ਇਸੇ ਤਰ੍ਹਾਂ ਇਹ ਵਰਲਡ ਵਾਈਡ ਇਹ ਸਾਡੀ ਇਸ਼ੂਜ਼ ਹੈਗਾ ਕਿ ਸਾਡੀ ਲੀਡਰਸ਼ਿਪ ਦੇ ਵਿੱਚ ਇਹ ਕਮੀਆਂ ਕਿ ਅਸੀਂ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਵਿੱਚ ਫੇਲ ਹੋਏ ਆ। ਜਿਹੜਾ ਸੈਕੰਡ ਇਸ਼ੂ ਇਹ ਹੈਗਾ ਕਿ ਜਦੋਂ ਪੰਜਾਬੀ ਦਾ ਇਸ਼ੂ, ਹਰਮੀਤ ਜੀ ਨੇ ਕਾਫੀ ਦੇਰ ਤੋਂ ਇਹ ਪੰਜਾਬੀ ਦੇ ਲਈ ਉਪਰਾਲਾ ਹਰ ਸਾਲ ਕਾਫੀ ਦੇਰ ਤੋਂ ਇਹ ਉਪਰਾਲਾ ਕਰਦੇ ਆ ਰਹੇ ਕਿ ਪੰਜਾਬੀ ਜਿਹੜੀ ਸਾਡੀ ਪੰਜਾਬੀ ਬੋਲੀ ਆ, ਬਹੁਤ ਸਾਰੀ ਦੁਨੀਆ ਜਿਹੜੀ ਪਾਕਿਸਤਾਨ ਤੋਂ ਵੀ ਤੇ ਜਿਹੜੀ ਇੰਡੀਆ ਤੋਂ ਵੀ ਇਹ ਜਿਹੜੀ ਪੰਜਾਬੀ ਬੋਲਦੀ ਆ। ਲੇਕਿਨ ਜਦੋਂ ਗੱਲ ਪੰਜਾਬੀ ਜਾਂ ਸੈਂਸਰ ਦੀ ਗੱਲ ਆਉਂਦੀ ਆ, ਉੱਥੇ ਅਸੀਂ ਜਿਹੜਾ ਕਾਲਮ ਆ ਉੱਥੇ ਇਹ ਭੁੱਲ ਜਾਂਦੇ ਆ ਕਿ ਸਾਡੀ ਜਿਹੜੀ ਮਾਂ ਬੋਲੀ ਪੰਜਾਬੀ ਹੈ ਤੇ ਅਸੀਂ ਪੰਜਾਬੀ ਲਿਖੀਏ। ਉੱਥੋਂ ਕਈ ਵਾਰੀ ਜਿਹੜੇ ਸਾਡੇ ਬੱਚੇ ਇੱਥੇ ਵੀ ਪੈਦਾ ਹੋਏ ਆ, ਅਸੀਂ ਉਹਨਾਂ ਨੂੰ ਕਨਵਿੰਸ ਕਰਨ ਦੇ ਵਿੱਚ ਤੇ ਮੈਸੇਜ ਪਹੁੰਚਾਉਣ 'ਚ ਸਾਡੀਆਂ ਜਿਹੜੀਆਂ ਪ੍ਰਬੰਧਕ ਢਾਂਚਾ ਹੈਗਾ ਉਹ ਫੇਲ ਹੋਇਆ ਉਹਨਾਂ ਨੂੰ ਇਸ ਗੱਲ ਨੂੰ ਸਮਝਾਉਣ ਵਾਸਤੇ ਕਿ ਸਾਨੂੰ ਜਿਹੜੀ ਪੰਜਾਬੀ ਬੋਲੀ ਲਿਖਣੀ ਚਾਹੀਦੀ ਹੈ, ਕਿ ਅਸੀਂ ਘਰ 'ਚ ਵੀ ਪੰਜਾਬੀ ਬੋਲਦੇ ਆ ਤੇ ਸਾਨੂੰ ਪੰਜਾਬੀ ਬੋਲਣੀ ਚਾਹੀਦੀ ਆ। ਜਿਸ ਤਰ੍ਹਾਂ ਗੁਰੂ ਘਰਾਂ ਨੇ ਇਹ ਬਹੁਤ ਕੋਸ਼ਿਸ਼ ਕੀਤੀ, ਗੁਰੂ ਘਰਾਂ ਨੇ ਕਿ ਪੰਜਾਬੀ ਕਲਾਸਾਂ ਆਰੰਭ ਕਰਾ ਕੇ ਜਿਹੜੀਆਂ ਸਾਡੀਆਂ ਸਕੂਲਾਂ 'ਚ ਅੱਗੇ ਗੌਰਮੈਂਟ ਤੋਂ ਗਰਾਂਟਾਂ ਮਿਲਦੀਆਂ ਹੁੰਦੀਆਂ ਸੀ, ਉਹ ਗਰਾਂਟਾਂ ਵੀ ਬੰਦ ਹੋਣ ਦਾ ਰੀਜ਼ਨ ਇਹੀ ਕਿ ਅਸੀਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਉੱਥੇ ਉਹ ਫਾਰਮ ਭਰਵਾ ਨਹੀਂ ਸਕੇ ਤੇ ਪੰਜਾਬੀ ਲਈ ਆਪਾਂ ਉਤਸ਼ਾਹਿਤ ਨਹੀਂ ਕਰ ਸਕੇ। ਸੋ ਉਹਦੇ ਵਿੱਚ ਮਾਪਿਆਂ ਦਾ ਵੀ ਇਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਉੱਥੇ ਸਾਡੀ ਮਾਪਿਆਂ 'ਚ ਵੀ ਵੀਕਨੈਸ ਹੈਗੀ ਆ। ਸੋ ਜਿਹੜੀ ਹੁਣ ਗੁਰੂ ਘਰਾਂ ਨੇ ਪੰਜਾਬੀ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਹੋਈਆਂ, ਗੁਰੂ ਘਰ ਬਹੁਤ ਐਸੇ ਗੁਰੂ ਘਰ ਆ ਜਿੱਥੇ ਵਿੱਚ ਸੈਂਕੜਿਆਂ ਦੀ ਗਿਣਤੀ ਨਾਲ ਪੰਜਾਬੀ ਦੀਆਂ ਕਲਾਸਾਂ ਲੱਗ ਰਹੀਆਂ, ਜਿੱਥੇ ਗੁਰਬਾਣੀ ਸਿਖਾਈ ਜਾ ਰਹੀ ਹੈ ਤੇ ਪੰਜਾਬੀ ਦੇ ਨਾਲ ਆਪਣੇ ਮਾਂ ਬੋਲੀ ਦੇ ਨਾਲ ਜੋੜਿਆ ਜਾ ਰਿਹਾ। ਸੋ ਇਸ ਕਰਕੇ ਜਿਹੜਾ ਨਵਾਂ ਇਸ਼ੂ ਆਇਆ ਹੈਗਾ ਉਹਦੇ ਤੇ ਵੀ ਮੈਂ ਗੱਲ ਕਰਨੀ ਚਾਹਾਂਗਾ। ਜਿਹੜੇ ਗੌਰਮੈਂਟ ਨੇ ਜਿਹੜੀ ਸੈਂਸਰਸ਼ਿਪ ਸਾਡੀ ਹੋ ਰਹੀ ਆ 2021 ਦੇ ਵਿੱਚ, ਉਹਦੇ ਵਾਸਤੇ ਜਿਹੜੇ ਜੋਬਾਂ ਕੱਢੀਆਂ ਹੈਗੀਆਂ, ਉਹ ਵੀ ਜਿੱਥੇ ਇੰਡੀਆ ਦੀ ਗੱਲ ਆ ਉੱਥੇ ਉਹਨਾਂ ਨੇ ਲਿਖਿਆ ਵੀ ਗੁਜਰਾਤੀ ਆਉਣੀ ਜ਼ਰੂਰੀ ਆ, ਜਦ ਕਿ ਨੈਸ਼ਨਲ ਲੈਂਗੁਏਜ ਇੰਡੀਆ ਦੀ ਹਿੰਦੀ ਆ ਤੇ ਪੰਜਾਬੀਆਂ ਦੀ ਜਦੋਂ ਆਪਾਂ ਗਿਣਤੀ ਇੱਥੇ ਕਰਦੇ ਹਾਂ ਤਕਰੀਬਨ 6-7 ਲੱਖ ਪੰਜਾਬੀ, ਤੇ ਸਾਡੀ ਤੀਸਰੀ ਜਦੋਂ ਅਸੀਂ ਇੱਥੇ ਗੱਲ ਕਰਦੇ ਹਾਂ ਕਿ ਤੀਸਰੀ ਪੰਜਾਬੀ ਮਾਂ ਜਿਹੜੀ ਬੋਲੀ ਆ ਉਹ ਤੀਜੇ ਨੰਬਰ ਦੇ ਉੱਤੇ ਆ। ਇੰਡੀਅਨ ਡਾਇਸਪੋਰਾ ਦੇ ਵਿੱਚ ਮੈਜੋਰਿਟੀ ਪੰਜਾਬੀਆਂ ਦੀ ਹੋਈ ਆ। ਬਿਲਕੁਲ ਬਿਲਕੁਲ, ਇਹ ਬਿਲਕੁਲ ਦਰੁਸਤ ਗੱਲ ਆ। ਸੋ ਉੱਥੇ ਵੀ ਜਿਹੜੀ ਵੀਕਨੈਸ ਜਿਹੜੀ ਹੈਗੀ ਆ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸੀਂ ਗੌਰਮੈਂਟਾਂ ਦੇ ਵਿੱਚ ਆਪਣੀ ਰੀਪ੍ਰਜੈਂਟੇਸ਼ਨ ਜਿਹੜੀ ਹੈਗੀ ਆ ਉਹ ਪ੍ਰੋਪਰ ਤਰੀਕੇ ਦੇ ਨਾਲ ਕਰ ਨਹੀਂ ਸਕੇ, ਜਿਹਦੇ ਕਰਕੇ ਸਾਡੇ ਨਾਲ ਹਰ ਵਾਰੀ, ਚਾਹੇ ਅਸੀਂ ਇੰਡੀਆ ਦੇ ਵਿੱਚ ਬੈਠੇ ਹੋਈਏ, ਚਾਹੇ ਅਸੀਂ ਜਿਹੜੀ ਸਿੱਖ ਕਮਿਊਨਿਟੀ ਸਾਡੀ ਪਾਕਿਸਤਾਨ ਦੇ ਵਿੱਚ ਉੱਥੇ ਬੈਠੇ ਹੋਈਏ, ਚਾਹੇ ਯੂਰਪ ਦੇ ਵਿੱਚ ਕਿਸੇ ਵੀ ਦੇਸ਼ 'ਚ ਬੈਠੇ ਹੋਈਏ, ਉੱਥੇ ਇਹਨਾਂ ਚੀਜ਼ਾਂ ਦੀ ਸਾਡੀ ਘਾਟ ਰਹੀ ਆ। ਅਸੀਂ ਆਪਣੀਆਂ
ਆਪਣੀ ਈਗੋ ਨੂੰ ਲੈ ਕੇ ਅਸੀਂ ਜ਼ਿਆਦਾ ਕੁਐਸਚਨ ਕਰਦੇ ਰਹਿੰਦੇ, ਲੇਕਿਨ ਜਿੱਥੇ ਪੰਥਕ ਤੌਰ ਦੇ ਉੱਤੇ ਪੰਜਾਬੀ ਮਾਂ ਬੋਲੀ ਦੀ ਗੱਲ ਆਉਂਦੀ ਹੈ ਉੱਥੇ ਅਸੀਂ ਇਹਨਾਂ ਗੱਲਾਂ ਦੇ ਉੱਤੇ ਲੋਕਾਂ ਨੂੰ, ਆਪਣੀਆਂ ਸੰਗਤਾਂ ਨੂੰ ਆਪਾਂ ਅਵੇਅਰਨੈਸ ਨਹੀਂ ਪ੍ਰੋਪਰ ਕਰ ਪਾ ਰਹੇ। ਗੁਰਮੇਲ ਸਿੰਘ ਜੀ, ਹਰਮੀਤ ਜੀ ਨੇ ਗੱਲ ਕੀਤੀ ਕਿ ਤੁਸੀਂ ਕੋਈ ਮੀਟਿੰਗ ਆਰਗੇਨਾਈਜ਼ ਕਰ ਰਹੇ ਹੋ, ਇਸ ਦੇ ਸੰਬੰਧ ਵਿੱਚ ਉਹ ਕੀ ਹੈ? ਹਾਂਜੀ, ਜਿਸ ਤਰ੍ਹਾਂ NGAG ਜਿਹੜੀ ਨੈਸ਼ਨਲ ਲੈਵਲ ਦੇ ਉੱਤੇ ਗੁਰੂ ਘਰਾਂ ਨੂੰ ਜਿਹੜੇ ਲੋਕਡਾਊਨ ਦੇ ਵਿੱਚ ਬੰਦ ਹੋਏ ਸੀ ਉਹਨਾਂ ਵਾਸਤੇ ਜਿਹੜੀਆਂ ਗੌਰਮੈਂਟ ਨੇ ਗਾਈਡਲਾਈਨਸ ਬਣਾਈਆਂ ਸੀਗੀਆਂ, ਉਹਦੇ ਵਾਸਤੇ ਤਕਰੀਬਨ 100 ਤੋਂ ਉੱਪਰ ਗੁਰੂ ਘਰਾਂ ਨੇ ਇਕੱਠੇ ਹੋ ਕੇ ਇੱਕ ਆਵਾਜ਼ ਬੁਲੰਦ ਕੀਤੀ ਸੀ ਤੇ ਉਹਦੇ ਵਿੱਚ ਕਾਫੀ ਗੁਰੂ ਘਰਾਂ ਨੂੰ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਉਹਨਾਂ ਨੇ ਆਵਾਜ਼ ਬੁਲੰਦ ਇਕੱਠੇ ਹੋਏ ਕੀਤੀ ਤੇ ਉਹਦੇ ਵਿੱਚ ਕਾਫੀ ਆਪਣਾ ਯੋਗਦਾਨ ਪਾਇਆ ਗਿਆ ਹੈਗਾ। ਸੋ ਇਹ ਤਕਰੀਬਨ 21 ਮੈਂਬਰਾਂ ਦੀ ਕਮੇਟੀ ਦੇ ਗੁਰੂ ਘਰਾਂ ਦੀ ਬਣੀ ਹੈਗੀ ਹੈ, ਜਿਹਦੇ ਵਿੱਚ ਅਸੀਂ 5-6 ਮੁੱਦੇ ਜਿਹੜੇ ਸਾਡੇ ਪੰਜਾਬ ਨਾਲ ਸਿੱਖਾਂ ਨਾਲ ਕਨੈਕਟਡ ਤੇ ਧਾਰਮਿਕ ਮੁੱਦੇ ਸਨ ਤੇ ਉਹਦੇ ਵਿੱਚ ਮੈਂ ਉਹ ਵੀ ਦੱਸਣਾ ਚਾਹੁੰਦਾ ਵੀ ਹਮੇਸ਼ਾ ਜਿੱਥੇ ਕਿਤੇ ਵੀ ਕੋਈ ਗੱਲਬਾਤ ਹੁੰਦੀ ਹੈ ਇੰਡੀਆ 'ਚ ਜਾਂ ਪੰਜਾਬ 'ਚ ਸਾਡੇ ਧਰਮ ਨੂੰ ਨਿਸ਼ਾਨਾ ਬਣਾਇਆ ਜਾਂਦਾ ਤੇ ਕਿਸੇ ਨੇ ਆਪਣੀਆਂ ਵੱਖਰੀਆਂ ਲਾਵਾਂ ਬਣਾ ਕੇ ਸਾਰਾ ਕੁਛ ਉਸੇ ਤਰ੍ਹਾਂ ਢੋਂਗ ਰਚਿਆ ਜਿੱਦਾਂ ਸਾਡੀ ਮਰਜ਼ਾਦਾ ਦੇ ਵਿੱਚ ਜਿਹੜੀਆਂ ਲਾਵਾਂ ਦਾ ਕੀਤਾ ਜਾਂਦਾ। ਇਸੇ ਤਰ੍ਹਾਂ ਅੰਮ੍ਰਿਤ ਸੰਚਾਰ ਦੇ ਉੱਪਰ ਕੁਛ ਜਿੱਥੇ ਕੋਈ ਐਸੀ ਕੋਈ ਸੰਸਥਾ ਹੈਗੀ ਹੈ ਜਿਹੜੀ ਉੱਚ ਜਾਤੀਆਂ ਨੂੰ ਵੱਖਰਾ ਅੰਮ੍ਰਿਤ ਛਕਾ ਰਹੀ ਆ ਤੇ ਨੀਵੀਆਂ ਜਾਤੀਆਂ ਨੂੰ ਵੱਖਰਾ ਅੰਮ੍ਰਿਤ ਛਕਾ ਰਹੀ ਹੈ, ਜਿਹੜਾ ਕਿ ਗੁਰੂ ਸਾਹਿਬ ਨੂੰ ਪ੍ਰਵਾਨ ਨਹੀਂ ਹੈ ਔਰ ਨਾ ਸਾਡੀ ਰਹਿਤ ਮਰਜ਼ਾਦਾ ਦੇ ਵਿੱਚ ਪ੍ਰਵਾਨ ਹੋਏਗਾ। ਇਸੇ ਤਰ੍ਹਾਂ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਗੌਰਮੈਂਟ ਨਵੀਂ ਬਣੀ ਹੈਗੀ ਆ ਉੱਥੇ ਸਾਡਾ ਜਿਹੜੀ ਸਰਵਿਸ ਕਮਿਸ਼ਨ ਸੀਗਾ ਉਹਦੇ ਵਿੱਚ ਸਾਡਾ ਹਮੇਸ਼ਾ ਇੱਕ ਹੁੰਦਾ ਸੀ, ਉਹ ਵੀ ਇਸ ਵਾਰ ਉਹਨਾਂ ਨੇ ਖਤਮ ਕਰ ਦਿੱਤਾ। ਗੁਰਮੇਲ ਸਿੰਘ ਜੀ, ਕਿਉਂਕਿ ਆਪਣੇ ਮਸਲੇ ਪੰਜਾਬੀਆਂ ਦੇ ਬਹੁਤ ਜ਼ਿਆਦਾ ਨੇ, ਜੇ ਆਪਾਂ ਅੱਜ ਪੰਜਾਬੀ ਪ੍ਰਤੀ ਜਿਹੜਾ ਇਹਦੇ ਬਾਰੇ ਗੱਲਬਾਤ ਕਰੀਏ ਕਿ ਪੰਜਾਬੀ ਭਾਸ਼ਾ ਦਾ ਜਿਹੜਾ ਇਹ ਮਸਲਾ ਇਹਦਾ ਕੀ ਹੈ? ਬਿਲਕੁਲ, ਜਿਹੜੀ ਪੰਜਾਬੀ ਦੀ ਆਪਾਂ ਗੱਲ ਕਰਦੇ, ਇਸ ਗੌਰਮੈਂਟ ਨੇ ਜਿਹੜੀਆਂ ਜੋਬਾਂ ਕਰਨੀਆਂ ਹੈਗੀਆਂ ਉਹਦੇ ਵਿੱਚ ਜਿਹੜਾ ਬੰਦਾ ਇੰਡੀਅਨ ਆ ਉਹ ਗੁਜਰਾਤੀ ਬੋਲਦਾ ਹੋਵੇ ਤੇ ਤਾਂ ਉਹਨੂੰ ਜੋਬ ਮਿਲੂਗੀ, ਜਦ ਕਿ ਪੰਜਾਬੀਆਂ ਦੀ ਗਿਣਤੀ ਇੱਥੇ ਜ਼ਿਆਦਾ। ਸੋ ਉਹਦੇ ਲਈ ਗੁਰਦੁਆਰਾ ਸਾਹਿਬ ਵੱਲੋਂ ਕਿਸ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਨੇ? ਅਸੀਂ ਜਿਹੜੀ ਇੱਕ ਮੀਟਿੰਗ ਬੁਲਾ ਰਹੇ ਹਾਂ ਸੈਟਰਡੇ ਵਾਲੇ ਦਿਨ 3 ਵਜੇ ਜੋ ਮੀਟਿੰਗ ਆ ਤਕਰੀਬਨ 100 ਗੁਰਦੁਆਰਾ ਉਹਦੇ ਤੇ ਆਉਣ ਦੀ ਸੰਭਾਵਨਾ ਹੈ। ਸਾਰੇ ਗੁਰਦੁਆਰਿਆਂ ਨੂੰ ਮੈਸੇਜ ਭੇਜ ਦਿੱਤਾ ਤੇ ਬਾਕੀ ਗੁਰੂ ਘਰਾਂ ਨੂੰ ਵੀ ਅਸੀਂ ਬੇਨਤੀ ਕਰਦੇ ਕਿ ਉਹਦੇ ਵਿੱਚ ਪਾਰਟੀਸਿਪੇਸ਼ਨ ਕਰਕੇ ਆਪਾਂ ਆਪਣੀ ਆਵਾਜ਼ ਇੱਥੇ ਗੌਰਮੈਂਟ ਤੱਕ ਪਹੁੰਚਾਈਏ ਕਿ ਜਿਹੜੇ ਪੰਜਾਬੀ ਇੱਥੇ ਇੰਡੀਆ ਤੋਂ ਜਾਂ ਪੰਜਾਬ ਤੋਂ ਵੱਸਦੇ ਆ ਉਹਨਾਂ ਵਾਸਤੇ ਵੀ ਜਿਹੜੀ ਜੋਬ ਕ੍ਰੀਏਸ਼ਨ ਉਹ ਪੰਜਾਬੀ ਬੰਦਾ ਲਿਖ ਪੜ੍ਹ ਸਕਦਾ ਹੋਵੇ ਤੇ ਪੰਜਾਬੀ ਹੋਵੇ। ਸੋ ਉੱਥੇ ਜਿਹੜਾ ਇੱਕ ਤਰ੍ਹਾਂ ਦਾ ਜਿਹੜਾ ਵਿਤਕਰਾ ਕੀਤਾ ਗਿਆ ਉਸ ਇੱਥੋਂ ਦੀ ਗੌਰਮੈਂਟ ਨੂੰ ਜਿਹੜਾ ਮੈਸੇਜ ਪਹੁੰਚਾਉਣ ਵਾਸਤੇ ਸਾਰੇ ਗੁਰੂ ਘਰਾਂ ਦੀ ਜਿਹੜੀ ਨੁਮਾਇੰਦਗੀ ਆ ਉਹਨਾਂ ਨੂੰ ਮੈਸੇਜ ਪਹੁੰਚਾਇਆ ਗਿਆ ਕਿ ਇਸ ਵਿੱਚ ਵੱਧ ਤੋਂ ਵੱਧ ਹਿੱਸਾ ਲੈ ਕੇ ਆਪਣੇ ਇਸ ਜਾਤੀ ਦੀ ਆਵਾਜ਼ ਇਸ ਗੌਰਮੈਂਟ ਤੱਕ ਪਹੁੰਚਾਈ ਜਾਵੇ। ਸੋ ਗੁਰਮੇਲ ਸਿੰਘ ਜੀ, ਕੀ ਤੁਸੀਂ ਸ੍ਰੀ ਗੁਰੂ ਸਿੰਘ ਸਭਾ ਸਾਊਥਹਾਲ ਦੇ ਵਿੱਚ ਵੀ ਕੁਝ ਅਜਿਹੀ ਜਾਣਕਾਰੀ, ਕੁਝ ਅਜਿਹਾ ਸੈਮੀਨਾਰ, ਕੁਝ ਅਜਿਹੀ ਮੀਟਿੰਗ ਜਾਂ ਕੁਝ ਅਜਿਹਾ ਮੁਹੱਈਆ ਕਰਾ ਰਹੇ ਹੋ ਜਿਹਦੇ ਨਾਲ ਲੋਕਾਂ ਵਿੱਚ ਇਸ ਜਨਗਣਨਾ ਪ੍ਰਤੀ ਚੇਤਨਤਾ ਵਧੇ ਕਿ ਉਹ ਆਪਣੀ ਮਾਂ ਬੋਲੀ ਪੰਜਾਬੀ ਲਿਖਾਉਣ, ਜਾਂ ਹੋਰ ਗੁਰੂ ਘਰਾਂ ਦੇ ਵਿੱਚ ਵੀ ਤੁਸੀਂ ਆਪਣਾ ਪ੍ਰਭਾਵ ਵਰਤ ਕੇ ਕੁਝ ਅਜਿਹਾ ਕਰਨ ਦਾ ਯਤਨ ਕਰ ਰਹੇ ਹੋ? ਹਾਂਜੀ, ਅਸੀਂ ਤਕਰੀਬਨ ਨੈਸ਼ਨਲ ਲੈਵਲ ਦੇ ਉੱਤੇ ਹਰ ਗੁਰੂ ਘਰ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਇਸ ਚੀਜ਼ ਦਾ ਮੈਸੇਜ ਆਵੇ ਤੇ ਹਰ ਗੁਰੂ ਘਰ ਆਪਣੇ ਪ੍ਰਬੰਧ ਚ ਨੋਟਿਸ ਬੋਰਡਾਂ ਤੇ ਲਾਵੇ, ਸੰਗਤਾਂ ਨੂੰ ਅਵੇਅਰ ਕਰੇ ਤਾਂ ਕਿ ਇਹ ਸਾਡੀ ਜਿਹੜੀ ਆਵਾਜ਼ ਹੈ ਇਕਜੁੱਟ ਹੋ ਕੇ ਅਸੀਂ ਇਸ ਆਵਾਜ਼ ਨੂੰ ਗੌਰਮੈਂਟ ਤੱਕ ਪਹੁੰਚਾ ਕੇ ਤੇ ਜਿਹੜਾ ਇਹ ਡਿਸਕ੍ਰਿਮੀਨੇਸ਼ਨ ਆਪਾਂ ਕਹਿ ਸਕਦੇ ਹੋਇਆ ਇਹਦਾ ਜਿਹੜਾ ਗੈਪ ਹੈਗਾ ਉਹ ਪੂਰਾ ਕੀਤਾ ਜਾ ਸਕੇ। ਸਰ ਗੁਰਮੇਲ ਸਿੰਘ ਮੱਲੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਓਬਵੀਅਸਲੀ ਇੰਨੇ ਬਿਜ਼ੀ ਸਮੇਂ 'ਚੋਂ ਸਮਾਂ ਕੱਢ ਕੇ ਸਾਨੂੰ ਇੰਨੀ ਜਾਣਕਾਰੀ ਦਿੱਤੀ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹਰਮੀਤ ਜੀ, ਮੱਲੀ ਸਾਹਿਬ ਨੇ ਜਿਸ ਤਰ੍ਹਾਂ ਕਿਹਾ ਕਿ ਸਾਰੇ ਗੁਰਦੁਆਰਿਆਂ ਦੇ ਵਿੱਚ ਉਹਨਾਂ ਦੀ ਕੋਸ਼ਿਸ਼ ਹੈ ਕਿ ਇਸ਼ਤਿਹਾਰ ਇਸ ਤਰ੍ਹਾਂ ਦੇ ਲਗਾਏ ਜਾਣ, ਮੀਟਿੰਗਾਂ ਕੀਤੀਆਂ ਜਾਣ। ਸੋ ਕੀ ਤੁਹਾਨੂੰ ਲੱਗਦਾ ਕਿ ਤੁਸੀਂ ਇਸ ਪ੍ਰਤੀ ਸੰਤੁਸ਼ਟ ਹੋ ਜਾਂ ਹੋਰ ਵਧੇਰੇ ਕੁਝ ਕਰਨ ਦੀ ਜ਼ਰੂਰਤ ਹੈ? ਜੀ, ਸੰਤੁਸ਼ਟ ਤਾਂ ਆਪਾਂ ਉਦੋਂ ਹੀ ਹੋਵਾਂਗੇ ਨਾ ਜੀ ਜਦੋਂ ਆਪਾਂ ਦੂਸਰੇ ਨੰਬਰ ਤੇ ਪਹੁੰਚ ਜਾਵਾਂਗੇ। ਲੇਕਿਨ ਇਹ ਮੱਲੀ ਸਾਹਿਬ ਸ਼ੁਰੂ ਤੋਂ ਹੀ ਕਰਦੇ ਰਹੇ ਆ। ਇਹਨਾਂ ਨੇ ਇੱਕ ਪਟੀਸ਼ਨ ਵੀ ਪਾਈ ਸੀਗੀ, ਉਹ ਵੀ ਇਹਨਾਂ ਦਾ ਇੱਕ ਬੜਾ ਵੱਡਾ ਕਦਮ ਸੀਗਾ। ਇਹਨਾਂ ਨੇ ਆਪਣੇ ਨਾਂ ਦੇ ਉੱਤੇ ਉਹਦੇ ਉੱਤੇ ਸਿਗਨੇਚਰ ਵੀ ਕਰਾਏ, ਸਾਰਿਆਂ ਨੇ ਰਲ ਮਿਲ ਕੇ ਆਪਾਂ ਉਹਦੇ ਬਾਰੇ ਵੀ ਅਵੇਅਰਨੈਸ ਕੀਤੀ ਸੀਗੀ। ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ, ਗੁਰਦੁਆਰਾ ਸਾਹਿਬਾਨ ਵੱਲੋਂ ਸਹਿਯੋਗ ਮਿਲਦਾ ਰਿਹਾ ਵਾ, ਲੇਕਿਨ ਆਪਾਂ ਉਂਗਲਾਂ ਤੇ ਗਿਣ ਸਕਦੇ ਹਾਂ। ਜਿੰਨਾ ਗੁਰਦੁਆਰਿਆਂ ਦੇ ਵਿੱਚ ਪੰਜਾਬੀ ਸਕੂਲ ਚੱਲ ਰਿਹਾ ਉਹ ਵੀ ਆਪਾਂ ਉਂਗਲਾਂ ਤੇ ਗਿਣ ਸਕਦੇ ਹਾਂ, ਲੇਕਿਨ ਇੰਨੇ ਜ਼ਿਆਦਾ ਗੁਰਦੁਆਰਾ ਸਾਹਿਬਾਨ ਗਲੀ ਗਲੀ ਦੇ ਵਿੱਚ ਹੋਣ ਦੇ ਬਾਵਜੂਦ ਵੀ ਆਪਾਂ ਨੂੰ ਉਹਨਾਂ ਸਹਿਯੋਗ ਨਹੀਂ ਮਿਲਿਆ ਜਿੰਨਾ ਮਿਲਣਾ ਚਾਹੀਦਾ। ਲੇਕਿਨ
ਹੁਣ ਮੱਲੀ ਸਾਹਿਬ ਜਿਸ ਤਰ੍ਹਾਂ ਮੀਟਿੰਗ ਰੱਖੀ ਆ ਜਾਂ ਹੁਣ ਆਪਣੇ ਕੋਲ ਮੌਕਾ ਹੈਗਾ ਵਾ, ਹੁਣ ਆਪਾਂ ਸਾਰੇ ਗੁਰਦੁਆਰਾ ਸਾਹਿਬਾਨ ਨੂੰ ਬੇਨਤੀ ਕਰ ਸਕਦੇ ਹਾਂ, ਆਪਾਂ ਉਹਨਾਂ ਤੱਕ ਪਹੁੰਚ ਕਰ ਸਕਦੇ ਹਾਂ, ਆਪਾਂ ਮੀਡੀਆ ਦੇ ਥਰੂ ਹੁਣ ਬੇਨਤੀ ਕਰ ਵੀ ਰਹੇ ਹਾਂ। ਇਹਦੇ ਨਾਲ ਨਾਲ ਆਪਾਂ ਮੰਦਰ ਆ ਜਿੰਨੇ ਉਹਨਾਂ ਤੱਕ ਪਹੁੰਚ ਕਰ ਸਕਦੇ ਹਾਂ, ਉਹਨਾਂ ਵੱਲੋਂ ਵੀ ਆਪਾਂ ਨੂੰ ਬਹੁਤਾ ਸਹਿਯੋਗ ਨਹੀਂ ਮਿਲਿਆ। ਇੱਕ ਓਲਡ ਬਰੀ ਇੱਥੇ ਮੰਦਰ ਆ, ਉਹਨਾਂ ਨੇ ਜ਼ਰੂਰ ਸਹਿਯੋਗ ਦਿੱਤਾ ਸੀਗਾ। ਇਸੇ ਤਰ੍ਹਾਂ ਜਿਹੜੀਆਂ ਮਸਜਿਦਾਂ ਵਾ ਇੱਥੇ ਯੂਕੇ ਦੇ ਵਿੱਚ, ਤੁਸੀਂ ਕਿਸੇ ਵੀ ਜਿੱਥੇ ਆਪਣੀ ਕਮਿਊਨਿਟੀ ਰਹਿੰਦੀ ਹੈ ਬਾਹਰ ਨਿਕਲ ਜਾਓ ਗੁਰਦੁਆਰੇ, ਇਹ ਹਰ ਇੱਕ ਗਲੀ ਦੇ ਵਿੱਚ ਤੁਹਾਨੂੰ ਜੇ ਗੁਰਦੁਆਰੇ ਨਹੀਂ ਤੇ ਮੰਦਰ ਮਿਲ ਜੂਗਾ, ਮੰਦਰ ਨਹੀਂ ਤੇ ਮਸਜਿਦ ਮਿਲੂਗੀ ਪੰਜਾਬੀਆਂ ਦੀ ਨਾ, ਉਹ ਸਾਰੇ ਪੰਜਾਬੀ ਆ। ਲੇਕਿਨ ਜਦੋਂ ਉਹ ਅਵੇਅਰ ਹੋਣਗੇ, ਜਦੋਂ ਉਹ ਇਸ ਗੱਲ ਦੀ ਅਹਿਮੀਅਤ ਨੂੰ ਸਮਝਣਗੇ ਕਿ ਆਪਾਂ ਆਪਣੀ ਜਿਹੜੀ ਲੈਂਗੁਏਜ ਆਪਣੀ ਭਾਸ਼ਾ ਪੰਜਾਬੀ ਲਿਖਾਉਣੀ ਆ ਸੈਂਸਸ ਦੇ ਵਿੱਚ, ਉਦੋਂ ਆਪਾਂ ਨੂੰ ਕਾਮਯਾਬੀ ਮਿਲਣੀ ਆ ਜੀ, ਉਦੋਂ ਆਪਾਂ ਨੂੰ ਸੰਤੁਸ਼ਟੀ ਮਿਲਣੀ ਆ, ਉਦੋਂ ਚੜ੍ਹਦੀ ਕਲਾ ਹੋਣੀ ਆ, ਉਦੋਂ ਪੰਜਾਬੀਆਂ ਨੇ ਉੱਪਰ ਕੇ ਅੱਗੇ ਆਉਣਾ, ਉਦੋਂ ਪੰਜਾਬੀਆਂ ਦੇ ਬਿਜ਼ਨਸ ਜਿਹੜੇ ਆ ਉਹਨਾਂ ਨੂੰ ਹੋਰ ਹਲਾਰਾ ਮਿਲਣਾ, ਉਦੋਂ ਪੰਜਾਬੀਆਂ ਦੀ ਮਿਊਜ਼ਿਕ ਇੰਡਸਟਰੀ ਜਿਹੜੀ ਆ ਉਹਨੇ ਹੋਰ ਚੜ੍ਹਦੀ ਕਲਾ ਜਾਣਾ, ਉਦੋਂ ਪੰਜਾਬੀਆਂ ਦੇ ਮੀਡੀਆ ਨੇ ਜਿਹੜਾ ਤਗੜੇ ਹੋਣਾ। ਹਾਂਜੀ ਹਰਮੀਤ ਜੀ, ਆਪਾਂ ਲਹਿੰਦੇ ਪੰਜਾਬ ਤੋਂ ਵੀ ਗੱਲਾਂ ਕੀਤੀਆਂ ਔਰ ਇੱਥੇ ਦੇ ਲੋਕਾਂ ਨਾਲ ਵੀ, ਇੱਥੋਂ ਦੇ ਲਹਿੰਦੇ ਪੰਜਾਬ ਵਾਲਿਆਂ ਚੜ੍ਹਦੇ ਪਿਆ। ਹੁਣ ਆਪਣੇ ਕੋਲ ਲਾਈਨ ਤੇ ਚੜ੍ਹਦੇ ਪੰਜਾਬ ਤੋਂ ਸਰਬਜੀਤ ਸਿੰਘ ਜੀ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ। ਸਰਬਜੀਤ ਜੀ ਤੁਹਾਡਾ ਸਵਾਗਤ ਹੈ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਰਬਜੀਤ ਸਿੰਘ ਜੀ, ਪਹਿਲਾਂ ਤਾਂ ਕਿਉਂਕਿ ਸਾਡੇ ਲਿਸਨਰਸ ਨੂੰ ਤੁਸੀਂ ਇਹ ਦੱਸੋ ਕਿ ਤੁਸੀਂ ਕੀ ਕਰ ਰਹੇ ਹੋ, ਮਤਲਬ ਤੁਹਾਡਾ ਕੀ ਪਿਛੋਕੜ ਕੀ ਹੈ? ਜੀ ਮੈਂ ਮਹਾਰਾਸ਼ਟਰ ਔਰੰਗਾਬਾਦ ਤੋਂ ਬਿਲੋਂਗ ਕਰਦਾ ਹਾਂ ਜੀ, ਜਿੱਥੇ ਕਿ ਇੰਡੀਆ ਦੇ ਵਿੱਚ, ਜਿੱਥੇ ਭਾਈ ਦਇਆ ਸਿੰਘ ਜੀ ਇੱਥੇ ਆਏ ਸਨ ਜ਼ਫ਼ਰਨਾਮਾ ਲੈ ਕੇ, ਗੁਰੂ ਗੋਬਿੰਦ ਸਿੰਘ ਜੀ ਨੇ ਉਹਨੂੰ ਭੇਜਿਆ ਸੀ। ਹਿਸਟੋਰੀਕਲ ਸਿਟੀ ਹੈ, ਸਿੱਖ ਪੰਥ ਦੇ ਲਈ ਬਹੁਤ ਇੰਪੋਰਟੈਂਟ ਜਗ੍ਹਾ ਹੈਗੀ ਹੈ। ਤੇ ਇੱਥੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆਪਣੀ ਮਾਂ ਬੋਲੀ ਦੇ ਨਾਲ, ਆਪਣੇ ਵਿਰਸੇ ਦੇ ਨਾਲ ਬੱਚਿਆਂ ਨੂੰ ਜੋੜਨ ਦਾ, ਕਿ ਅਸੀਂ ਇੱਕ ਉਪਰਾਲਾ ਕੀਤਾ ਸੀ ਜਿਹੜਾ ਕਿ ਯੂਕੇ ਦੇ ਵਿੱਚ ਵੀ ਆਪ ਜੀ ਦੇ ਬਹੁਤ ਸਹਿਯੋਗ ਸਾਨੂੰ ਮਿਲਿਆ ਹੈ, ਜਿਹੜਾ ਕਿ ਊੜਾ ਗੁਰਮੁਖੀ ਐਪ ਅਸੀਂ ਡਿਵੈਲਪ ਕੀਤਾ। ਇਹ ਆਪਣੀ ਮਾਂ ਬੋਲੀ ਲਈ ਅਸੀਂ ਸੰਘਰਸ਼ ਇੱਥੇ ਕਰ ਰਹੇ ਹਾਂ, ਜਿਸ ਤਰ੍ਹਾਂ ਉੱਥੇ ਦੇ ਆਪ ਜੀ ਸੰਘਰਸ਼ ਕਰ ਰਹੇ ਹੋ, ਇੱਥੇ ਵੀ ਉਹੀ ਹਾਲ ਹੈ ਜੀ। ਸੋ ਸਰਬਜੀਤ ਜੀ, ਜਿੱਦਾਂ ਕਿ ਤੁਸੀਂ ਪੰਜਾਬ ਤੋਂ ਨਹੀਂ ਹੋ, ਤੁਸੀਂ ਇੰਡੀਆ ਤੋਂ ਹੋ। ਹਾਂਜੀ ਠੀਕ ਹੈ। ਸੋ ਤੁਸੀਂ ਜਿਹੜਾ ਉੱਥੇ ਜਿਹੜਾ ਸੰਘਰਸ਼ ਆ ਮਾਂ ਬੋਲੀ ਪ੍ਰਤੀ, ਉਹ ਕਿਸ ਤਰ੍ਹਾਂ ਦਾ ਵਾ? ਕਿਉਂਕਿ ਜਿੱਥੇ ਤੁਸੀਂ ਰਹਿੰਦੇ ਹੋ ਉੱਥੇ ਕਿੰਨੇ ਕੁ ਪੰਜਾਬੀ ਔਰ ਕਿੰਨੀ ਕੁ ਪੰਜਾਬੀ ਬੋਲੀ ਜਾਂਦੀ ਹੈ? ਦੇਖੋ, ਸਿੱਖ ਫੈਮਿਲੀ ਇੱਥੇ ਤੇ 6000 ਹੈਗੀ ਹੈ ਜੀ, ਬਾਕੀ ਪੰਜਾਬੀ ਕਾਫੀ ਹੈਗੇ ਨੇ, ਪਰ ਮਾਂ ਬੋਲੀ ਕੋਈ ਬੋਲਦਾ ਨਹੀਂ ਹੈ ਘਰੇ, ਪੰਜਾਬੀ ਕੋਈ ਗੱਲ ਨਹੀਂ ਕਰਦੇ, ਸਾਰੇ ਹਿੰਦੀ ਬੋਲਦੇ ਨੇ ਇੱਥੇ। ਤੇ ਇੱਥੇ ਭਾਸ਼ਾਵਾਂ ਜਿਹੜੀਆਂ ਨੇ ਮਰਾਠੀ ਤੇ ਹਿੰਦੀ ਦੋਵੇਂ ਮੇਨ ਭਾਸ਼ਾਵਾਂ ਨੇ, ਅੰਗਰੇਜ਼ੀ ਕਈ ਬੋਲਦੇ ਨੇ, ਪਰ ਪੰਜਾਬੀ ਤਾਂ ਦੂਰ ਦੂਰ ਤੱਕ ਜਿਹੜੇ ਪੰਜਾਬ ਤੋਂ ਹੈਗੇ ਨੇ, ਸੱਚੀ ਗੱਲ ਤੇ ਇਹ ਹੈ ਕੌੜੀ ਹੁੰਦੀ ਹੈ, ਲੇਕਿਨ ਉਹ ਵੀ ਨਹੀਂ ਕਰਦੇ। ਸਕੂਲਾਂ ਦੇ ਵਿੱਚ ਤੇ ਖੈਰ ਦੂਰ ਦੀ ਗੱਲ ਹੈ। ਤੇ ਜਿੱਥੇ ਅਸੀਂ ਰਹਿੰਦੇ ਹਾਂ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕਾ, ਇਸ ਪਾਸੇ ਬੰਬੇ, ਇਸ ਪਾਸੇ MP ਦੇ ਵਿੱਚ ਵੀ ਕਾਫੀ ਸਿੱਖ ਫੈਮਿਲੀਜ਼ ਹੈਗੀਆਂ ਨੇ, ਪੰਜਾਬੀ ਕਾਫੀ ਹੈਗੇ ਨੇ, ਪਿਆਰ ਸਾਰੇ ਕਰਦੇ ਨੇ, ਲੇਕਿਨ ਬੋਲਦੇ ਨਹੀਂ ਘਰੇ, ਬੜੇ ਘੱਟ ਹੈਗੇ ਨੇ। ਮੈਂ ਕਹਿੰਦਾ 20% ਹੈਗੇ ਨੇ ਜਿਹੜੇ ਕਿ ਬੋਲਦੇ ਹੋਣੇ, ਬਾਕੀ 80% ਲੋਕੀ ਉਹੀ ਨੇ ਜਿਹੜੇ ਕਿ ਲੋਕਲ ਇੱਥੇ ਦੀ ਲੈਂਗੁਏਜ ਬੋਲਦੇ ਨੇ। ਸੋ ਸਰਬਜੀਤ ਜੀ, ਜਿਹੜਾ ਯੂਕੇ ਦੇ ਵਿੱਚ, ਇੰਗਲੈਂਡ ਦੇ ਵਿੱਚ ਸਾਡੇ ਹੋ ਰਿਹਾ ਵਾ, ਸੈਂਸਸ ਹੋ ਰਿਹਾ 2021 ਦੇ ਵਿੱਚ, ਉਹਦੇ ਵਿੱਚ ਅਗਰ ਅਸੀਂ ਪੰਜਾਬੀ ਆਪਣੀ ਮਾਂ ਬੋਲੀ ਬੋਲਦੇ ਹਾਂ ਔਰ ਪੰਜਾਬੀ ਲਿਖਾਉਂਦੇ ਹਾਂ, ਤੇ ਉਹਦੇ ਨਾਲ ਦੂਜੇ ਨੰਬਰ ਤੇ ਅਸੀਂ ਲਿਆਉਣਾ ਚਾਹੁੰਦੇ ਹਾਂ ਪੰਜਾਬੀ ਨੂੰ, ਜਿਹੜਾ ਹਰਮੀਤ ਸਿੰਘ ਭਕਨਾ ਜੀ ਜਾਂ ਬਾਕੀ ਸਾਰੇ ਰਲ ਕੇ ਜਿਹੜੇ ਕੈਂਪੇਨ ਚੱਲ ਰਿਹਾ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਨਹੀਂ, ਬਹੁਤ ਜ਼ਰੂਰੀ ਹੈ ਜੀ। ਇੱਥੇ ਮੈਂ ਕੱਲ ਨਿਊਜ਼ ਪੜ੍ਹੀ ਹੈ ਮੈਨੂੰ ਫੇਸਬੁੱਕ ਦੇ ਉੱਤੇ ਕਿ ਜਿਹੜਾ ਕਿ ਯੂਕੇ ਗਵਰਨਮੈਂਟ ਨੇ ਜਿਹੜੇ ਪਾਕਿਸਤਾਨੀ ਜਿੰਨੇ ਆਪਣੇ ਵੀਰ ਹੈਗੇ ਨੇ ਉਹਨਾਂ ਨੂੰ ਤੇ ਸ਼ਾਮਿਲ ਕਰ ਲਿਆ, ਬਹੁਤ ਬੜੀ ਖੁਸ਼ੀ ਦੀ ਗੱਲ ਹੈ। ਲੇਕਿਨ ਇੰਡੀਆ ਤੋਂ ਵੀ ਜਿਹੜੇ ਆਉਂਦੇ ਨੇ ਉਹਨਾਂ ਨੂੰ ਵੀ, ਉਹਨਾਂ ਪੰਜਾਬੀਆਂ ਨੂੰ ਉੱਥੇ ਸ਼ਾਮਿਲ ਕਰਨਾ ਬੜਾ ਜ਼ਰੂਰੀ ਹੈ। ਬਿਊਰੋਕ੍ਰੇਸੀ ਦੇ ਵਿੱਚ ਜਿੱਥੇ ਵੀ ਉੱਥੇ ਸਿਸਟਮ ਹੈ ਤੁਹਾਡਾ, ਉਸ ਦੇ ਵਿੱਚ ਇਹ ਮਾਂ ਬੋਲੀ ਨੂੰ ਸਥਾਨ ਪ੍ਰਾਪਤ ਕਰਾਉਣਾ ਬਹੁਤ ਜ਼ਰੂਰੀ ਹੈ। ਤੇ ਬਹੁਤ ਸਲਾਹਯੋਗ ਹੈ ਹਰਮੀਤ ਭਕਨਾ ਜੀ ਦਾ ਜਿਹੜਾ ਇਹ ਯਤਨ ਕਰ ਰਹੇ ਨੇ। ਮੈਨੂੰ ਲੱਗਦਾ ਆਪਾਂ ਸਾਰਿਆਂ ਨੇ ਇਹਨਾਂ ਨੂੰ ਸਪੋਰਟ ਕਰਨਾ ਚਾਹੀਦਾ, ਇਹ ਬਹੁਤ ਜ਼ਰੂਰੀ ਹੈ। ਜੇ ਅੱਜ ਨਹੀਂ ਹੋਇਆ ਤੇ ਤੁਸੀਂ ਭੁੱਲ ਹੀ ਜਾਓ, 10 ਸਾਲ ਦੇ ਵਿੱਚ ਵੀ ਕੁਝ ਹੋਣਾ ਹੈ ਕਰਕੇ। ਥੈਂਕ ਯੂ ਜੀ ਤੁਹਾਡਾ। ਜੀ ਮੈਂ ਇੱਕ ਸਵਾਲ ਕਰਨਾ ਚਾਹੁੰਦਾ। ਹਾਂਜੀ ਕਰੋ ਜੀ ਸਰਬਜੀਤ ਜੀ, ਜਿਹੜਾ ਤੁਸੀਂ ਐਪ ਬਣਾਇਆ ਵਾ, ਮਿਹਰਬਾਨੀ ਕਰਕੇ ਉਹਦੇ ਬਾਰੇ ਦੱਸੋ। ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਵਾਸਤੇ ਜਿਹੜਾ ਤੁਸੀਂ ਬੜੀ ਮਿਹਨਤ ਨਾਲ ਐਪ ਬਣਾਇਆ, ਉਹਨੂੰ ਕਿੱਦਾਂ ਡਾਊਨਲੋਡ ਕਰ ਸਕਦੇ ਆ ਤੇ ਉਹਦੀਆਂ ਕੀ ਐਪਲੀਕੇਸ਼ਨ ਹੈ? ਠੀਕ ਹੈ, ਮੈਂ ਸੰਖੇਪ ਦੇ ਵਿੱਚ ਹੀ ਦੱਸ ਦਿੰਦਾ।
ਜਿਹੜੇ ਲਿਸਨਰ ਸੁਣ ਰਹੇ ਨੇ ਉਹ ਹੁਣੇ ਵੀ ਡਾਊਨਲੋਡ ਕਰ ਸਕਦੇ ਨੇ। ਇਸ ਐਪ ਦਾ ਨਾਮ ਹੈ ਊੜਾ ਗੁਰਮੁਖੀ ਐਪ। ਸਪੈਲ ਕਰ ਦੇਣਾ OORAA ਗੁਰਮੁਖੀ GURMUKHI ਊੜਾ ਗੁਰਮੁਖੀ। ਐਪ ਸਟੋਰ ਤੇ ਪਲੇ ਸਟੋਰ ਦੋਨਾਂ ਤੇ ਮੌਜੂਦ ਹੈ। ਆਈਫੋਨ, ਐਂਡਰੋਇਡ, ਆਈਪੈਡ, ਟੈਬਲੇਟ ਸਾਰਿਆਂ ਦੇ ਉੱਤੇ ਐਪ ਚੱਲ ਸਕਦਾ ਹੈ। 190 MB ਦੀ ਐਪ ਹੈਗੀ ਹੈ ਜਿਸ ਵਿੱਚ ਗੁਰਮੁਖੀ ਵਰਣਮਾਲਾ, ਮੁਹਾਰਨੀ, ਲੱਗਾ ਮਾਤਰਾਵਾਂ, ਗਿਣਤੀ, ਸ਼ਬਦ, ਤਸਵੀਰ ਸਿਖਲਾਈ, ਪੰਜਾਬੀ ਕਲਾਸ ਸਾਰੀ ਸ਼ਾਮਿਲ ਹਨ। ਅਤੇ ਸਿੱਖ ਵਰਣਮਾਲਾ ਅਤੇ ਸਿੱਖੀ ਇਹ ਦੋ ਸੈਕਸ਼ਨ ਅਸੀਂ ਦਿੱਤੇ ਆ ਜਿਸ ਦੇ ਵਿੱਚ ਕਿ ਸਿੱਖ ਧਰਮ ਦੇ ਨਾਲ ਗੁਰੂਆਂ ਪ੍ਰੇਰਨਾਤਮਕ ਜਿਹੜੀ ਸ਼ਖਸੀਅਤਾਂ ਸੀਗੀਆਂ ਉਹਨਾਂ ਦਾ ਸੰਖੇਪ ਜਾਣਕਾਰੀ ਉਹਨਾਂ ਦੇ ਵਿੱਚ ਦਿੱਤੀ ਹੋਈ ਹੈ। ਇਹ ਫ੍ਰੀ ਐਪ ਹੈ। ਹਾਂਜੀ ਇਹ ਫ੍ਰੀ ਐਪ ਹੈਗੀ ਹੈ ਜੀ, ਸਾਰੇ ਡਾਊਨਲੋਡ ਕਰ ਸਕਦੇ ਹੋ। ਬਿਲਕੁਲ ਬੱਚਿਆਂ ਨੂੰ ਸਿਖਾਉਣਾ ਬੜਾ ਆਸਾਨ ਹੈ ਇਹਦੇ ਨਾਲ, ਕਿਉਂਕਿ ਮੈਕਸਿਮਮ ਟਾਈਮ ਬੱਚੇ ਅੱਜ ਕੱਲ ਟੈਕੀ ਹੋ ਗਏ ਨੇ। ਆਈਪੈਡ ਦੇ ਨਾਲ ਹੀ ਉਹਨਾਂ ਦਾ ਜ਼ਿਆਦਾ ਇਹ ਹੁੰਦਾ ਹੈ ਕਿ ਉਹਦੇ ਅੰਦਰ ਰਾਈਟਿੰਗ ਐਪਲੀਕੇਸ਼ਨ ਵੀ ਦਿੱਤੀ ਹੈ ਤੇ ਗ੍ਰਾਫਿਕਸ ਇੰਨਾ ਵਧੀਆ ਹੈ ਕਿ ਉਹ ਬੱਚਾ ਇਨਵੋਲਵ ਰਹੇ ਉਸਦੇ ਅੰਦਰ। ਸਰਬਜੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ thank you very much for doing this app and ਤੇ ਸਾਡੇ joining in ਲਈ। ਸੋ ਹਰਮੀਤ ਜੀ ਅਸੀਂ ਦੇਸੀ ਰੇਡੀਓ ਵੱਲੋਂ ਤੁਹਾਡਾ ਵੀ ਧੰਨਵਾਦ ਕਰਦੇ ਹਾਂ ਕਿ ਤੁਸੀਂ ਇੱਕ ਬਹੁਤ ਵਧੀਆ ਕੈਂਪੇਨ ਚਲਾ ਰਹੇ ਹੋ ਪੰਜਾਬੀ ਭਾਸ਼ਾ ਪ੍ਰਤੀ ਚੇਤਨ ਕਰਨ ਲਈ, ਔਰ ਖਾਸ ਤੌਰ ਤੇ ਜਿਹੜਾ ਸੈਂਸਸ ਦਾ 2021 ਦਾ ਹੈਗਾ ਜਨਗਣਨਾ ਉਹਦੇ ਵਿੱਚ ਪੰਜਾਬੀ ਆਪਣੀ ਭਾਸ਼ਾ ਲਿਖਾਉਣ ਤਾਂ ਕਿ ਅਸੀਂ ਦੂਜੇ ਨੰਬਰ ਤੇ ਪਹੁੰਚ ਸਕੀਏ। ਸੋ ਉਹਦੇ ਲਈ ਹਰਮੀਤ ਸਿੰਘ ਭਕਨਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਸਾਡੇ ਲਿਸਨਰਸ ਨੂੰ? ਜੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ। ਇੰਨੀ ਕਹਿਣਾ ਚਾਹੁੰਦਾ ਕਿ ਆਪਾਂ ਸੈਂਸਸ ਡੇ ਜਿਹੜਾ ਵਾ 21 ਉਹਨੂੰ ਯਾਦ ਰੱਖਣਾ ਵਾ ਤੇ ਆਪਣੀ ਪੰਜਾਬੀ ਭਾਸ਼ਾ ਜਿਹੜੀ ਆ ਉਹ ਘਰਾਂ 'ਚ ਬੋਲੀ ਜਾਣ ਵਾਲੀ ਭਾਸ਼ਾ ਜਿਹੜੀ ਉਹ ਲਿਖਾਉਣੀ ਆ ਜਿਹੜੀ ਖਾਨੇ ਦੇ ਵਿੱਚ। ਮਤਲਬ ਇਹ ਜਿਹੜੀ ਗੱਲ ਹੈ ਆਪਣੇ ਖਾਨੇ 'ਚ ਪਾ ਲੈਣੀ ਆ ਵੀ ਪੰਜਾਬੀ ਭਾਸ਼ਾ ਦੇ ਖਾਨੇ 'ਚ ਪੰਜਾਬੀ ਲਿਖਾਉਣੀ ਆ। ਹਾਂਜੀ ਤੇ ਦੇਸੀ ਰੇਡੀਓ ਦੀ ਪੂਰੀ ਟੀਮ ਦਾ ਤੇ ਤੁਹਾਡਾ ਬਿੱਟੂ ਜੀ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ ਹਰਮੀਤ ਜੀ। ਹਾਂਜੀ ਹੁਣੇ ਆਪਾਂ ਜਿਹੜਾ ਸੀ ਦੇਸ਼ ਵਿਦੇਸ਼ ਤੋਂ ਜਿਹੜੇ ਪੰਜਾਬੀ ਪਿਆਰੇ ਨੇ ਜਾਂ ਪੰਜਾਬੀ ਵਿਦਵਾਨ ਨੇ ਜਾਂ ਪੰਜਾਬੀ ਪ੍ਰਤੀ ਕੰਮ ਕਰ ਰਹੇ ਨੇ ਉਹਨਾਂ ਨੂੰ ਲੈ ਕੇ ਆਪਾਂ ਇੱਕ ਵਿਚਾਰ ਵਟਾਂਦਰਾ ਕਰ ਰਹੇ ਸੀ ਕਿ ਪੰਜਾਬੀ ਭਾਸ਼ਾ ਨੂੰ ਜਿਹੜੀ ਚੇਤਨਾ ਉਹਦੇ ਪ੍ਰਤੀ ਹੋਰ ਤੇਜ਼ ਕਿੱਦਾਂ ਕਰਨਾ, ਇਸ ਲਹਿਰ ਨੂੰ ਹੋਰ ਤੇਜ਼ ਕਿੱਦਾਂ ਕਰਨਾ, ਔਰ 2021 ਦੀ ਜਨਗਣਨਾ ਵਿੱਚ ਆਪਾਂ ਪੰਜਾਬੀ ਭਾਸ਼ਾ ਆਪਣੀ ਮਾਂ ਬੋਲੀ ਦੇ ਖਾਨੇ ਵਿੱਚ ਲਿਖਵਾਉਣੀ ਆ ਕਿਉਂਕਿ ਆਪਾਂ ਪੰਜਾਬੀ ਆ। ਸੋ ਓਬਵੀਅਸਲੀ ਆਪਣੀ ਪੰਜਾਬੀ ਭਾਸ਼ਾ ਵਾ ਤੇ ਪਰ ਆਪਾਂ ਘਰਾਂ 'ਚ ਬੋਲਣੀ ਵੀ ਆ ਤਾਂ ਕਿ ਜੋ ਅਸੀਂ ਲਿਖ ਰਹੇ ਆ ਕਹਿ ਰਹੇ ਆ ਉਹ ਸੱਚ ਵੀ ਹੋ ਜਾਵੇ। ਸੋ ਅਸੀਂ ਬੋਲਣੀ ਵੀ ਆ, ਲਿਖਾਉਣੀ ਵੀ ਹੈ। ਇਹਦੇ ਲਈ ਆਪਾਂ ਸਿਰਫ ਆਪ ਹੀ ਨਹੀਂ ਕਰਨਾ, ਬਾਕੀ ਲੋਕਾਂ ਨੂੰ ਵੀ ਚੇਤਨ ਕਰਨਾ। ਜਿਹੜੇ ਵੀ ਤੁਹਾਡੇ ਦੋਸਤ ਮਿੱਤਰ ਜਿਹੜੀਆਂ ਸੰਸਥਾਵਾਂ ਨਾਲ ਤੁਸੀਂ ਜੁੜੇ ਹੋਏ ਹੋ, ਜਿਹੜੇ ਕੋਈ ਪ੍ਰਿੰਟ ਮੀਡੀਆ ਨਾਲ, ਕੋਈ ਵੈਬ ਮੀਡੀਆ ਨਾਲ, ਕੋਈ ਸੋਸ਼ਲ ਮੀਡੀਆ ਦੇ ਨਾਲ, ਕੋਈ ਟੀਵੀ ਨਾਲ, ਕਿਸੇ ਵੀ ਤਰ੍ਹਾਂ ਨਾਲ ਤੁਸੀਂ ਜੁੜੇ ਹੋਏ ਹੋ ਤਾਂ ਉਸ ਦੇ ਥਰੂ, ਆਪਣੀ ਐਪਸ ਦੇ ਥਰੂ, ਆਪਣੀ WhatsApp ਦੇ, ਜਿਸ ਤਰ੍ਹਾਂ ਵੀ ਤੁਸੀਂ ਇਸ ਮੁਹਿੰਮ ਨੂੰ ਕਰ, ਤੁਹਾਡੀ ਆਪਣੀ ਮੁਹਿੰਮ ਹੈ। ਕਿਉਂਕਿ ਅਗਰ ਪੰਜਾਬੀ ਕਿਸੇ ਤਰੀਕੇ ਨਾਲ ਵੀ ਪੰਜਾਬੀ ਬੋਲੀ ਦੂਜੇ ਨੰਬਰ ਤੇ ਆਉਂਦੀ ਹੈ ਤਾਂ ਜਿੱਦਾਂ ਅਸੀਂ ਇਸ ਡਿਸਕਸ਼ਨ 'ਚੋਂ ਦੇਖਿਆ ਕਿ ਉਹਦੇ ਨਾਲ ਸਾਨੂੰ ਜਿਹੜੀਆਂ ਜੌਬ ਅਪਰਚੂਨਿਟੀਜ਼, ਸਾਨੂੰ ਫੰਡਿੰਗ ਅਪਰਚੂਨਿਟੀਜ਼ ਸਾਡੇ ਪ੍ਰਤੀ ਉਹ ਕਾਫੀ ਕੁਛ ਇਹਦੇ ਲੌਂਗ ਟਰਮ ਜਿਹੜੇ ਕਾਫੀ ਸਿੱਟੇ ਨਿਕਲਣਗੇ। ਸੋ ਸਾਨੂੰ ਇਸ ਪ੍ਰਤੀ ਆਪਣੇ ਆਪ ਵਚਨਬੱਧ ਹੋਣਾ ਚਾਹੀਦਾ ਔਰ ਇਹ ਹਰਮੀਤ ਜੀ ਦਾ ਜਿਹੜਾ ਯਤਨ ਹੈ ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ। ਹੁਣ ਦਿਓ ਬਿੱਟੂ ਨੂੰ ਇਜਾਜ਼ਤ, ਫਿਰ ਮਿਲਾਂਗੇ ਦੇਸੀ ਰੇਡੀਓ ਤੇ।